ਓਸ਼ੋ ਦਾ ਪ੍ਰਵਚਨ ਮਨੁੱਖ ਦੀ ਇੱਕੋ ਇੱਕ ਸਮੱਸਿਆ ਅੰਦਰ ਦਾ ਖਾਲੀ। ਇੱਕ ਛੋਟੀ ਜਿਹੀ ਘਟਨਾ ਨਾਲ ਅੱਜ ਦੀ ਗੱਲ ਸ਼ੁਰੂ ਕਰਨੀ ਚਾਹਾਂਗਾ। ਸਿਕੰਦਰ ਮਹਾਨ ਦੀ ਮੌਤ ਹੋ ਗਈ। ਲੱਖਾਂ ਲੋਕ ਨਗਰ ਦੇ ਰਾਹਾਂ ਤੇ ਖੜੇ ਉਹਦੀ ਅਰਥੀ ਦੀ ਉਡੀਕ ਕਰ ਰਹੇ ਸਨ। ਅਰਥੀ ਆਈ ਤੇ ਅਰਥੀ ਮਹਿਲ ਵਿੱਚੋਂ ਬਾਹਰ ਨਿਕਲੀ। ਉਹ ਜੋ ਖੜੇ ਹੋਏ ਲੱਖਾਂ ਲੋਕ ਸਨ, ਉਹਨਾਂ ਸਭਨਾਂ ਦੇ ਮਨ 'ਚ ਇੱਕ ਪ੍ਰਸ਼ਨ, ਉਹਨਾਂ ਸਭਨਾਂ ਦੀ ਗੱਲ 'ਚ ਇੱਕ ਹੀ ਪ੍ਰਸ਼ਨ ਤੇ ਜਗਿਆਸਾ ਪੂਰੇ ਨਗਰ 'ਚ ਫੈਲ ਗਈ। ਬੜੀ ਹੈਰਾਨੀ ਦੀ ਗੱਲ ਹੋ ਗਈ ਸੀ। ਅਜਿਹਾ ਕਦੀ ਵੀ ਨਹੀਂ ਹੋਇਆ ਸੀ। ਅਰਥੀਆਂ ਤਾਂ ਰੋਜ਼ ਨਿਕਲਦੀਆਂ ਹਨ, ਰੋਜ਼ ਕੋਈ ਮਰਦਾ ਹੈ, ਲੇਕਿਨ ਸਿਕੰਦਰ ਦੀ ਅਰਥੀ ਨਿਕਲੀ ਸੀ ਤਾਂ ਜੋ ਗੱਲ ਹੋ ਗਈ ਸੀ ਉਹ ਬੜੀ ਅਜੀਬ ਸੀ। ਅਰਥੀ ਦੇ ਬਾਹਰ ਸਿਕੰਦਰ ਦੇ ਦੋਵੇਂ ਹੱਥ ਲਟਕੇ ਹੋਏ ਸਨ। ਹੱਥ ਤਾਂ ਅੰਦਰ ਹੁੰਦੇ ਹਨ ਅਰਥੀ ਦੇ। ਕੀ ਕੋਈ ਭੁੱਲ ਹੋ ਗਈ ਕਿ ਹੱਥ ਅਰਥੀ ਦੇ ਬਾਹਰ ਲਟਕੇ ਹੋਏ ਸਨ? ਲੇਕਿਨ ਸਿਕੰਦਰ ਦੀ ਅਰਥੀ ਤੇ ਭੁੱਲ ਹੋ ਜਾਏ ਇਹ ਵੀ ਸੰਭਵ ਨਹੀਂ ਸੀ। ਤੇ ਇੱਕ ਦੋ ਜਣੇ ਨਹੀਂ, ਸੈਂਕੜੇ ਲੋਕ ਉਸ ਅਰਥੀ ਨੂੰ ਲੈ ਕੇ ਆਏ ਸਨ। ਕਿਸੇ ਨੂੰ ਤਾਂ ਦਿਖਾਈ ਦੇ ਗਿਆ ਹੋਏਗਾ ਹੱਥ ਬਾਹਰ ਨਿਕਲੇ ਹੋਏ ਹਨ। ਸਾਰਾ ਨਗਰ ਪੁੱਛ ਰਿਹਾ ਸੀ ਕਿ ਹੱਥ ਬਾਹਰ ਕਿਉਂ ਨਿਕਲੇ ਹੋਏ ਹਨ। ਸ਼ਾਮ ਹੁੰਦੇ ਹੁੰਦੇ ਲੋਕਾਂ ਨੂੰ ਪਤਾ ਲੱਗਾ ਸਿਕੰਦਰ ਨੇ ਮਰਦੇ ਵਕਤ ਕਿਹਾ ਸੀ, ਮੇਰੇ ਹੱਥ ਅਰਥੀ ਦੇ ਅੰਦਰ ਨਾ ਕਰਨਾ। ਸਿਕੰਦਰ ਨੇ ਚਾਹਿਆ ਸੀ ਉਹਦੇ ਹੱਥ ਅਰਥੀ ਦੇ ਬਾਹਰ ਰਹਿਣ ਤਾਂ ਕਿ ਸਾਰਾ ਨਗਰ ਇਹ ਦੇਖ ਲਏ ਕਿ ਉਹਦੇ ਹੱਥ ਵੀ ਖਾਲੀ ਹਨ। ਹੱਥ ਤਾਂ ਸਾਰਿਆਂ ਦੇ ਖਾਲੀ ਹੁੰਦੇ ਹਨ ਮਰਦੇ ਵਕਤ। ਉਹਨਾਂ ਦੇ ਵੀ ਜਿਨ੍ਹਾਂ ਨੂੰ ਅਸੀਂ ਸਿਕੰਦਰ ਕਰਕੇ ਜਾਣਦੇ ਹਾਂ, ਉਹਨਾਂ ਦੇ ਵੀ ਹੱਥ ਖਾਲੀ ਹੁੰਦੇ ਹਨ। ਲੇਕਿਨ ਸਿਕੰਦਰ ਨੂੰ ਇਹ ਖਿਆਲ ਆਇਆ ਕਿ ਉਹਦੇ ਖਾਲੀ ਹੱਥ ਲੋਕ ਦੇਖ ਲੈਣ। ਜਿਸ ਨੇ ਦੁਨੀਆ ਜਿੱਤਣੀ ਚਾਹੀ ਸੀ, ਜਿਹਨੇ ਆਪਣੇ ਹੱਥ ਵਿੱਚ ਸਭ ਕੁਝ ਭਰ ਲੈਣਾ ਚਾਹਿਆ ਸੀ, ਉਹ ਹੱਥ ਵੀ ਖਾਲੀ ਹਨ। ਇਹ ਦੁਨੀਆ ਦੇਖ ਲਏ। ਸਿਕੰਦਰ ਨੂੰ ਮਰੇ ਨੂੰ ਬਹੁਤੇ ਦਿਨ ਹੋ ਗਏ, ਲੇਕਿਨ ਸ਼ਾਇਦ ਹੀ ਕੋਈ ਆਦਮੀ ਹੁਣ ਤੱਕ ਦੇਖ ਸਕਿਆ ਕਿ ਸਿਕੰਦਰ ਦੇ ਹੱਥ ਵੀ ਖਾਲੀ ਹਨ। ਤੇ ਅਸੀਂ ਵੀ ਸਾਰੇ ਛੋਟੇ ਮੋਟੇ ਸਿਕੰਦਰ ਹਾਂ ਤੇ ਅਸੀਂ ਸਾਰੇ ਵੀ ਹੱਥਾਂ ਨੂੰ ਭਰਨ 'ਚ ਲੱਗੇ ਹੋਏ ਹਾਂ। ਲੇਕਿਨ ਅੱਜ ਤੱਕ ਕੋਈ ਵੀ ਜੀਵਨ ਦੇ ਅੰਤ ਤੱਕ ਕੀ ਭਰੇ ਹੋਏ ਹੱਥ ਹਾਸਲ ਕਰ ਸਕਿਆ, ਜਾਂ ਕਿ ਹੱਥ ਖਾਲੀ ਰਹਿ ਜਾਂਦੇ ਹਨ, ਜਾਂ ਕਿ ਹੱਥ ਨਹੀਂ ਭਰਦੇ ਤੇ ਸਾਡੀ ਸਾਰੀ ਮਿਹਨਤ, ਸਾਡੀ ਸਾਰੀ ਸ਼ਕਤੀ ਬੇਕਾਰ ਚਲੀ ਜਾਂਦੀ। ਜ਼ਿਆਦਾਤਰ ਲੋਕ ਅਸਫਲ ਮਰਦੇ ਹਨ। ਇਹ ਹੋ ਸਕਦਾ ਹੈ ਕਿ ਉਹਨਾਂ ਨੇ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹੋਣ ਸੰਸਾਰ 'ਚ। ਇਹ ਹੋ ਸਕਦਾ ਹੈ ਕਿ ਉਹਨਾਂ ਨੇ ਬਹੁਤ ਜਸ ਤੇ ਧਨ ਹਾਸਲ ਕੀਤਾ ਹੋਵੇ, ਲੇਕਿਨ ਫਿਰ ਵੀ ਅਸਫਲ ਮਰਦੇ ਹਨ ਕਿਉਂਕਿ ਹੱਥ ਖਾਲੀ ਹੁੰਦੇ ਹਨ ਮਰਦੇ ਵਕਤ। ਭਿਖਾਰੀ ਹੀ ਖਾਲੀ ਹੱਥ ਨਹੀਂ ਮਰਦੇ, ਸਮਰਾਟ ਵੀ ਖਾਲੀ ਹੱਥ ਮਰਦੇ ਹਨ। ਤਾਂ ਫਿਰ ਇਹ ਸਾਰੀ ਜ਼ਿੰਦਗੀ ਦੀ ਮਿਹਨਤ ਕਿੱਥੇ ਗਈ? ਜੇ ਸਾਰੀ ਜ਼ਿੰਦਗੀ ਦੀ ਮਿਹਨਤ ਵੀ ਜਾਇਦਾਦ ਨਾ ਬਣ ਸਕੀ ਤੇ ਅੰਦਰ ਇੱਕ ਪੂਰਨਤਾ ਨਾ ਲਿਆ ਸਕੀ, ਤਾਂ ਕੀ ਅਸੀਂ ਰੇਤ ਦੇ ਮਹਿਲ ਬਣਾਉਂਦੇ ਰਹੇ, ਜਾਂ ਪਾਣੀ ਉੱਪਰ ਲਕੀਰਾਂ ਵਾਹੁੰਦੇ ਰਹੇ, ਜਾਂ ਸੁਪਨੇ ਦੇਖਦੇ ਰਹੇ ਤੇ ਸਮਾਂ ਗਵਾਉਂਦੇ ਰਹੇ? ਕੀ ਹੈ ਇਸ ਦੌੜ ਦੀ ਸਾਰੀ ਨਾਕਾਮੀ? ਕੀ ਹੈ? ਇੱਕ ਹੋਰ ਛੋਟੀ ਕਹਾਣੀ ਮੈਨੂੰ ਯਾਦ ਆਉਂਦੀ ਹੈ। ਇੱਕ ਮਹਿਲ ਦੇ ਦੁਆਰ ਤੇ ਬਹੁਤ ਭੀੜ ਲੱਗੀ ਹੋਈ ਸੀ ਤੇ ਭੀੜ ਵੱਧਦੀ ਹੀ ਜਾ ਰਹੀ ਸੀ। ਦੁਪਹਿਰ ਤੋਂ ਭੀੜ ਵਧਣੀ ਸ਼ੁਰੂ ਹੋਈ ਸੀ। ਹੁਣ ਸ਼ਾਮ ਹੋਣ ਨੂੰ ਆਈ। ਸਾਰਾ ਪਿੰਡ ਹੀ ਕਰੀਬ ਉਸ ਦੁਆਰ ਤੇ ਇਕੱਠਾ ਹੋ ਗਿਆ ਸੀ। ਕੀ ਹੋ ਗਿਆ ਸੀ ਉਸ ਦੁਆਰ ਤੇ? ਰਾਜ ਮਹਿਲ ਦੇ ਇੱਕ ਛੋਟੀ ਜਿਹੀ ਘਟਨਾ ਹੋ ਗਈ ਸੀ ਤੇ ਘਟਨਾ ਅਜਿਹੀ ਨਾ ਬੁੱਝੀ ਜਾਣ ਵਾਲੀ ਸੀ ਕਿ ਜਿਹਨੇ ਵੀ ਸੁਣਿਆ ਉੱਥੇ ਦਾ ਉੱਥੇ ਖੜਾ ਦੇਖਦਾ ਰਹਿ ਗਿਆ। ਕਿਸੇ ਦੀ ਕੁਝ ਸਮਝ 'ਚ ਨਹੀਂ ਸੀ ਆ ਰਿਹਾ। ਇੱਕ ਭਿਖਾਰੀ ਸੁਬਾਹ ਆਇਆ। ਉਹਨੇ ਰਾਜੇ ਦੇ ਮਹਿਲ ਦੇ ਸਾਹਮਣੇ ਆਪਣਾ ਠੂਠਾ ਫੈਲਾਇਆ। ਰਾਜੇ ਨੇ ਕਿਹਾ ਕੁਝ ਦੇ ਦਿਓ ਆਪਣੇ ਨੌਕਰਾਂ ਨੂੰ। ਉਸ ਭਿਖਾਰੀ ਨੇ ਕਿਹਾ, ਇੱਕ ਸ਼ਰਤ ਤੇ ਲਵਾਂਗਾ। ਇਹ ਠੂਠਾ ਉਸੇ ਸ਼ਰਤ ਤੇ ਕੋਈ ਚੀਜ਼ ਸਵੀਕਾਰ ਕਰਦਾ ਜਦੋਂ ਇਹ ਵਚਨ ਦਿੱਤਾ ਜਾਏ ਕਿ ਤੁਸੀਂ ਮੇਰੇ ਠੂਠੇ ਨੂੰ ਪੂਰਾ ਭਰ ਦਿਓਗੇ, ਤਦ ਹੀ ਮੈਂ ਕੁਝ ਲੈਂਦਾ ਹਾਂ। ਰਾਜੇ ਨੇ ਕਿਹਾ, ਇਹ ਕਿਹੜੀ ਮੁਸ਼ਕਿਲ ਗੱਲ ਹੈ? ਛੋਟਾ ਜਿਹਾ ਠੂਠਾ ਹੈ, ਪੂਰਾ ਭਰ ਦਿਆਂਗੇ ਤੇ ਅੰਨ ਨਾਲ ਨਹੀਂ, ਸੋਨੇ ਦੀਆਂ ਸ਼ਰਫੀਆਂ ਨਾਲ ਭਰ ਦਿਆਂਗੇ। ਭਿਖਾਰੀ ਨੇ ਕਿਹਾ, ਤੇ ਇੱਕ ਵਾਰ ਹੋਰ ਸੋਚ ਲਓ, ਪਿੱਛੋਂ ਪਛਤਾਉਣਾ ਨਾ ਪਏ, ਕਿਉਂਕਿ ਇਸ ਠੂਠੇ ਨੂੰ ਲੈ ਕੇ ਹੋਰਨਾਂ ਦੇ ਦਰ ਤੇ ਵੀ ਗਿਆ ਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਵਚਨ ਦਿੱਤਾ ਸੀ ਤੇ ਇਹਨੂੰ ਪੂਰਾ ਭਰ ਦੇਣਗੇ, ਲੇਕਿਨ ਉਹ ਉਹਨੂੰ ਪੂਰਾ ਨਹੀਂ ਭਰ ਸਕੇ ਤੇ ਬਾਅਦ 'ਚ ਉਹਨਾਂ ਨੂੰ ਮਾਫੀ ਮੰਗਣੀ ਪਈ। ਰਾਜਾ ਹੱਸਣ ਲੱਗਿਆ। ਉਹਨੇ ਕਿਹਾ ਕਿ ਛੋਟਾ ਜਿਹਾ ਠੂਠਾ, ਉਹਨੇ ਆਪਣੇ ਮੰਤਰੀਆਂ ਨੂੰ ਕਿਹਾ, ਸੋਨੇ ਦੀਆਂ ਅਸ਼ਰਫੀਆਂ ਨਾਲ ਭਰ ਦਿਓ।
ਇਹ ਘਟਨਾ ਹੋ ਗਈ ਸੀ। ਰਾਜਾ ਸੋਨੇ ਦੀਆਂ ਸ਼ਰਫੀਆਂ ਪਾਉਂਦਾ ਜਾ ਰਿਹਾ ਸੀ। ਠੂਠਾ ਕੁਝ ਅਜਿਹਾ ਸੀ ਕਿ ਭਰਦਾ ਹੀ ਨਹੀਂ ਸੀ। ਸਾਰਾ ਪਿੰਡ ਦੁਆਰ ਤੇ ਇਕੱਠਾ ਹੋ ਗਿਆ ਸੀ ਦੇਖਣ ਨੂੰ। ਕਿਸੇ ਦੀ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ। ਰਾਜੇ ਦਾ ਖਜ਼ਾਨਾ ਖਾਲੀ ਹੋ ਗਿਆ। ਸ਼ਾਮ ਹੋ ਗਈ, ਸੂਰਜ ਢਲਣ ਲੱਗਾ, ਲੇਕਿਨ ਠੂਠਾ ਖਾਲੀ ਸੀ। ਫਿਰ ਤਾਂ ਰਾਜਾ ਵੀ ਘਬਰਾਇਆ, ਡਿੱਗ ਪਿਆ ਪੈਰਾਂ ਉੱਤੇ ਉਸ ਭਿਖਾਰੀ ਦੇ, ਕਹਿਣ ਲੱਗਾ, ਕੀ ਹੈ ਇਸ ਠੂਠੇ ਦਾ ਭੇਦ? ਕੀ ਹੈ ਜਾਦੂ? ਭਰਦਾ ਕਿਉਂ ਨਹੀਂ? ਤਦ ਭਿਖਾਰੀ ਨੇ ਕਿਹਾ, ਕੋਈ ਜਾਦੂ ਨਹੀਂ ਹੈ, ਕੋਈ ਰਹੱਸ ਨਹੀਂ ਹੈ, ਬੜੀ ਸਿੱਧੀ ਜੀ ਗੱਲ ਹੈ। ਇੱਕ ਸ਼ਮਸ਼ਾਨ ਵਿੱਚੋਂ ਨਿਕਲਦਾ ਸੀ, ਇੱਕ ਆਦਮੀ ਦੀ ਖੋਪੜੀ ਮਿਲ ਗਈ, ਉਸੇ ਨੂੰ ਮੈਂ ਠੂਠਾ ਬਣਾ ਲਿਆ ਤੇ ਆਦਮੀ ਦੀ ਖੋਪੜੀ ਕਦੇ ਵੀ ਕਿਸੇ ਚੀਜ਼ ਨਾਲ ਨਹੀਂ ਭਰਦੀ, ਇਸ ਲਈ ਇਹ ਵੀ ਨਹੀਂ ਭਰਦਾ। ਆਦਮੀ ਖਾਲੀ ਹੱਥ ਜਾਂਦਾ ਹੈ, ਇਸ ਲਈ ਕਿ ਖਾਲੀ ਹੱਥ ਜਾਣਾ ਜ਼ਰੂਰੀ ਹੈ। ਸਗੋਂ ਆਦਮੀ ਦੀ ਖੋਪੜੀ 'ਚ ਕੁਝ ਕਿਤੇ ਕੋਈ ਭੁੱਲ ਹੈ, ਇਸ ਲਈ ਨਹੀਂ ਕਿ ਖਾਲੀ ਹੱਥ ਜਾਣਾ ਜੀਵਨ ਦਾ ਕੋਈ ਨਿਯਮ ਹੈ, ਕੋਈ ਲਾਜ਼ਮੀ ਗੱਲ ਹੈ। ਨਹੀਂ, ਜੀਵਨ ਨਾਲ ਭਰੇ ਹੱਥਾਂ ਨਾਲ ਵੀ ਜਾਇਆ ਜਾ ਸਕਦਾ ਹੈ ਤੇ ਕੁਝ ਲੋਕ ਗਏ ਹਨ ਤੇ ਜੋ ਵੀ ਜਾਣਾ ਚਾਹੇ ਉਹ ਭਰੇ ਹੱਥਾਂ ਨਾਲ ਵੀ ਜਾ ਸਕਦਾ ਹੈ। ਲੇਕਿਨ ਆਦਮੀ ਦੀ ਖੋਪੜੀ 'ਚ ਕੁਝ ਭੁੱਲ ਹੈ, ਇਸੇ ਲਈ ਭਰਦੇ ਹਨ, ਬਹੁਤ ਭਰੇ ਨਹੀਂ ਜਾਂਦੇ, ਹੱਥ ਖਾਲੀ ਰਹਿ ਜਾਂਦਾ ਹੈ। ਕਿਹੜੀ ਭੁੱਲ ਹੈ? ਕਿਹੋ ਜਿਹੀ ਸੀਕ੍ਰੇਟ ਹੈ? ਕਿਹੋ ਜਿਹਾ ਰਹੱਸ ਹੈ ਮਨੁੱਖ ਦੇ ਮਨ ਦੇ ਨਾਲ ਕਿ ਉਹ ਭਰਿਆ ਨਹੀਂ ਜਾਂਦਾ? ਕਿਹੋ ਜਿਹਾ ਜਾਦੂ ਹੈ? ਤੇ ਇਹ ਨਾ ਸੋਚਣਾ ਕਿ ਕਿਸੇ ਰਾਜ ਮਹਿਲ ਦੇ ਦੁਆਰ ਤੇ ਕੋਈ ਭਿਖਾਰੀ ਖੜਾ ਸੀ, ਉਹਦਾ ਠੂਠਾ ਨਹੀਂ ਸੀ ਭਰਿਆ ਗਿਆ। ਸਾਡੇ ਸਾਰਿਆਂ ਦੇ ਦੁਆਰਾਂ ਉੱਤੇ ਭਿਖਾਰੀ ਖੜੇ ਹਨ, ਠੂਠੇ ਨਹੀਂ ਭਰ ਰਹੇ। ਅਸੀਂ ਸਾਰੇ ਭਿਖਾਰੀਆਂ, ਸਾਡੇ ਠੂਠੇ ਵੀ ਨਹੀਂ ਭਰ ਰਹੇ। ਇੱਥੇ ਅਸੀਂ ਇੰਨੇ ਲੋਕ ਇਕੱਠੇ ਹਾਂ, ਅੱਧਾ ਜੀਵਨ ਤਾਂ ਕਰੀਬ ਸਾਡੇ ਵਿੱਚੋਂ ਸਭਨਾਂ ਦਾ ਬੀਤ ਚੁੱਕਿਆ ਹੈ। ਕਿਸੇ ਦਾ ਅੱਧੇ ਤੋਂ ਜ਼ਿਆਦਾ ਵੀ ਬੀਤ ਚੁੱਕਿਆ ਹੋਏਗਾ, ਕਿਸੇ ਦਾ ਅੱਧੇ ਤੋਂ ਘੱਟ ਵੀ ਬੀਤਿਆ ਹੋਏਗਾ, ਲੇਕਿਨ ਕੀ ਸਾਡੇ ਠੂਠੇ ਥੋੜੇ ਬਹੁਤ ਭਰੇ ਹਨ? ਤੇ ਜੇ ਅੱਧਾ ਜੀਵਨ ਬੀਤ ਜਾਣ ਉੱਤੇ ਬਿਲਕੁਲ ਨਹੀਂ ਭਰੇ ਤਾਂ ਬਾਕੀ ਅੱਧੇ ਜੀਵਨ 'ਚ ਫਿਰ ਕਿਵੇਂ ਭਰ ਜਾਣਗੇ? ਠੂਠੇ ਖਾਲੀ ਹਨ, ਠੂਠੇ ਖਾਲੀ ਰਹਿਣਗੇ ਕਿਉਂਕਿ ਆਦਮੀ ਦੇ ਮਨ ਦੇ ਨਾਲ ਕੁਝ ਗੜਬੜ ਹੈ। ਕੀ ਗੜਬੜ ਹੈ? ਇਸ ਸੰਬੰਧ ਵਿੱਚ ਥੋੜੀ ਜਿਹੀ ਗੱਲ ਅੱਜ ਸ਼ਾਮ ਮੈਂ ਤੁਹਾਡੇ ਨਾਲ ਕਰਾਂਗਾ। ਮਨੁੱਖ ਦੇ ਮਨ ਦੇ ਨਾਲ ਕੀ ਭੁੱਲ ਹੈ, ਕੀ ਉਲਝਣ, ਕਿਹੜੀ ਬੁਝਾਰਤ ਹੈ ਜੋ ਸੁਲਝਦੀ ਨਹੀਂ ਤੇ ਇਸ ਬੁਝਾਰਤ ਨੂੰ ਬਿਨਾਂ ਸੁਲਝਾਏ ਜੋ ਜ਼ਿੰਦਗੀ 'ਚ ਭੱਜ ਦੌੜ ਕਰਨ 'ਚ ਲੱਗ ਜਾਂਦਾ ਹੈ, ਉਹ ਤਾਂ ਬਿਲਕੁਲ ਪਾਗਲ ਹੈ। ਜਿਹਨੇ ਆਪਣੇ ਮਨ ਦੀ ਸਮੱਸਿਆ ਨੂੰ, ਇਸ ਉਲਝਣ ਨੂੰ, ਇਸ ਰਹੱਸ ਨੂੰ ਨਹੀਂ ਸਮਝਿਆ ਠੀਕ ਤਰ੍ਹਾਂ, ਉਹਦੇ ਜੀਵਨ ਦੀ ਸਾਰੀ ਦੌੜ ਵਿਅਰਥ ਹੈ, ਨਿਰਰਥਕ ਹੈ। ਉਹ ਤਾਂ ਬਿਨਾਂ ਸਮੱਸਿਆ ਨੂੰ ਸਮਝੇ ਹੀ ਹੱਲ ਕਰਨ ਨੂੰ ਨਿਕਲ ਪਿਆ ਹੈ, ਤੇ ਜਿਹਨੇ ਸਮੱਸਿਆ ਹੀ ਨਾ ਸਮਝੀ ਹੋਵੇ ਉਹ ਹੱਲ ਕਰੇਗਾ ਕੀ? ਤਿੱਬਤ ਵਿੱਚ ਇੱਕ ਅਧਿਆਪਕ ਬਾਰੇ ਬਹੁਤ ਮਸ਼ਹੂਰ ਹੈ, ਬਾਅਦ 'ਚ ਉਹ ਫਕੀਰ ਹੋ ਗਿਆ। ਜਦੋਂ ਅਧਿਆਪਕ ਸੀ ਯੂਨੀਵਰਸਿਟੀ ਵਿੱਚ, 30 ਸਾਲਾਂ ਤੱਕ ਅਧਿਆਪਕ ਰਿਹਾ, ਗਣਿਤ ਦਾ ਅਧਿਆਪਕ ਸੀ। ਹਰ ਸਾਲ ਜਦੋਂ ਨਵੇਂ ਵਿਦਿਆਰਥੀ ਆਉਂਦੇ ਤੇ ਉਹਦੀ ਕਲਾਸ ਸ਼ੁਰੂ ਹੁੰਦੀ ਤਾਂ 30 ਸਾਲ ਲਗਾਤਾਰ 21 ਸਵਾਲ ਨਾਲ ਉਹਨੇ ਕਲਾਸ ਨੂੰ ਸ਼ੁਰੂ ਕੀਤਾ। ਇੱਕ ਹੀ ਗਣਿਤ, ਇੱਕ ਹੀ ਪ੍ਰਸ਼ਨ। ਉਹ ਜਿਵੇਂ ਹੀ ਪਹਿਲੇ ਦਿਨ, ਸਾਲ ਦੇ ਪਹਿਲੇ ਦਿਨ ਕਲਾਸ 'ਚ ਜਾਂਦਾ ਤੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਾ, ਬੋਰਡ ਉੱਤੇ ਜਾ ਕੇ 2 ਅੰਕ ਲਿਖ ਦਿੰਦਾ, 4 ਤੇ 2, ਤੇ ਲੋਕਾਂ ਨੂੰ ਪੁੱਛਦਾ ਕੀ ਹੱਲ ਹੈ ਇਹਦਾ। ਕੋਈ ਲੜਕਾ ਉੱਚੀ 'ਚ ਬੋਲਿਆ 6, ਪਰ ਉਹ ਸਿਰ ਹਿਲਾ ਦਿੰਦਾ। ਕੋਈ ਲੜਕਾ ਕਹਿੰਦਾ 2, ਲੇਕਿਨ ਉਹ ਸਿਰ ਹਿਲਾ ਦਿੰਦਾ। ਫਿਰ ਸਾਰੇ ਲੜਕੇ ਕਹਿੰਦੇ, ਕਿਉਂਕਿ ਹੁਣ ਤਾਂ 21 ਸੰਭਾਵਨਾ ਰਹਿ ਗਈ ਸੀ, ਜੋੜ ਲਿਆ ਗਿਆ, ਘਟਾ ਲਿਆ ਗਿਆ, ਹੁਣ ਗੁਣਾ ਕਰਨਾ ਬਾਕੀ ਰਹਿ ਗਿਆ, ਤਾਂ ਸਾਰੇ ਲੜਕੇ ਕਹਿੰਦੇ 8, ਲੇਕਿਨ ਉਹ ਫਿਰ ਸਿਰ ਹਿਲਾ ਦਿੰਦਾ। 3 ਹੀ ਉੱਤਰ ਹੋ ਸਕਦੇ ਸਨ, ਚੌਥਾ ਕੋਈ ਉੱਤਰ ਨਹੀਂ ਸੀ, ਤਾਂ ਲੜਕੇ ਚੁੱਪ ਰਹਿ ਜਾਂਦੇ। ਤੇ ਫਿਰ ਉਹ ਅਧਿਆਪਕ ਉਹਨਾਂ ਨੂੰ ਕਹਿੰਦਾ, ਤੁਸੀਂ ਸਭ ਤੋਂ ਵੱਡੀ ਭੁੱਲ ਇਹ ਕੀਤੀ ਹੈ ਕਿ ਤੁਸੀਂ ਮੈਨੂੰ ਇਹ ਨਹੀਂ ਪੁੱਛਿਆ ਕਿ ਪ੍ਰਸ਼ਨ ਕੀ ਹੈ। ਤੁਸੀਂ ਉੱਤਰ ਦੇਣੇ ਸ਼ੁਰੂ ਕਰ ਦਿੱਤੇ। ਮੈਂ 4 ਲਿਖਿਆ ਤੇ 2 ਲਿਖਿਆ, ਇਹ ਤਾਂ ਠੀਕ, ਲੇਕਿਨ ਮੈਂ ਪ੍ਰਸ਼ਨ ਕਦੋਂ ਪੁੱਛਿਆ ਸੀ? ਤੇ ਤੁਸੀਂ ਉੱਤਰ ਦੇਣੇ ਸ਼ੁਰੂ ਕਰ ਦਿੱਤੇ। ਤੇ ਉਹ ਅਧਿਆਪਕ ਕਹਿੰਦਾ ਕਿ ਮੈਂ ਆਪਣੇ ਅਨੁਭਵ ਨਾਲ ਕਹਿਣਾ, ਗਣਿਤ ਵਿੱਚ ਹੀ ਇਹ ਭੁੱਲ ਨਹੀਂ ਹੁੰਦੀ, ਜ਼ਿੰਦਗੀ ਵਿੱਚ ਵੀ ਜ਼ਿਆਦਾਤਰ ਲੋਕ ਇਹੋ ਭੁੱਲ ਕਰਦੇ ਹਨ। ਜ਼ਿੰਦਗੀ ਦੇ ਪ੍ਰਸ਼ਨ ਨੂੰ ਨਹੀਂ ਸਮਝਦੇ ਤੇ ਉੱਤਰ ਦੇਣੇ ਸ਼ੁਰੂ ਕਰ ਦਿੰਦੇ ਹਨ। ਜ਼ਿੰਦਗੀ ਦੀ ਸਮੱਸਿਆ, ਜ਼ਿੰਦਗੀ ਦੀ ਪ੍ਰੋਬਲਮ ਕੀ ਹੈ? ਕਿਸ ਗੱਲ ਦਾ ਉੱਤਰ ਭਾਲ ਰਹੇ ਹੋ? ਕਿਹੜੀ ਬੁਝਾਰਤ ਨੂੰ ਹੱਲ ਕਰਨ ਨਿਕਲੇ ਹੋ? ਇਸ ਤੋਂ ਪਹਿਲਾਂ ਕਿ ਕੋਈ ਬੁਝਾਰਤ ਨੂੰ ਹੱਲ ਕਰ ਸਕੇ, ਉਹਨੂੰ ਠੀਕ ਤਰ੍ਹਾਂ ਜਾਣ ਲੈਣਾ ਜ਼ਰੂਰੀ ਹੈ। ਪ੍ਰਸ਼ਨ ਕੀ ਹੈ? ਜ਼ਿੰਦਗੀ ਦੀ ਸਮੱਸਿਆ ਕੀ ਹੈ? ਮਨੁੱਖ ਦੀ ਸਮੱਸਿਆ ਉਹਦਾ ਮਨ ਹੈ, ਤੇ ਮਨ ਦੀ ਸਮੱਸਿਆ ਕਿੰਨਾ ਹੀ ਉਹਨੂੰ ਭਰੋ, ਨਾ ਭਰਨਾ, ਮਨ ਭਰਦਾ ਨਹੀਂ। ਕੀ ਹੈ ਇਹਦੇ ਪਿੱਛੇ? ਕਿਹੜਾ ਗਣਿਤ ਹੈ ਜਿਹਨੂੰ ਅਸੀਂ ਨਹੀਂ ਸਮਝਦੇ
ਤੇ ਸਾਰੀ ਜ਼ਿੰਦਗੀ ਰੋਂਦੇ ਹਾਂ ਤੇ ਪਰੇਸ਼ਾਨ ਹੁੰਦੇ ਹਾਂ। ਕਿਹੜੀ ਕੁੰਜੀ ਹੈ ਜੋ ਇਸ ਜੀਵਨ ਦੀ ਸਮੱਸਿਆ ਨੂੰ ਸੁਲਝਾਏਗੀ ਤੇ ਹੱਲ ਕਰ ਦੇਗੀ? ਬਿਨਾਂ ਇਹਨੂੰ ਸਮਝੇ, ਚਾਹੇ ਅਸੀਂ ਮੰਦਰਾਂ 'ਚ ਪ੍ਰਾਰਥਨਾਵਾਂ ਕਰੀਏ, ਚਾਹੇ ਮਸਜਿਦਾਂ 'ਚ ਨਮਾਜ਼ ਪੜ੍ਹੀਏ, ਚਾਹੇ ਆਕਾਸ਼ ਵੱਲ ਹੱਥ ਚੁੱਕ ਕੇ ਪਰਮਾਤਮਾ ਨੂੰ ਅਰਾਧੀਏ, ਕੁਝ ਵੀ ਨਹੀਂ ਹੋਣਾ, ਕੁਝ ਵੀ ਨਹੀਂ ਹੋਏਗਾ। ਕਿਉਂਕਿ ਜਿਹੜਾ ਆਦਮੀ ਅਜੇ ਆਪਣੇ ਮਨ ਨੂੰ ਹੀ ਸੁਲਝਾਉਣ 'ਚ ਸਮਰੱਥ ਨਹੀਂ ਹੋ ਸਕਿਆ, ਉਹਦੀ ਪ੍ਰਾਰਥਨਾ ਦਾ ਕੋਈ ਵੀ ਮੁੱਲ ਨਹੀਂ ਹੋ ਸਕਦਾ। ਤੇ ਜੋ ਮਨੁੱਖ ਅਜੇ ਆਪਣੇ ਅੰਦਰ ਹੀ ਸਪਸ਼ਟ ਨਹੀਂ ਹੋ ਸਕਿਆ ਜੀਵਨ ਦੀ ਸਮੱਸਿਆ ਪ੍ਰਤੀ, ਉਹ ਜਿਨ੍ਹਾਂ ਮੰਦਰਾਂ 'ਚ ਜਾਏਗਾ ਉਹਦੇ ਨਾਲ ਹੋਰ ਵੀ ਝੰਜਟ ਉੱਥੇ ਪਹੁੰਚ ਜਾਣਗੇ। ਮੰਦਰ ਤੋਂ ਉਹ ਤਾਂ ਸ਼ਾਂਤ ਹੋ ਕੇ ਨਹੀਂ ਪਰਤੇਗਾ, ਲੇਕਿਨ ਮੰਦਰ ਦੀ ਸ਼ਾਂਤੀ ਨੂੰ ਜ਼ਰੂਰ ਖਰਾਬ ਕਰ ਆਏਗਾ। ਅੰਦਰ ਜੋ ਉਲਝਿਆ ਹੋਇਆ ਉਹ ਜੋ ਵੀ ਕਰੇਗਾ, ਕਨਫਿਊਜ਼ਡ ਮਾਈਂਡ ਜੋ ਵੀ ਕਰੇਗਾ, ਉਸ ਨਾਲ ਜੀਵਨ 'ਚ ਹੋਰ ਕਨਫਿਊਜ਼ਨ, ਹੋਰ ਪਰੇਸ਼ਾਨੀ, ਹੋਰ ਉਲਝਾ ਵੱਧਦਾ ਹੈ। ਅਸੀਂ ਕਿਸੇ ਪਾਗਲ ਆਦਮੀ ਤੋਂ ਸਲਾਹ ਲੈਣ ਨਹੀਂ ਜਾਂਦੇ, ਕਿਉਂਕਿ ਪਾਗਲ ਜੋ ਵੀ ਸਲਾਹ ਦੇਗਾ ਉਹ ਹੋਰ ਵੀ ਘਚੋਲੇ ਵਰਗੀ ਹੋ ਜਾਏਗੀ। ਪਾਗਲ ਜੋ ਸੁਝਾਅ ਪੇਸ਼ ਕਰੇਗਾ ਉਹ ਹੋਰ ਵੀ ਪਾਗਲਪਨ ਵਾਲਾ ਹੋ ਜਾਏਗਾ। ਇੱਕ ਰਾਜੇ ਦਾ ਇੱਕ ਮੰਤਰੀ ਪਾਗਲ ਹੋ ਗਿਆ ਤੇ ਅਕਸਰ ਮੰਤਰੀ ਪਾਗਲ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜੋ ਪਾਗਲ ਨਹੀਂ ਹੁੰਦੇ ਉਹ ਕਦੀ ਮੰਤਰੀ ਨਹੀਂ ਹੁੰਦੇ। ਰਾਜੇ ਦਾ ਮੰਤਰੀ ਪਾਗਲ ਹੋ ਗਿਆ ਸੀ। ਰਾਜਾ ਸੁੱਤਾ ਹੋਇਆ ਸੀ। ਉਸ ਮੰਤਰੀ ਨੇ ਜਾ ਕੇ ਸੁੱਤੇ ਹੋਏ ਰਾਜੇ ਨੂੰ ਚੁੰਮ ਲਿਆ। ਰਾਜਾ ਘਬਰਾ ਕੇ ਉੱਠਿਆ ਤੇ ਉਹਨੇ ਕਿਹਾ ਕਿ ਇਹ ਤੂੰ ਕੀ ਕਰ ਰਿਹਾ? ਉਹਦੀ ਸਜ਼ਾ ਸਿਵਾਏ ਮੌਤ ਦੇ ਹੋਰ ਕੁਝ ਵੀ ਨਹੀਂ ਹੋ ਸਕਦੀ। ਮੈਨੂੰ ਚੁੰਮਣ ਦੀ ਤੂੰ ਹਿੰਮਤ ਕੀਤੀ? ਉਸ ਮੰਤਰੀ ਨੇ ਕਿਹਾ, ਮਾਫ ਕਰਨਾ, ਮੈਂ ਤਾਂ ਸਮਝਿਆ ਕਿ ਮਹਾਰਾਣੀ ਸੌ ਰਹੇ ਹਨ। ਇਹ ਉਹਨੇ ਉੱਤਰ ਦਿੱਤਾ ਸੀ। ਰਾਜਾ ਹੈਰਾਨ ਹੋ ਗਿਆ। ਉਹ ਬੋਲਿਆ ਕਿ ਯਕੀਨਨ ਹੀ ਤੇਰਾ ਦਿਮਾਗ ਖਰਾਬ ਹੋ ਗਿਆ, ਕਿਉਂਕਿ ਤੂੰ ਜੋ ਅਪਰਾਧ ਕੀਤਾ ਹੈ ਤੇ ਉਸ ਅਪਰਾਧ ਤੋਂ ਬਚਣ ਲਈ ਤੂੰ ਜੋ ਦਲੀਲ ਦੇ ਰਿਹਾ ਉਹ ਹੋਰ ਵੀ ਵੱਡਾ ਅਪਰਾਧ ਹੈ। ਕਰੀਬ ਕਰੀਬ ਅਜਿਹੀ ਜੀਵਨ ਦੀ ਸਮੱਸਿਆ ਨੂੰ ਸੁਲਝਾਉਣ ਲਈ ਅਸੀਂ ਜੋ ਕਰਦੇ ਹਾਂ ਉਹ ਹੋਰ ਵੀ ਵੱਡੀ ਸਮੱਸਿਆ ਖੜੀ ਕਰ ਦਿੰਦਾ ਹੈ। ਸਾਡੇ ਮਨ ਉਲਝੇ ਹੋਏ ਹਨ। ਉਲਝੇ ਹੋਏ ਮਨ ਨੂੰ ਲੈ ਕੇ ਅਸੀਂ ਕੀ ਹੱਲ ਕਰ ਸਕਾਂਗੇ? ਲੇਕਿਨ ਅਸੀਂ ਬੜੇ ਅਜੀਬ ਲੋਕ ਹਾਂ। ਇਸ ਉਲਝੇ ਹੋਏ ਮਨ ਨੂੰ ਲੈ ਕੇ ਗੀਤਾ ਪੜ੍ਹਦੇ ਹਾਂ, ਗੀਤਾ ਉੱਤੇ ਟੀਕਾ ਵੀ ਕਰਦੇ ਹਾਂ, ਕੁਰਾਨ ਪੜ੍ਹਦੇ ਹਾਂ, ਕੁਰਾਨ ਉੱਪਰ ਵਿਆਖਿਆ ਲਿਖਦੇ ਹਾਂ, ਉਪਨਿਸ਼ਦ ਪੜ੍ਹਦੇ ਹਾਂ। ਅਸੀਂ ਜਦੋਂ ਗੀਤਾ ਤੇ ਉਪਨਿਸ਼ਦ ਪੜ੍ਹਦੇ ਹਾਂ ਤਦ ਜੋ ਕੁਝ ਸਾਨੂੰ ਸਮਝ ਆਉਂਦਾ ਹੈ ਉਹ ਗੀਤਾ ਤੇ ਉਪਨਿਸ਼ਦ ਨਹੀਂ ਹਨ। ਸਾਡੇ ਉਲਝੇ ਮਨ ਗੀਤਾ ਨੂੰ ਵੀ ਉਲਝਾ ਲੈਂਦੇ ਹਨ, ਉਪਨਿਸ਼ਦ ਨੂੰ ਵੀ ਉਲਝਾ ਲੈਂਦੇ ਹਨ ਤੇ ਤਦ ਸਾਡੀ ਉਲਝਣ ਵੱਧਦੀ ਚਲੀ ਜਾਂਦੀ ਹੈ ਤੇ ਫੈਲਦੀ ਚਲੀ ਜਾਂਦੀ ਹੈ। ਉਸ ਵਿੱਚ ਕੋਈ ਕੰਨੀ, ਕੋਈ ਕਿਨਾਰਾ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਪਹਿਲੀ ਤੇ ਬੁਨਿਆਦੀ ਗੱਲ ਪੁੱਛਣੀ ਜ਼ਰੂਰੀ ਹੈ, ਇਸ ਮਨ ਦੀ ਪ੍ਰੋਬਲਮ ਕੀ ਹੈ? ਇਸ ਮਨ ਦੀ ਸਮੱਸਿਆ ਕੀ ਹੈ? ਸਭ ਤੋਂ ਪਹਿਲੀ ਗੱਲ ਉਹ ਇਹ, ਸਾਡੇ ਅੰਦਰ ਜੋ ਇਹ ਇੱਛਾ ਤੇ ਦੌੜ ਹੁੰਦੀ ਹੈ ਕਿ ਅਸੀਂ ਭਰ ਲਈਏ ਆਪਣੇ ਆਪ ਨੂੰ ਫੁੱਲਫਿਲਮੈਂਟ ਦੀ, ਪੂਰਨਤਾ ਦੀ, ਲੈ ਲੈਣ ਦੀ, ਕੁਝ ਹੋ ਜਾਣ ਦੀ। ਇਹ ਦੌੜ ਇਸ ਲਈ ਪੈਦਾ ਹੁੰਦੀ ਹੈ ਕਿ ਸਾਨੂੰ ਅਹਿਸਾਸ ਹੁੰਦਾ ਹੈ ਕਿ ਅੰਦਰੋਂ ਅਸੀਂ ਖਾਲੀ ਹਾਂ, ਅੰਦਰ ਘਾਟ ਹੈ, ਅੰਦਰ ਐਮਪਟੀਨੈਸ ਹੈ, ਅੰਦਰ ਕੁਝ ਵੀ ਨਹੀਂ ਹੈ। ਅੰਦਰ ਪਤਾ ਲੱਗਦਾ ਹੈ ਕਿ ਕੁਝ ਵੀ ਨਹੀਂ, ਅੰਦਰ ਪਤਾ ਲੱਗਦਾ ਹੈ ਸ਼ੂਨਿਆ। ਉਸ ਸ਼ੂਨਿਆ ਨੂੰ ਭਰਨ ਲਈ ਅਸੀਂ ਦੌੜਦੇ ਹਾਂ, ਦੌੜਦੇ ਹਾਂ, ਦੌੜਦੇ ਹਾਂ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਜੋ ਸ਼ੂਨਿਆ ਅੰਦਰ ਹੈ ਉਹਨੂੰ ਬਾਹਰ ਦੀ ਕਿੰਨੀ ਵੀ ਸਮੱਗਰੀ ਨਾਲ ਭਰਨਾ ਅਸੰਭਵ ਹੈ? ਕਿਉਂਕਿ ਸ਼ੂਨਿਆ ਅੰਦਰ ਸਾਡੇ ਸਾਮਰਾਜ ਹੋਣਗੇ, ਬਾਹਰ ਸਾਮਰਾਜ ਵੱਧਦੇ ਚਲੇ ਜਾਣਗੇ, ਸ਼ੂਨਿਆ ਆਪਣੀ ਥਾਂ ਬਣਿਆ ਰਹੇਗਾ। ਇਸ ਲਈ ਤਾਂ ਸਿਕੰਦਰ ਖਾਲੀ ਹੱਥ ਮਰਦਾ ਹੈ, ਨਹੀਂ ਤਾਂ ਸਿਕੰਦਰ ਦੇ ਹੱਥ ਵਿੱਚ ਤਾਂ ਵੱਡਾ ਸਾਮਰਾਜ ਸੀ, ਬੜੀ ਧਨ ਦੌਲਤ ਸੀ। ਸ਼ਾਇਦ ਹੀ ਕਿਸੇ ਆਦਮੀ ਕੋਲ ਇੰਨਾ ਵੱਡਾ ਸਾਮਰਾਜ ਰਿਹਾ ਹੋਵੇ, ਇੰਨੀ ਧਨ ਦੌਲਤ ਰਹੀ ਹੋਵੇ। ਖਾਲੀ ਹੱਥ ਕਿਉਂ ਮਰਦਾ ਇਹ ਆਦਮੀ? ਇਹ ਖਾਲੀ ਹੱਥ ਕਿਸ ਗੱਲ ਦੀ ਸੂਚਨਾ ਹੈ? ਇਹ ਸੂਚਨਾ ਹੈ ਕਿ ਅੰਦਰ ਜੋ ਖਾਲੀਪਨ ਹੈ ਉਹ ਨਹੀਂ ਭਰਿਆ ਜਾ ਸਕਿਆ। ਬਾਹਰ ਸਭ ਇਕੱਠਾ ਹੋ ਗਿਆ ਲੇਕਿਨ ਨਹੀਂ, ਅੰਦਰ ਕੁਝ ਵੀ ਨਹੀਂ ਪਹੁੰਚ ਸਕਿਆ। ਕਿਹੜੀ ਚੀਜ਼ ਅੰਦਰ ਪਹੁੰਚ ਸਕਦੀ ਹੈ? ਬਾਹਰ ਦੀ ਕੋਈ ਵੀ ਚੀਜ਼ ਅੰਦਰ ਨਹੀਂ ਪਹੁੰਚ ਸਕਦੀ। ਬਾਹਰ ਦੇ ਮਿੱਤਰ ਬਾਹਰ ਹਨ, ਬਾਹਰ ਦੀ ਜਾਇਦਾਦ ਬਾਹਰ ਹੈ, ਬਾਹਰ ਦਾ ਧਨ, ਬਾਹਰ ਦਾ ਮਾਣ ਸਨਮਾਨ ਸਭ ਬਾਹਰ ਹੈ ਤੇ ਅੰਦਰ ਹਾਂ ਮੈਂ, ਮੇਰੇ ਇਲਾਵਾ ਅੰਦਰ ਕੋਈ ਵੀ ਨਹੀਂ ਤੇ ਮੇਰਾ ਹੋਣਾ ਹੀ ਮੇਰਾ ਅੰਦਰ ਹੈ, ਮੇਰਾ ਬੀਇੰਗ ਹੀ ਮੇਰਾ ਅੰਦਰੂਨੀ ਸ਼ੂਨਿਆ ਹੈ, ਮੇਰਾ ਅੰਦਰੂਨੀ ਖਾਲੀਪਨ ਹੈ। ਅੰਦਰ ਮੈਂ ਹਾਂ ਖਾਲੀ, ਬਾਹਰ ਮੈਂ ਦੌੜਦਾ ਕਿ ਭਰਾਂ ਬਹੁਤ ਹੀ ਇਕੱਠਾ ਕਰ ਲੈਂਦੇ ਹਨ ਦੌੜ ਕੇ, ਲੇਕਿਨ ਜਦੋਂ ਅੱਖ ਚੁੱਕ ਕੇ ਵੇਖਦੇ ਹਨ ਤਾਂ ਪਤਾ ਲੱਗਦਾ ਹੈ ਅੰਦਰ ਤਾਂ ਸਭ ਖਾਲੀ ਹੈ। ਦੌੜ ਤਾਂ ਵਿਅਰਥ ਗਈ। ਦੌੜ ਇਸ ਲਈ ਵਿਅਰਥ ਗਈ ਕਿ ਜਿਸ ਦਿਸ਼ਾ 'ਚ ਸ਼ੂਨਿਆ ਸੀ ਉਹਦੇ ਉਲਟ ਦਿਸ਼ਾ 'ਚ
ਅਸੀਂ ਮਿਹਨਤ ਕੀਤੀ। ਦੌੜ ਇਸ ਲਈ ਖਾਲੀ ਗਈ ਕਿ ਜਿੱਥੇ ਟੋਇਆ ਸੀ ਉਹਨੂੰ ਤਾਂ ਅਸੀਂ ਭਰਿਆ ਨਹੀਂ, ਅਸੀਂ ਢੇਰ ਹੋਰ ਹੀ ਕਿਤੇ ਲਾ ਦਿੱਤਾ। ਟੋਟਿਆ ਟੋਇਆ ਬਣਿਆ ਰਹਿ ਗਿਆ। ਫਿਰ ਵੱਡੇ ਵੱਡੇ ਹੋ ਗਏ ਲੇਕਿਨ ਟੋਇਆ ਨਹੀਂ ਹਟਿਆ। ਅੰਦਰ ਹੈ ਟੋਇਆ, ਅੰਦਰ ਇੱਕ ਖਾਈ ਖੰਦਕ ਹੈ। ਅੰਦਰ ਦੇਖੀਏ ਤਾਂ ਇੱਕਦਮ ਖਾਲੀ ਹੈ, ਕੁਝ ਵੀ ਤਾਂ ਨਹੀਂ ਉੱਥੇ। ਨਾ ਉੱਥੇ ਤੁਹਾਡਾ ਮਕਾਨ ਹੈ, ਨਾ ਤੁਹਾਡਾ ਧਨ, ਨਾ ਤੁਹਾਡੀ ਦੌਲਤ। ਹੋ ਸਕਦਾ ਹੈ ਬਾਹਰ ਕਿਸੇ ਕੋਲ ਵੱਡਾ ਮਕਾਨ ਹੋਵੇ ਤੇ ਦੂਜੇ ਕੋਲ ਕੁਝ ਵੀ ਨਾ ਹੋਵੇ, ਸੜਕ ਉੱਤੇ ਖੜਾ ਹੋਵੇ, ਲੇਕਿਨ ਅੰਦਰ ਦੋਵੇਂ ਇੱਕੋ ਜਿਹੇ ਖਾਲੀ ਹਨ। ਅੰਦਰ ਕੋਈ ਫਰਕ ਨਹੀਂ ਹੈ। ਭਿਖਾਰੀ ਤੇ ਸਮਰਾਟ ਵਿੱਚ ਅੰਦਰ ਦਾ ਖਾਲੀਪਨ ਬਰਾਬਰ ਇੱਕੋ ਜਿਹਾ ਹੈ। ਅੰਦਰੋਂ ਅਸੀਂ ਸਾਰੇ ਭਿੱਖ ਮੰਗੇ ਆ। ਇੱਕ ਮੁਸਲਮਾਨ ਫਕੀਰ ਸੀ, ਫਰੀਦ। ਉਹ ਅਕਬਰ ਨੂੰ ਮਿਲਣ ਗਿਆ। ਉਹਦੇ ਮਿੱਤਰਾਂ ਨੇ ਫਰੀਦ ਨੂੰ ਕਿਹਾ ਸੀ ਅਕਬਰ ਨੂੰ ਪ੍ਰਾਰਥਨਾ ਕਰਨਾ ਕਿ ਸਾਡੇ ਪਿੰਡ 'ਚ ਇੱਕ ਸਕੂਲ ਬਣਾ ਦੇਵੇ। ਅਕਬਰ ਫਰੀਦ ਨੂੰ ਬਹੁਤਾ ਮੰਨਦਾ ਸੀ, ਆਦਰ ਕਰਦਾ ਸੀ। ਫਰੀਦ ਨੇ ਸੋਚਿਆ ਜਾਵਾਂ। ਉਹ ਗਿਆ। ਸੁਬਾਹ ਜਲਦੀ ਗਿਆ। ਅਕਬਰ ਨਮਾਜ਼ ਪੜ੍ਹਦਾ ਸੀ। ਫਰੀਦ ਪਿੱਛੇ ਖੜਾ ਹੋ ਗਿਆ। ਅਕਬਰ ਨੇ ਨਮਾਜ਼ ਪੜ੍ਹੀ, ਨਮਾਜ਼ ਪੂਰੀ ਕੀਤੀ, ਹੱਥ ਜੋੜੇ ਪਰਮਾਤਮਾ ਵੱਲ ਤੇ ਕਿਹਾ, ਹੇ ਪਰਮ ਪਿਤਾ, ਮੇਰੇ ਰਾਜ ਨੂੰ ਹੋਰ ਵੱਡਾ ਕਰ, ਮੇਰੇ ਧਨ ਨੂੰ ਹੋਰ ਵਧਾ। ਫਰੀਦ ਵਾਪਸ ਪਰਤ ਪਿਆ। ਅਕਬਰ ਉੱਠਿਆ ਤਾਂ ਵੇਖਿਆ ਫਰੀਦ ਮਸਜਿਦ ਦੀਆਂ ਪੌੜੀਆਂ ਉਤਰ ਰਿਹਾ। ਅਕਬਰ ਦੌੜਿਆ ਤੇ ਰੋਕਿਆ ਕਿ ਕਿਵੇਂ ਆਏ ਤੇ ਕਿਵੇਂ ਚੱਲੇ। ਫਰੀਦ ਨੇ ਕਿਹਾ, ਮੈਂ ਸੋਚਦਾ ਸੀ ਕਿ ਮੈਂ ਸਮਰਾਟ ਕੋਲ ਜਾ ਰਿਹਾ। ਇੱਥੇ ਮੈਂ ਦੇਖਿਆ ਇੱਥੇ ਵੀ ਇੱਕ ਭਿਖਾਰੀ ਹੈ। ਮੈਂ ਭੁੱਲ ਭੁਲੇਖੇ ਤੁਹਾਡੀ ਨਮਾਜ਼ ਦਾ ਆਖਰੀ ਹਿੱਸਾ ਸੁਣ ਲਿਆ। ਤੁਸੀਂ ਵੀ ਮੰਗਿਆ ਹੋਰ ਰਾਜ, ਹੋਰ ਧਨ, ਤੁਸੀਂ ਵੀ ਮੰਗਦੇ ਹੋ। ਮੈਂ ਮੁੜ ਪਿਆ ਕਿ ਜੋ ਖੁਦ ਅਜੇ ਮੰਗ ਰਿਹਾ ਹੈ ਉਸ ਤੋਂ ਸਾਡਾ ਮੰਗਣਾ ਠੀਕ ਨਹੀਂ, ਸ਼ੋਭਾ ਨਹੀਂ ਦਿੰਦਾ। ਫਿਰ ਮੈਂ ਸੋਚਿਆ ਤੁਸੀਂ ਜਿਸ ਤੋਂ ਮੰਗਦੇ ਹੋ ਜੇ ਮੰਗਣਾ ਹੀ ਹੋਏਗਾ ਤਾਂ ਅਸੀਂ ਵੀ ਉਸ ਤੋਂ ਮੰਗ ਲਾਂਗੇ, ਤੁਹਾਨੂੰ ਵਿੱਚ ਕਿਉਂ ਲਈਏ। ਲੇਕਿਨ ਫਰੀਦ ਨੇ ਆਪਣੇ ਪਿੰਡ ਜਾ ਕੇ ਕਿਹਾ, ਮਿੱਤਰੋ, ਮੈਂ ਸੋਚਦਾ ਸੀ ਅਕਬਰ ਸਮਰਾਟ ਹੈ ਤੇ ਮੈਂ ਭਿਖਾਰੀ ਹਾਂ। ਮੈਂ ਜਾ ਕੇ ਜਦੋਂ ਝਾਕ ਕੇ ਦੇਖਿਆ ਤਾਂ ਪਤਾ ਲੱਗਾ ਅਕਬਰ ਵੀ ਭਿਖਾਰੀ ਹੈ। ਤਾਂ ਮੈਂ ਉਹਨੂੰ ਕੁਝ ਨਹੀਂ ਕਹਿ ਸਕਿਆ ਕਿ ਸਕੂਲ ਬਣਵਾ ਦਿਓ ਪਿੰਡ 'ਚ ਇੱਕ। ਉਹ ਤਾਂ ਆਪ ਹੀ ਅਜੇ ਮੰਗ ਰਿਹਾ। ਉਹਦਾ ਮੰਗਣਾ ਖਤਮ ਹੋ ਜਾਏ ਤਾਂ ਫਿਰ ਅਸੀਂ ਉਹਨੂੰ ਕੁਝ ਕਹੀਏ। ਲੇਕਿਨ ਮੰਗਣਾ ਕੀ ਕਦੀ ਕਿਸੇ ਦਾ ਖਤਮ ਹੋ ਜਾਂਦਾ ਹੈ? ਮਰਦੇ ਦਮ ਤੱਕ, ਆਖਰੀ ਪਲ ਤੱਕ ਆਦਮੀ ਮੰਗੀ ਤੁਰਿਆ ਜਾਂਦਾ ਹੈ। ਕਿਉਂ? ਅੰਦਰ ਦਾ ਖਾਲੀਪਨ ਨਹੀਂ ਭਰਦਾ। ਆਖਰੀ ਪਲ ਵੀ ਅਸੀਂ ਸੋਚਦੇ ਹਾਂ ਕਿ ਸ਼ਾਇਦ ਕੁਝ ਮਿਲ ਜਾਏ ਤੇ ਅਸੀਂ ਭਰ ਜਾਈਏ ਤੇ ਸਾਨੂੰ ਲੱਗੇ ਕਿ ਅਸੀਂ ਕੁਝ ਹੋ ਗਏ, ਅਸੀਂ ਕੁਝ ਹਾਸਲ ਕਰ ਲਿਆ। ਲੇਕਿਨ ਨਹੀਂ, ਇੰਜ ਨਹੀਂ ਹੁੰਦਾ। ਇਹ ਹੋ ਨਹੀਂ ਸਕਦਾ। ਇਹ ਇੰਪੋਸੀਬਿਲਿਟੀ ਹੈ। ਇਹਦੇ ਹੋਣ ਦਾ ਕੋਈ ਉਪਾਅ ਨਹੀਂ ਹੈ। ਇਸ ਲਈ ਨਹੀਂ, ਉਪਾਅ ਕੇ ਅੰਦਰ ਖਾਲੀਪਨ ਹੈ, ਬਾਹਰ ਹੈ ਸਮੱਗਰੀ। ਫਿਰ ਅਸੀਂ ਕੀ ਕਰੀਏ? ਇਸ ਅੰਦਰ ਦੇ ਖਾਲੀਪਨ ਨੂੰ ਕਿਵੇਂ ਭਰੀਏ? ਕਿਵੇਂ ਸਾਨੂੰ ਅਹਿਸਾਸ ਹੋ ਜਾਏ ਕਿ ਹੁਣ ਮੇਰੀ ਕੋਈ ਮੰਗ ਨਹੀਂ। ਉਸੇ ਦਿਨ ਆਦਮੀ ਜੀਵਨ 'ਚ ਕਿਤੇ ਪਹੁੰਚਦਾ ਹੈ ਜਿਸ ਦਿਨ ਉਹਦੀ ਕੋਈ ਮੰਗ ਨਹੀਂ ਰਹਿ ਜਾਂਦੀ, ਜਿਸ ਦਿਨ ਉਹਦਾ ਭਿਖਾਰੀ ਮਰ ਜਾਂਦਾ ਹੈ। ਧਰਮ ਹਰ ਮਨੁੱਖ ਨੂੰ ਅਜਿਹੀ ਜਗ੍ਹਾ ਲੈ ਜਾਣਾ ਚਾਹੁੰਦਾ ਹੈ ਜਿੱਥੇ ਉਹ ਸਮਰਾਟ ਹੋ ਜਾਏ। ਦਿਖਦਾ ਤਾਂ ਇੰਝ ਹੈ ਕਿ ਸੰਸਾਰ 'ਚ ਸਮਰਾਟ ਹੁੰਦੇ ਹਨ, ਲੇਕਿਨ ਜੋ ਜਾਣਦੇ ਹਨ ਉਹ ਕਹਿਣਗੇ ਸੰਸਾਰ 'ਚ ਕਦੀ ਕੋਈ ਸਮਰਾਟ ਨਹੀਂ ਹੋਇਆ। ਸਾਰੇ ਭਿਖਾਰੀ ਹਨ। ਇਹ ਦੂਜੀ ਗੱਲ ਹੈ। ਕੁਝ ਛੋਟੇ ਭਿਖਾਰੀ ਹਨ, ਕੁਝ ਵੱਡੇ ਭਿਖਾਰੀ ਹਨ। ਇਹ ਦੂਜੀ ਗੱਲ ਹੈ। ਕਈਆਂ ਦਾ ਭੀਖ ਦਾ ਠੂਠਾ ਛੋਟਾ ਹੈ, ਕਈਆਂ ਦਾ ਵੱਡਾ ਹੈ। ਇਹ ਦੂਜੀ ਗੱਲ ਹੈ। ਕੁਝ ਰੋਟੀ ਮੰਗਦੇ ਆ, ਕੋਈ ਰਾਜ ਮੰਗਦਾ ਹੈ। ਲੇਕਿਨ ਮੰਗਣ ਦੇ ਮਾਮਲੇ 'ਚ ਕੋਈ ਭਿੰਨਤਾ ਨਹੀਂ। ਭਿੱਖ ਮੰਗੇਪਨ 'ਚ ਕੋਈ ਫਰਕ ਨਹੀਂ। ਧਰਮ ਤਾਂ ਸਮਝਾਉਂਦਾ ਹੈ ਕਿ ਸਿਰਫ ਉਹੀ ਲੋਕ ਸਮਰਾਟ ਹੋ ਸਕਦੇ ਹਨ ਜਿਨ੍ਹਾਂ ਨੇ ਅੰਦਰ ਇੱਕ ਅੰਦਰੂਨੀ ਸੰਪੂਰਨਤਾ ਹਾਸਲ ਕਰ ਲਈ ਹੋਵੇ। ਉਹਨਾਂ ਦੀ ਸਾਰੀ ਮੰਗ ਖਤਮ ਹੋ ਜਾਂਦੀ ਹੈ। ਉਹਨਾਂ ਦੀ ਦੌੜ, ਉਹਨਾਂ ਦੀ ਭੀਖ ਤੇ ਠੂਠੇ ਟੁੱਟ ਜਾਂਦੇ ਹਨ। ਬੁੱਧ 12 ਸਾਲ ਮਗਰੋਂ ਆਪਣੇ ਪਿੰਡ ਪਰਤੇ। ਉਹਨਾਂ ਦੇ ਹੱਥ 'ਚ ਭੀਖ ਦਾ ਠੂਠਾ ਸੀ। ਉਹਨਾਂ ਦੇ ਪਿਤਾ ਉਹਨਾਂ ਨੂੰ ਲੈਣ ਪਿੰਡ ਦੇ ਬਾਹਰ ਆਏ ਤਾਂ ਪਿਤਾ ਨੇ ਆਪਣੇ ਲੜਕੇ ਨੂੰ ਕਿਹਾ, ਮੈਨੂੰ ਦੇਖ ਕੇ ਦੁੱਖ ਹੁੰਦਾ ਹੈ। ਰਾਜ ਪਰਿਵਾਰ 'ਚ ਪੈਦਾ ਹੋ ਕੇ ਤੂੰ ਕਿਉਂ ਸਾਡੇ ਨਾਂ ਨੂੰ ਕਲੰਕ ਲਗਾਉਣਾ ਹੈ ਤੇ ਭੀਖ ਦਾ ਠੂਠਾ ਆਪਣੇ ਨਾਲ ਲਈ ਫਿਰਦਾ ਹੈ? ਕੀ ਕਮੀ ਹੈ ਸਾਡੇ ਕੋਲ ਜੋ ਤੂੰ ਭੀਖ ਦਾ ਠੂਠਾ ਲੈ ਕੇ ਘੁੰਮ ਰਿਹਾ ਹੈ? ਬੁੱਧ ਹੱਸੇ ਤੇ ਉਹਨਾਂ ਨੇ ਆਪਣੇ ਪਿਤਾ ਨੂੰ ਕੀ ਕਿਹਾ? ਉਹਨਾਂ ਨੇ ਕਿਹਾ, ਮਾਫ ਕਰਨਾ, ਲੇਕਿਨ ਮੇਰੇ ਦੇਖੇ ਭਿਖਾਰੀ ਤੁਸੀਂ ਹੋ। ਮੈਂ ਤਾਂ ਸਮਰਾਟ ਹੋ ਗਿਆ। ਮੇਰੀ ਤਾਂ ਸਾਰੀ ਮੰਗ ਖਤਮ ਹੋ ਗਈ। ਮੈਂ ਤਾਂ ਮੰਗਣਾ ਬੰਦ ਕਰ ਦਿੱਤਾ। ਮੈਂ ਤਾਂ ਕੁਝ ਵੀ ਨਹੀਂ ਮੰਗਦਾ। ਤੁਹਾਡੀ ਮੰਗ ਅਜੇ ਜਾਰੀ ਹੈ। ਤੁਸੀਂ ਅਜੇ ਮੰਗੀ ਜਾਂਦੇ ਹੋ, ਫਿਰ ਵੀ ਆਪਣੇ ਆਪ ਨੂੰ ਸਮਰਾਟ ਕਹਿੰਦੇ ਹੋ। ਲੇਕਿਨ ਸਾਨੂੰ ਇਹ ਦਿਖਾਈ ਨਹੀਂ ਦਿੰਦਾ। ਸਾਡੇ ਖਿਆਲ 'ਚ ਨਹੀਂ ਆਉਂਦਾ ਕਿ ਅਸੀਂ ਮੰਗਦੇ ਚਲੇ ਜਾ ਰਹੇ ਹਾਂ, ਮੰਗੀ ਜਾਂਦੇ ਹਾਂ। ਕੀ ਮੰਗ ਰਹੇ ਹਾਂ ਅਸੀਂ? ਅਸੀਂ ਸਾਰੇ ਲੋਕ ਹੀ ਇੱਕ ਗੱਲ ਮੰਗ ਰਹੇ ਹਾਂ
ਕਿਸੇ ਤਰ੍ਹਾਂ ਸਾਡੇ ਅੰਦਰ ਦਾ ਇਹ ਖਾਲੀਪਨ ਖਤਮ ਹੋ ਜਾਏ, ਇਹ ਸ਼ੂਨਿਅਤਾ ਮਿਟ ਜਾਏ, ਅਸੀਂ ਭਰੇ ਪੂਰੇ ਹੋ ਜਾਈਏ, ਸਾਡੇ ਜੀਵਨ 'ਚ ਕੁਝ ਆ ਜਾਏ ਜੋ ਸਾਡੇ ਅੰਦਰ ਦੀ ਘਾਟ ਨੂੰ ਦੂਰ ਕਰ ਲਏ, ਜੋ ਨਥਿੰਗਨੈਸ ਲੱਗਦੀ ਹੈ ਅੰਦਰ, ਉਹਨੂੰ ਪੂਰਾ ਕਰ ਦੇ, ਅਸੀਂ ਕਿਸੇ ਤਰ੍ਹਾਂ ਪੂਰਨ ਹੋ ਜਾਈਏ। ਲੇਕਿਨ ਇਹ ਨਹੀਂ ਹੋਏਗਾ ਉਦੋਂ ਤੱਕ ਜਦ ਤੱਕ ਅਸੀਂ ਬਾਹਰ ਦੌੜੇ ਚਲੇ ਜਾਂਦੇ ਹਾਂ। ਬਾਹਰ ਦੀ ਦੌੜ ਦਾ ਭਰਮ, ਉਹ ਇਲਿਊਜ਼ਨ ਕਿ ਬਾਹਰ ਤੋਂ ਅਸੀਂ ਆਪਣੇ ਆਪ ਨੂੰ ਭਰ ਲਵਾਂਗੇ, ਟੁੱਟ ਜਾਣਾ ਜ਼ਰੂਰੀ ਹੈ। ਤੋੜਨ ਲਈ ਕੋਈ ਬਹੁਤੀ ਖੇਚਲ ਕਰਨ ਦੀ ਗੱਲ ਵੀ ਨਹੀਂ ਹੈ, ਸਿਰਫ ਅੱਖ ਖੋਲਣ ਦੀ ਗੱਲ ਹੈ। ਥੋੜਾ ਜੀਵਨ ਨੂੰ ਅੱਖ ਖੋਲ ਕੇ ਦੇਖਣ ਦੀ ਗੱਲ ਹੈ, ਚਾਰੇ ਪਾਸੇ ਅੱਖ ਖੋਲ ਕੇ ਦੇਖਣ ਦੀ ਗੱਲ ਹੈ। ਸਿਕੰਦਰ ਦੇ ਖਾਲੀ ਹੱਥ ਅੱਖ ਖੋਲ ਕੇ ਦੇਖਣ ਦੀ ਗੱਲ ਹੈ, ਸਭ ਦੇ ਖਾਲੀ ਹੱਥ ਅੱਖ ਖੋਲ ਕੇ ਦੇਖਣ ਦੀ ਗੱਲ ਹੈ। ਜੀਵਨ ਦੇ ਚਾਰੇ ਪਾਸੇ ਦੇਖਣ ਦੀ ਗੱਲ ਹੈ ਕਿ ਲੋਕ ਕੀ ਕਰ ਰਹੇ ਹੈ, ਕੀ ਹਾਸਲ ਕਰ ਰਹੇ ਹੈ, ਕੀ ਮਿਲ ਰਿਹਾ ਹੈ, ਕੀ ਹੈ ਉਹਨਾਂ ਦੀ ਪ੍ਰਾਪਤੀ, ਕੀ ਹੈ ਜੀਵਨ ਭਰ ਦਾ ਨਿਚੋੜ, ਕਿੱਥੇ ਉਹ ਪਹੁੰਚ ਗਏ ਹਨ, ਕਿਤੇ ਪਹੁੰਚ ਗਏ ਹਨ ਜਾਂ ਕੋਲੂ ਦੇ ਬੈਲ ਦੀ ਤਰ੍ਹਾਂ ਚੱਕਰ ਕੱਟ ਰਹੇ ਹਨ। ਸਿਰਫ ਲੱਗਦਾ ਹੈ ਕਿ ਚੱਲ ਰਹੇ ਹਨ ਜਾਂ ਕਿ ਕਿਤੇ ਪਹੁੰਚ ਵੀ ਰਹੇ ਹਨ। ਪੁੱਛੋ ਲੋਕਾਂ ਨੂੰ, ਦੇਖੋ ਲੋਕਾਂ ਨੂੰ, ਝਾਕੋ ਲੋਕਾਂ ਦੇ ਅੰਦਰ, ਕੌਣ ਕਿੱਥੇ ਪਹੁੰਚ ਰਿਹਾ ਤੇ ਆਪਣੇ ਅੰਦਰ ਵੀ ਮੈਂ ਕਿੱਥੇ ਪਹੁੰਚ ਰਿਹਾ। ਜੋ ਮਨੁੱਖ ਇੰਨਾ ਵੀ ਨਹੀਂ ਪੁੱਛਦਾ ਤੇ ਚਲਾ ਜਾਂਦਾ ਹੈ, ਵਹਿੰਦਾ ਜਾਂਦਾ ਹੈ, ਉਹ ਤਾਂ ਮਨੁੱਖ ਹੋਣ ਦਾ ਹੱਕ ਵੀ ਗਵਾ ਦਿੰਦਾ ਹੈ। ਫਿਰ ਉਹਦੇ ਜੀਵਨ 'ਚ ਜੇ ਉਲਝਣਾਂ ਵੱਧਦੀਆਂ ਚਲੀਆਂ ਜਾਣ ਤਾਂ ਕੌਣ ਹੈ ਜ਼ਿੰਮੇਵਾਰ, ਕੌਣ ਹੈ ਰਿਸਪੌਂਸਿਬਲ, ਕਿਸ ਦੀ ਹੈ ਜਵਾਬਦੇਹੀ ਸਿਵਾਏ ਖੁਦ ਦੇ, ਹੋਰ ਤਾਂ ਕਿਸੇ ਦੀ ਵੀ ਨਹੀਂ। ਅਸੀਂ ਜੀਵਨ ਨੂੰ ਕਦੀ ਖੋਜ ਦੇ ਲਈ, ਜੀਵਨ ਨੂੰ ਪੁੱਛਣ ਲਈ ਖੜੇ ਵੀ ਨਹੀਂ ਹੁੰਦੇ, ਅੱਖ ਖੋਲ ਕੇ ਦੇਖਦੇ ਵੀ ਨਹੀਂ ਕਿ ਕੀ ਹੋ ਰਿਹਾ। ਜਿਨ੍ਹਾਂ ਟੋਇਆਂ 'ਚ ਅਸੀਂ ਦੂਜੇ ਲੋਕਾਂ ਨੂੰ ਡਿੱਗਦੇ ਦੇਖਦੇ ਹਾਂ, ਅਸੀਂ ਖੁਦ ਉਹਨਾਂ ਟੋਇਆਂ ਵੱਲ ਵਧੇ ਜਾਂਦੇ ਹਾਂ। ਜਿਨ੍ਹਾਂ ਰਾਹਾਂ ਉੱਤੇ ਅਸੀਂ ਦੂਜੇ ਲੋਕਾਂ ਨੂੰ ਜੀਵਨ ਨੂੰ ਮਿਟਾਉਂਦੇ ਦੇਖਦੇ ਹਾਂ, ਉਹਨਾਂ ਰਾਹਾਂ ਉੱਤੇ ਅਸੀਂ ਵੀ ਦੌੜਦੇ ਚਲੇ ਜਾਂਦੇ ਹਾਂ। ਦੇਖਦੇ ਹਾਂ ਚਾਰੇ ਪਾਸੇ, ਫਿਰ ਵੀ ਅੱਖ ਸ਼ਾਇਦ ਅਸੀਂ ਖੋਲ ਕੇ ਨਹੀਂ ਦੇਖਦੇ। ਵਰਨਾ ਇਹ ਕਿਵੇਂ ਹੋ ਸਕਦਾ ਸੀ ਕਿ ਉਹੀ ਗਲਤੀਆਂ ਹਜ਼ਾਰਾਂ ਸਾਲਾਂ ਤੋਂ ਜੋ ਮਨੁੱਖ ਕਰ ਰਿਹਾ, ਹਰ ਪੀੜ੍ਹੀ ਉਹਨਾਂ ਗਲਤੀਆਂ ਨੂੰ ਦੁਹਰਾਉਂਦੀ ਚਲੀ ਜਾਏ। 10,000 ਸਾਲਾਂ ਦਾ ਇਤਿਹਾਸ ਕੀ ਹੈ? 10-5 ਭੁੱਲਾਂ ਨੂੰ ਬਾਰ-ਬਾਰ ਦੁਹਰਾਈ ਜਾਣ ਦੇ ਸਿਵਾ ਹੋਰ ਕੀ ਹੈ? ਹਰ ਪੀੜ੍ਹੀ ਕੋਈ ਨਵੀਆਂ ਭੁੱਲਾਂ ਕਰੇ ਤਾਂ ਵੀ ਠੀਕ ਹੈ, ਤਾਂ ਵੀ ਸਮਝ ਆਏ ਕਿ ਕੋਈ ਨਵੀਆਂ ਭੁੱਲਾਂ ਹੋ ਰਹੀਆਂ। ਦੁਨੀਆ 'ਚ ਵਿਕਾਸ ਹੋ ਰਿਹਾ, ਹਰ ਪੀੜ੍ਹੀ ਉਹ ਭੁੱਲਾਂ ਕਰਦੀ ਹੈ, ਉਹੀ ਰੈਪੀਟੀਸ਼ਨ ਜੋ ਮੇਰੇ ਪਿਤਾ ਭੁੱਲ ਕਰਦੇ ਹੈ, ਜੋ ਉਹਨਾਂ ਦੇ ਪਿਤਾ ਕਰਦੇ ਹੈ, ਜੋ ਉਹਨਾਂ ਦੇ ਪਿਤਾ, ਉਹ ਮੈਂ ਕਰਦਾ, ਉਹ ਮੇਰੇ ਬੱਚੇ ਕਰਨਗੇ, ਉਹ ਉਹਨਾਂ ਦੇ ਬੱਚੇ ਕਰਨਗੇ। ਮਨੁੱਖ ਜਾਤੀ ਕਿਸੇ ਕੋਲੂ ਦੇ ਚੱਕਰ 'ਚ ਪੈ ਗਈ ਹੈ। ਕਰੀਬ ਕਰੀਬ ਇੱਕੋ ਜਿਹੀਆਂ ਭੁੱਲਾਂ ਹਰ ਪੀੜ੍ਹੀ ਦੁਹਰਾ ਰਹੀ ਹੈ, ਖਤਮ ਹੋ ਜਾਂਦੀ ਹੈ। ਨਵੀਆਂ ਭੁੱਲਾਂ ਹੋਣ ਦਾ ਸਵਾਗਤ ਕੀਤਾ ਜਾ ਸਕਦਾ ਹੈ ਉਹਨਾਂ ਦਾ, ਲੇਕਿਨ ਪੁਰਾਣੀਆਂ ਭੁੱਲਾਂ ਜੇ ਬਾਰ-ਬਾਰ ਹੁੰਦੀਆਂ ਰਹਿਣ ਤਾਂ ਇੱਕ ਹੀ ਗੱਲ ਪਤਾ ਲੱਗਦੀ ਹੈ ਕਿ ਸ਼ਾਇਦ ਮਨੁੱਖ ਅੱਖ ਖੋਲ ਕੇ ਨਹੀਂ ਵੇਖਦਾ ਤੇ ਚੱਲ ਪੈਂਦਾ ਹੈ। ਸ਼ਾਇਦ ਅਸੀਂ ਸੁੱਤੇ ਚੱਲ ਰਹੇ ਹਾਂ, ਸ਼ਾਇਦ ਅਸੀਂ ਨੀਂਦ ਵਿੱਚ ਹਾਂ, ਸ਼ਾਇਦ ਅਸੀਂ ਜਾਗੇ ਹੋਏ ਨਹੀਂ ਹਾਂ। ਕੋਈ ਡੂੰਘੀ ਨੀਂਦ ਨੇ ਸਾਨੂੰ ਜਕੜਿਆ ਹੋਇਆ। ਵਰਨਾ ਇਹ ਕਿਵੇਂ ਹੋ ਸਕਦਾ ਸੀ? ਇਹ ਕਿਵੇਂ ਸੰਭਵ ਸੀ ਕਿ 10,000 ਸਾਲਾਂ ਤੱਕ ਮਨੁੱਖ ਲਗਾਤਾਰ ਕੁਝ ਬੁਨਿਆਦੀ ਭੁੱਲਾਂ ਨੂੰ ਬਾਰ-ਬਾਰ ਦੁਹਰਾਉਂਦਾ ਚਲਾ ਜਾਏ? 10,000 ਸਾਲ ਦੀ ਲਾਲਸਾ ਦੀ ਮੂਰਖਤਾ ਅੱਜ ਵੀ ਸਾਨੂੰ ਦਿਖਾਈ ਦਿੰਦੀ ਹੈ। ਐਂਬੀਸ਼ਨ ਦਾ ਪਾਗਲਪਨ ਅੱਜ ਵੀ ਦਿਖਾਈ ਨਹੀਂ ਦਿੰਦਾ। 10,000 ਸਾਲ ਦੀ ਹਿੰਸਾ, ਯੁੱਧ, ਉਹਨਾਂ ਦੀ ਨਾ ਸਮਝੀ ਸਾਨੂੰ ਅੱਜ ਵੀ ਦਿਖਾਈ ਨਹੀਂ ਦਿੰਦੀ। ਅਸੀਂ ਨਵੇਂ ਨਾਂ ਲੈ ਕੇ ਫਿਰ ਵੀ ਲੜੀ ਜਾਂਦੇ ਹਾਂ, ਨਾਂ ਬਦਲ ਲੈਂਦੇ ਹਾਂ, ਲੜਾਈ ਜਾਰੀ ਰੱਖਦੇ ਹਾਂ। 5,000 ਸਾਲ 'ਚ 15,000 ਯੁੱਧ ਲੜੇ ਹਨ ਆਦਮੀ ਨੇ। 15,000 ਯੁੱਧ ਸਿਰਫ 5,000 ਸਾਲਾਂ 'ਚ। 3 ਯੁੱਧ ਪ੍ਰਤੀ ਸਾਲ। ਜਾਂ ਤਾਂ ਆਦਮੀ ਪਾਗਲ ਹੈ ਜਾਂ ਇਹ ਕੀ ਹੈ। ਹਰ ਯੁੱਧ ਨੂੰ ਲੜਨ ਵਾਲਿਆਂ ਨੇ ਇਹ ਸਮਝਿਆ ਕਿ ਅਸੀਂ ਸ਼ਾਂਤੀ ਲਈ ਲੜ ਰਹੇ ਹਾਂ। 15,000 ਯੁੱਧ ਤੇ ਹਰ ਯੁੱਧ ਦਾ ਲੜਨ ਵਾਲਾ ਇਹ ਸਮਝਦਾ ਹੈ ਕਿ ਅਸੀਂ ਸ਼ਾਂਤੀ ਲਈ ਲੜ ਰਹੇ ਹਾਂ। ਤੇ ਅੱਜ ਵੀ ਜੋ ਯੁੱਧ ਅਸੀਂ ਲੜ ਰਹੇ ਹਾਂ ਉਸ ਵਿੱਚ ਵੀ ਅਸੀਂ ਕਹਿੰਦੇ ਹਾਂ ਸ਼ਾਂਤੀ ਲਈ ਇਸ ਯੁੱਧ ਨੂੰ ਲੜ ਰਹੇ ਹਾਂ। 15,000 ਯੁੱਧ ਲੜੇ ਜਾ ਚੁੱਕੇ ਹਨ ਸ਼ਾਂਤੀ ਲਈ। ਸ਼ਾਂਤੀ ਨਹੀਂ ਆਈ। ਇੱਕ ਹੋਰ ਯੁੱਧ ਲੜਨ ਨਾਲ ਸ਼ਾਂਤੀ ਆ ਜਾਏਗੀ? 15,000 ਯੁੱਧਾਂ ਦੀ ਮੂਰਖਤਾ ਦਿਖਾਈ ਨਹੀਂ ਦਿੰਦੀ? ਜ਼ਰਾ ਵੀ ਦਿਖਾਈ ਨਹੀਂ ਦਿੰਦੀ। ਹਰ ਨਵਾਂ ਯੁੱਧ ਅਜਿਹਾ ਲੱਗਦਾ ਹੋਰ ਹੀ ਤਰ੍ਹਾਂ ਦਾ ਯੁੱਧ ਹੈ। ਪੁਰਾਣੇ ਲੋਕਾਂ ਨੇ ਕੀਤੀ ਹੋਏਗੀ ਗਲਤੀ, ਅਸੀਂ ਜੋ ਯੁੱਧ ਲੜ ਰਹੇ ਹਾਂ ਉਹ ਗੱਲ ਹੀ ਹੋਰ ਹੈ। ਇਸ ਨਾਲ ਤਾਂ ਸ਼ਾਂਤੀ ਦੀ ਰਾਖੀ ਹੋ ਜਾਏਗੀ। ਇਹੋ ਵਹਿਮ ਉਹਨਾਂ ਨੂੰ ਵੀ ਸੀ। ਜੇ ਵਹਿਮ ਉਹਨਾਂ ਨੂੰ ਨਾ ਹੁੰਦਾ ਤਾਂ ਉਹ ਵੀ ਨਾ ਲੜੇ ਹੁੰਦੇ। ਤੇ ਜਦੋਂ ਤੱਕ ਸਾਨੂੰ ਵੀ ਇਹ ਵਹਿਮ ਹੈ ਤਦ ਤੱਕ ਅਸੀਂ ਵੀ ਲੜਦੇ ਜਾਵਾਂਗੇ। ਲੜਾਈ ਬੰਦ ਨਹੀਂ ਹੋ ਸਕਦੀ
लेकिन वहम नहीं टुटदा। 15,000 युद्ध लड़न मगरों भी सानू दिखाई नहीं देंदी युद्ध दी मूर्खता, ना समझी। होर भी सब मामलिਆਂ 'ਚ ਇਹੋ है, सब मामलिਆਂ 'ਚ ਇਹੋ है। ਸਾਡੇ ਤੋਂ ਪਹਿਲਾਂ ਅਰਬਾਂ ਅਰਬਾਂ ਲੋਕ ਇਸ ਧਰਤੀ ਤੇ ਰਹੇ। ਉਹਨਾਂ ਸਭਨਾਂ ਨੇ ਕੀ ਕੀਤਾ ਸੀ, ਉਹ ਅਸੀਂ ਕਰ ਰਹੇ ਹਾਂ। ਕਿਹਨਾਂ ਚੀਜ਼ਾਂ ਲਈ ਉਹ ਜੀਏ ਤੇ ਮਰੇ, ਉਹ ਅਸੀਂ ਕਰ ਰਹੇ ਹਾਂ। ਚੁਵਾਂਗਸੇ ਨਾਂ ਦਾ ਇੱਕ ਚੀਨੀ ਫਕੀਰ ਇੱਕ ਸ਼ਮਸ਼ਾਨ ਚੋਂ ਲੰਘਦਾ ਸੀ। ਉਹ ਸ਼ਮਸ਼ਾਨ ਕੋਈ ਸਧਾਰਨ ਸ਼ਮਸ਼ਾਨ ਨਹੀਂ ਸੀ। ਉਸ ਰਾਜਧਾਨੀ 'ਚ 2 ਸ਼ਮਸ਼ਾਨ ਸਨ, ਛੋਟੇ ਲੋਕਾਂ ਦਾ ਸ਼ਮਸ਼ਾਨ ਤੇ ਵੱਡੇ ਲੋਕਾਂ ਦਾ। ਆਦਮੀ ਜਿਉਂਦਿਆਂ ਵਿੱਚ ਤਾਂ ਛੋਟੇ ਤੇ ਵੱਡੇ ਹੁੰਦੇ ਹਨ, ਮਰਨ ਤੋਂ ਬਾਅਦ ਵੀ ਫਾਸਲਾ ਰੱਖਦੇ ਹਨ। ਵੱਡੇ ਆਦਮੀਆਂ ਦਾ ਸ਼ਮਸ਼ਾਨ ਅਲੱਗ ਹੁੰਦਾ ਹੈ, ਮਿੱਟੀ 'ਚ ਮਿਲ ਜਾਂਦੇ ਹਨ, ਲੇਕਿਨ ਵੱਡੇ ਹੋਣ ਦਾ ਖਿਆਲ ਨਹੀਂ ਮਿਟਦਾ। ਕਬਰ ਅਲੱਗ ਬਣਵਾਉਂਦੇ ਹਨ, ਚਿਤਾ ਅਲੱਗ ਬਾਲਦੇ ਹਨ। ਉਹ ਸ਼ਮਸ਼ਾਨ ਵੱਡੇ ਲੋਕਾਂ ਦਾ ਸ਼ਮਸ਼ਾਨ ਸੀ। ਚੁਆਂਗਸੇ ਉੱਥੋਂ ਲੰਘਿਆ ਸੀ ਤੇ ਉਹਦੇ ਪੈਰ 'ਚ ਇੱਕ ਖੋਪੜੀ ਦੀ ਸੱਟ ਲੱਗ ਗਈ। ਉਹਨੇ ਉਸ ਖੋਪੜੀ ਨੂੰ ਚੁੱਕ ਲਿਆ ਤੇ ਆਪਣੇ ਮਿੱਤਰਾਂ ਨੂੰ ਕਿਹਾ, ਬੜੀ ਗਲਤੀ ਹੋ ਗਈ, ਕਿਸੇ ਵੱਡੇ ਆਦਮੀ ਦੇ ਸਿਰ 'ਚ ਮੇਰਾ ਪੈਰ ਵੱਜ ਗਿਆ। ਉਹਦੇ ਮਿੱਤਰ ਹੱਸੇ ਤੇ ਉਹਨਾਂ ਨੇ ਕਿਹਾ, ਇੱਕ ਮੁਰਦੇ ਦੇ ਪੈਰ ਲੱਗ ਵੀ ਗਿਆ ਤਾਂ ਕੀ ਹਰਜ਼ ਹੈ। ਚੁਆਂਗਸੇ ਨੇ ਕਿਹਾ, ਹੱਸੋ ਨਾ, ਕਿਉਂਕਿ ਇਹ ਆਦਮੀ ਕਿਸੇ ਦਿਨ ਜ਼ਿੰਦਾ ਰਿਹਾ ਹੋਏਗਾ ਤੇ ਕਿਸੇ ਦਿਨ ਇਹਦੇ ਸਿਰ 'ਚ ਪੈਰ ਮਾਰਨਾ ਤਾਂ ਦੂਰ, ਇਹਦੇ ਸਿਰ ਵੱਲ ਉਂਗਲ ਉਠਾਉਣਾ ਵੀ ਖਤਰਨਾਕ ਹੋ ਸਕਦਾ ਸੀ। ਸਬੱਬ ਦੀ ਗੱਲ ਹੈ ਕਿ ਵਿਚਾਰਾ ਮਰ ਗਿਆ, ਇਹਦੇ ਵੱਸ 'ਚ ਨਹੀਂ ਸੀ, ਨਹੀਂ ਤਾਂ ਇਹ ਮਰਦਾ ਵੀ ਨਾ। ਲੇਕਿਨ ਫਿਰ ਵੀ ਮੈਨੂੰ ਤਾਂ ਮਾਫੀ ਮੰਗਣੀ ਚਾਹੀਦੀ ਹੈ, ਭੁੱਲ ਹੋ ਗਈ। ਉਸ ਖੋਪੜੀ ਨੂੰ ਘਰ ਚੁੱਕ ਲਿਆਇਆ, ਉਸ ਖੋਪੜੀ ਨੂੰ ਸਦਾ ਆਪਣੇ ਕੋਲ ਰੱਖਦਾ ਸੀ। ਲੋਕ ਉਹ ਤੋਂ ਪੁੱਛਦੇ ਕੀ ਕਰਦਾ, ਤਾਂ ਉਹ ਕਹਿੰਦਾ, ਮੈਂ ਇਹ ਤੋਂ ਰੋਜ਼ ਮਾਫੀ ਮੰਗ ਲੈਣਾ। ਜਿਉਂਦਾ ਆਦਮੀ ਹੁੰਦਾ ਤਾਂ ਇੱਕ ਹੀ ਵਾਰ ਮਾਫ ਕਰਨ ਨਾਲ, ਮਾਫੀ ਮੰਗਣ ਨਾਲ ਮਾਫੀ ਮਿਲ ਜਾਂਦੀ। ਹੁਣ ਇਹ ਮੁਰਦਾ ਹੈ, ਇਹ ਬੋਲਦਾ ਵੀ ਨਹੀਂ, ਜਵਾਬ ਵੀ ਨਹੀਂ ਦਿੰਦਾ। ਮੈਂ ਬੜੀ ਉਲਝਣ 'ਚ ਪੈ ਗਿਆ। ਜਿਉਂਦਾ ਆਦਮੀ ਹੋਵੇ ਤਾਂ ਮਾਫੀ ਵੀ ਮਿਲ ਸਕਦੀ ਹੈ, ਮੁਰਦੇ ਆਦਮੀ ਤੋਂ ਮਾਫੀ ਮਿਲਣੀ ਵੀ ਔਖੀ ਹੈ। ਇਸ ਲਈ ਤਾਂ ਜੋ ਮੁਰਦੇ ਹੁੰਦੇ ਹਨ ਉਹ ਕਦੀ ਕਿਸੇ ਨੂੰ ਮਾਫ ਨਹੀਂ ਕਰਦੇ, ਜਿਉਂਦਾ ਆਦਮੀ ਤਾਂ ਮਾਫ ਵੀ ਕਰ ਸਕਦਾ ਹੈ। ਤਾਂ ਉਸ ਚੁਆਂਗਸੇ ਨੇ ਕਿਹਾ, ਬੜੀ ਮੁਸ਼ਕਿਲ ਹੈ, ਇਹ ਹੈ ਮੁਰਦਾ, ਮੇਰੇ ਕੋਲੋਂ ਹੋ ਗਈ ਹੈ ਭੁੱਲ, ਸਿਰ 'ਚ ਲੱਗ ਗਈ ਹੈ ਇਹਦੇ ਸੱਟ। ਨਾਰਾਜ਼ ਤਾਂ ਜ਼ਰੂਰ ਹੋ ਰਿਹਾ ਹੋਏਗਾ, ਕਿਉਂਕਿ ਜੋ ਆਦਮੀ ਜਿਉਂਦਾ ਹੈ ਉਹ ਤਾਂ ਨਾਰਾਜ਼ ਵੀ ਨਹੀਂ ਹੁੰਦਾ। ਮੁਰਦੇ ਬਹੁਤ ਨਾਰਾਜ਼ ਹੁੰਦੇ ਹਨ, ਬਹੁਤ ਗੁੱਸੇ 'ਚ ਆ ਜਾਂਦੇ ਹਨ। ਇਸ ਤੋਂ ਮੰਗਦਾ ਹਾਂ ਮਾਫੀ। ਪਤਾ ਨਹੀਂ ਇਸ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਇਸ ਲਈ ਰੋਜ਼ ਮੰਗ ਲੈਣਾ। ਫਿਰ ਇੱਕ ਗੱਲ ਹੋਰ ਹੈ, ਇਹਨੂੰ ਨਾਲ ਰੱਖਣ ਨਾਲ ਮੈਨੂੰ ਇੱਕ ਫਾਇਦਾ ਹੋਇਆ। ਮੈਨੂੰ ਆਪਣੀ ਖੋਪੜੀ ਬਾਰੇ ਜੋ ਇਲੂਜ਼ਨ ਸੀ, ਜੋ ਭਰਮ ਸੀ, ਉਹ ਟੁੱਟ ਗਿਆ। ਹੁਣ ਮੇਰੇ ਸਿਰ 'ਚ ਕੋਈ ਲੱਤ ਵੀ ਮਾਰਦਾ ਹੈ ਤਾਂ ਵੀ ਮੈਂ ਹੱਸਾਂਗਾ, ਕਿਉਂਕਿ ਮੈਂ ਜਾਣਦਾ ਕਿ ਇਹ ਸਿਰ ਅੱਜ ਨਹੀਂ ਤਾਂ ਕੱਲ ਲੱਤਾਂ ਹੇਠ ਆ ਜਾਣਾ। ਤਾਂ ਜੋ ਅੱਜ ਨਹੀਂ ਕੱਲ ਲੱਤਾਂ ਹੇਠ ਆ ਜਾਣਾ ਤੇ ਉਹਦੇ ਲਈ ਪਰੇਸ਼ਾਨ ਹੋਣਾ ਕਿੱਥੋਂ ਦੀ ਸਮਝਦਾਰੀ ਹੋ ਸਕਦੀ ਹੈ। ਚੁਆਂਗਸੇ ਨੇ ਕਿਹਾ, ਇਸ ਖੋਪੜੀ ਨੂੰ ਦੇਖਦੇ ਦੇਖਦੇ ਮੈਨੂੰ ਆਪਣੀ ਖੋਪੜੀ ਬਾਰੇ ਬਹੁਤ ਸਾਰੀਆਂ ਸੱਚਾਈਆਂ ਦਾ ਪਤਾ ਲੱਗ ਗਿਆ ਹੈ। ਮੈਂ ਇਹਦੇ ਬਾਰੇ ਨਾਹੱਕ ਭਰਮ 'ਚ ਸੀ। ਮੈਂ ਇਹਨੂੰ ਸਦਾ ਉੱਚਾ ਤੇ ਉੱਪਰ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਫਿਰ ਮੈਨੂੰ ਪਤਾ ਲੱਗਿਆ ਇਹ ਤਾਂ ਹੇਠਾਂ ਡਿੱਗਣ ਨੂੰ ਹੈ। ਤਾਂ ਮੈਨੂੰ ਇੱਕ ਗੱਲ ਸੁੱਝ ਗਈ, ਇਹ ਗੱਲ ਸਾਡੇ ਵਿੱਚੋਂ ਕਿੰਨਿਆਂ ਨੂੰ ਦਿਖਾਈ ਦਿੰਦੀ ਹੈ, ਤੇ ਜੇ ਨਹੀਂ ਦਿਖਾਈ ਦਿੰਦੀ ਤਾਂ ਅਸੀਂ ਜੇ ਸੁੱਤੇ ਹੋਏ ਜਾਂ ਅੰਨਿਆਂ ਦੀ ਤਰ੍ਹਾਂ ਚੱਲ ਰਹੇ ਹਾਂ, ਇਹ ਕਹਿਣ 'ਚ ਕਿਹੜੀ ਗਲਤੀ ਹੈ। ਇਹ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਇਸੇ ਲਈ ਸਾਨੂੰ ਇਹ ਵੀ ਨਹੀਂ ਦਿਖਾਈ ਦਿੰਦਾ ਕਿ ਬਾਹਰ ਦੀ ਦੌੜ ਹਮੇਸ਼ਾ ਵਿਅਰਥ ਰਹੀ ਹੈ। ਅਸੀਂ ਵੀ ਉਸੇ ਦੌੜ 'ਚ ਦੌੜੇ ਚਲੇ ਜਾਂਦੇ ਹਾਂ। ਸਾਨੂੰ ਅਸਲ 'ਚ ਕੁਝ ਵੀ ਦਿਖਾਈ ਨਹੀਂ ਦਿੰਦਾ। ਦਿਖਾਈ ਦੇਣ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਰਿਹਾ। ਅਸੀਂ ਜੀਵਨ ਦੇ ਕਿਸੇ ਵੀ ਪੱਧਰ ਤੇ ਅੱਖ ਖੋਲ ਕੇ ਦੇਖਣ 'ਚ ਅਸਮਰਥ ਜੇ ਹੋ ਗਏ। ਅਸੀਂ ਦੇਖਦੇ ਹੀ ਨਹੀਂ, ਜਾਂ ਹੋ ਸਕਦਾ ਅਸੀਂ ਦੇਖਣਾ ਨਾ ਚਾਹੁੰਦੇ ਹੋਈਏ। ਇੱਕ ਫਕੀਰ ਸੀ ਇਬਰਾਹਿਮ, ਇੱਕ ਪਿੰਡ ਦੇ ਬਾਹਰ ਰਹਿੰਦਾ ਸੀ। ਅਨੇਕ ਰਾਹਗੀਰ ਉਸ ਰਾਹੋਂ ਲੰਘਦੇ, ਚੁਰਸਤਾ ਸੀ। ਦੂਜੇ ਰਸਤੇ ਵੀ ਉਸ ਥਾਂ ਆ ਕੇ ਮਿਲਦੇ ਤੇ ਫੁੱਟਦੇ ਸਨ। ਰਾਹਗੀਰ ਉਹਨੂੰ ਪੁੱਛ ਲੈਂਦੇ ਕਿ ਨਾਲ ਦੀ ਜੋ ਬਸਤੀ ਹੈ ਉਹਦਾ ਰਾਹ ਕਿਹੜਾ ਹੈ। ਰੋਜ਼ ਝਗੜਾ ਹੋ ਜਾਂਦਾ, ਰੋਜ਼ ਮੁਸ਼ਕਿਲ ਹੋ ਜਾਂਦੀ। ਉਹ ਫਕੀਰ ਬੜਾ ਗੜਬੜ ਵਾਲਾ ਰਿਹਾ ਹੋਏਗਾ। ਇੱਕ ਦਿਨ ਤਾਂ ਬਹੁਤ ਬਖੇੜਾ ਖੜਾ ਹੋ ਗਿਆ। ਇੱਕ ਆਦਮੀ ਨੇ ਉਹਦੇ ਸਿਰ 'ਚ ਲੱਕੜ ਕੱਢ ਮਾਰੀ। ਉਸ ਆਦਮੀ ਨੇ ਪੁੱਛਿਆ ਸੀ, ਬਸਤੀ ਦਾ ਰਾਹ ਕਿਹੜਾ? ਉਹਨੇ ਕਿਹਾ, ਪੂਰਬ ਦੀ ਤਰਫ ਚਲੇ ਜਾਓ, 2-3 ਮੀਲ ਮਗਰੋਂ ਬਸਤੀ ਆ ਜਾਏਗੀ। ਭੁੱਲ ਕੇ ਵੀ ਪੱਛਮ ਦੀ ਤਰਫ ਨਾ ਜਾਣਾ, ਉੱਥੇ ਬਸਤੀ ਨਹੀਂ ਹੈ। ਉਹ ਆਦਮੀ ਪੂਰਬ ਵੱਲ ਗਿਆ। 3 ਮੀਲਾਂ ਮਗਰੋਂ ਸ਼ਮਸ਼ਾਨ ਆ ਗਿਆ ਤਾਂ ਉਹਨੂੰ ਬੜਾ ਗੁੱਸਾ ਚੜਿਆ ਕਿ ਉਹ ਆਦਮੀ ਬੜਾ ਪਾਗਲ ਹੈ। ਵਾਪਸ ਆਇਆ ਤਾਂ ਪਤਾ ਲੱਗਿਆ ਬਸਤੀ ਤਾਂ ਪੱਛਮ ਵੱਲ ਹੈ। ਤਾਂ ਉਹ ਇਬਰਾਹਿਮ ਕੋਲ ਗਿਆ ਤੇ ਕਿਹਾ, ਤੁਹਾਡਾ ਦਿਮਾਗ ਖਰਾਬ ਹੈ, ਸ਼ਮਸ਼ਾਨ ਨੂੰ ਬਸਤੀ ਦੱਸ ਦਿਓ ਤੇ ਮੈਨੂੰ ਕਿਹਾ ਕਿ ਬਸਤੀ ਉੱਥੇ ਹੈ ਨਹੀਂ, ਪੱਛਮ ਵੱਲ ਜਿੱਥੇ ਕਿ ਬਸਤੀ ਹੈ। ਉਸ ਇਬਰਾਹਿਮ ਨੇ ਕਿਹਾ ਕਿ ਮੇਰੇ ਭਾਈ, ਬਹੁਤ ਦਿਨਾਂ ਤੋਂ ਮੈਂ ਇੱਥੇ ਰਹਿੰਦਾ,
ਸ਼ਮਸ਼ਾਨ 'ਚ ਜੋ ਲੋਕ ਵਸ ਗਏ ਹਨ, ਉਹਨੂੰ ਮੈਂ ਉੱਥੋਂ ਕਦੇ ਹਟਦੇ ਨਹੀਂ ਵੇਖਿਆ, ਇਸ ਲਈ ਉਹਨੂੰ ਬਸਤੀ ਕਹਿਣਾ। ਤੇ ਇੱਥੇ ਜੋ ਲੋਕ ਵਸਦੇ ਆ ਉਹ ਤਾਂ ਰੋਜ਼ ਹਟ ਜਾਂਦੇ ਆ, ਰੋਜ਼ ਲੰਘ ਜਾਂਦੇ ਆ। ਤਾਂ ਇੱਥੇ ਤਾਂ ਮੈਂ ਦੇਖਦਾ ਮਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਅੱਜ ਮਰੇਗਾ ਕੋਈ, ਕੱਲ ਮਰੇਗਾ ਕੋਈ, ਪਰਸੋਂ ਮਰੇਗਾ ਕੋਈ, ਉਹਨੂੰ ਬਸਤੀ ਕਿਵੇਂ ਕਹਾਂ? ਉੱਥੇ ਤਾਂ ਰੋਜ਼ ਕੋਈ ਨਾ ਕੋਈ ਵਿਦਾ ਹੁੰਦਾ ਰਹਿੰਦਾ ਹੈ। ਉੱਥੇ ਕੋਈ ਵਸਦਾ ਤਾਂ ਹੈ ਨਹੀਂ, ਲੇਕਿਨ ਉਸ ਸ਼ਮਸ਼ਾਨ 'ਚ ਜੋ ਵੀ ਵਸਿਆ ਹੈ, ਉੱਥੇ ਜੋ ਵੀ ਗਿਆ ਵਸ ਗਿਆ, ਉੱਥੋਂ ਵਾਪਸ ਜਾਂਦਾ ਕਦੀ ਦਿਖਾਈ ਨਹੀਂ ਦਿੱਤਾ। ਲੇਕਿਨ ਕੌਣ ਸਮਝੇਗਾ ਉਹਨੂੰ? ਉਸ ਆਦਮੀ ਨੇ ਤਾਂ ਮਾਰਿਆ ਇਬਰਾਹਿਮ ਨੂੰ ਤੇ ਕਿਹਾ ਕਿ ਤੁਸੀਂ ਪਾਗਲ ਹੋ, ਤੁਸੀਂ ਇੱਥੋਂ ਆਪਣਾ ਸਥਾਨ ਹਟਾ ਲਓ, ਕਿਉਂਕਿ ਤੁਸੀਂ ਮੈਨੂੰ ਹੀ ਨਹੀਂ ਕੁਰਾਹੇ ਪਾਇਆ, ਤੁਸੀਂ ਹੋਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਕੁਰਾਹੇ ਪਾ ਕੇ ਸ਼ਮਸ਼ਾਨ ਘੱਲਿਆ ਹੋਏਗਾ। ਲੇਕਿਨ ਮੈਂ ਤੁਹਾਨੂੰ ਕਹਿਣਾ, ਇਬਰਾਹਿਮ ਨੂੰ ਦਿਖਾਈ ਦਿੰਦਾ ਸੀ। ਤੇ ਸੱਚੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੀ ਦਿਖਾਈ ਦਿੰਦਾ ਹੈ, ਉਹੀ ਸਾਨੂੰ ਅਜਿਹੇ ਲੱਗਦੇ ਹੈ ਜਿਵੇਂ ਗੁੰਮਰਾਹ ਕਰ ਰਹੇ ਹਨ। ਅੰਨਿਆਂ ਦੀ ਭੀੜ ਹੈ, ਉਸ 'ਚ ਇੱਕ ਆਧ ਆਦਮੀ ਨੂੰ ਕਦੀ ਦਿਖਾਈ ਦਿੰਦਾ ਤੇ ਅੰਨੇ ਉਸ ਉੱਪਰ ਟੁੱਟ ਪੈਂਦੇ ਹਨ, ਮਾਰ ਸੁੱਟਦੇ ਹਨ ਕਿ ਇਹਨੂੰ ਖਤਮ ਕਰੋ। ਇਹ ਆਦਮੀ ਸਾਡੇ ਵਿੱਚ ਦਾ ਨਹੀਂ ਹੈ, ਕੁਝ ਗੜਬੜ ਹੈ, ਪਤਾ ਲੱਗਦਾ ਇਹਦੀਆਂ ਅੱਖਾਂ ਖਰਾਬ ਹੋ ਗਈਆਂ ਹਨ। ਇਸ ਲਈ ਸੁਕਰਾਤ ਨੂੰ ਜ਼ਹਿਰ ਪਿਆ ਦਿੰਦੇ ਹਨ, ਕ੍ਰਾਈਸਟ ਨੂੰ ਫਾਂਸੀ ਲਾ ਦਿੰਦੇ ਹਨ, ਗਾਂਧੀ ਨੂੰ ਗੋਲੀ ਮਾਰ ਦਿੰਦੇ ਹਨ। ਅੰਨਿਆਂ 'ਚ ਅੱਖ ਹੋਣੀ ਬੜੀ ਖਤਰਨਾਕ ਗੱਲ ਹੈ। ਜਿਉਂਦਾ ਰਹਿਣਾ ਬੜਾ ਮੁਸ਼ਕਿਲ ਹੈ। ਪਾਗਲਾਂ 'ਚ ਸਿਹਤਮੰਦ ਹੋਣ ਨਾਲੋਂ ਜ਼ਿਆਦਾ ਖਤਰਾ ਤੇ ਬਦਕਿਸਮਤੀ ਕੋਈ ਨਹੀਂ ਹੋ ਸਕਦੀ, ਕਿਉਂਕਿ ਪਾਗਲ ਬੇਚੈਨ ਹੋ ਜਾਂਦੇ ਆ। ਕਿਉਂ ਹੋ ਜਾਂਦੇ ਆ ਬੇਚੈਨ? ਬੇਚੈਨ ਹੋ ਜਾਂਦੇ ਇਸ ਲਈ ਕਿ ਜਦੋਂ ਵੀ ਕੋਈ ਅੱਖ ਵਾਲਾ ਆਦਮੀ ਗੈਰ ਅੱਖ ਵਾਲਿਆਂ ਦੀ ਬਸਤੀ 'ਚ ਪੈਦਾ ਹੋ ਜਾਏ ਤਾਂ ਉਹਦੀਆਂ ਅੱਖਾਂ ਸਾਡੇ ਲਈ ਨਿਰਾਦਰ ਬਣ ਜਾਂਦੀਆਂ, ਸਾਡੇ ਲਈ ਪੀੜਾਦਾਈ ਹੋ ਜਾਂਦੀਆਂ। ਉਹਦੀਆਂ ਅੱਖਾਂ ਦੇ ਹੋਣ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਅੰਨੇ ਹਾਂ ਤੇ ਕੋਈ ਵੀ ਆਪਣੇ ਆਪ ਨੂੰ ਅੰਨਾ ਨਹੀਂ ਦੇਖਣਾ ਚਾਹੁੰਦਾ। ਇਸ ਲਈ ਉਹਨੂੰ ਖਤਮ ਕਰ ਦੇਣ ਲਈ ਅਸੀਂ ਇੱਕਦਮ ਉਤਸੁਕ ਤੇ ਪਾਗਲ ਹੋ ਜਾਂਦੇ ਹਾਂ। ਉਹਨੂੰ ਖਤਮ ਕਰਕੇ ਅਸੀਂ ਬੇਫਿਕਰ ਹੋ ਜਾਂਦੇ ਹਾਂ, ਫਿਰ ਸਾਡੀ ਫਿਕਰ ਮੁੱਕ ਜਾਂਦੀ ਹੈ। ਫਿਰ ਬਾਕੀ ਸਾਰੇ ਅੰਨੇ ਹੁੰਦੇ ਆ, ਜਿਨ੍ਹਾਂ ਦੇ ਸਾਥੀ ਅਸੀਂ ਹੁੰਦੇ ਹਾਂ, ਉਹਨਾਂ ਤੋਂ ਸਾਨੂੰ ਕੋਈ ਬੇਚੈਨੀ ਨਹੀਂ। ਬਾਕੀ ਅੰਨੇ ਸਾਡਾ ਕ੍ਰਿਟਿਸਿਜ਼ਮ ਨਹੀਂ ਹਨ, ਸਾਡੀ ਆਲੋਚਨਾ ਨਹੀਂ ਹਨ, ਸਾਡਾ ਨਿਰਾਦਰ ਨਹੀਂ ਹਨ। ਲੇਕਿਨ ਅੱਖ ਵਾਲਾ ਆਦਮੀ ਸਾਡੀ ਆਲੋਚਨਾ ਹੈ, ਉਹਦਾ ਹੋਣਾ ਸਾਡੇ ਲਈ ਨਿਰਾਦਰ ਹੈ। ਲੇਕਿਨ ਅਸੀਂ ਸਾਰੇ ਜਦੋਂ ਤੱਕ ਅੱਖ ਬੰਦ ਕਰਕੇ ਚੱਲਦੇ ਰਹਾਂਗੇ, ਤਦ ਤੱਕ ਇਹ ਸੰਭਵ ਨਹੀਂ ਹੈ ਕਿ ਜੋ ਵਿਅਰਥ ਹੈ ਜੀਵਨ 'ਚੋਂ ਛੁੱਟ ਜਾਏ ਤੇ ਜੋ ਸਾਰਥਕ ਹੈ ਉਸ ਦਿਸ਼ਾ 'ਚ ਸਾਡੇ ਕਦਮ ਵੱਧ ਸਕਣ। ਸਭ ਤੋਂ ਵੱਡੀ ਕੇਂਦਰੀ ਗੱਲ ਤਾਂ ਇਹ ਹੈ ਕਿ ਜੋ ਆਦਮੀ ਅੱਖਾਂ ਖੋਲ ਕੇ ਨਹੀਂ ਦੇਖੇਗਾ, ਮਰਦੇ ਵਕਤ ਉਹਨੂੰ ਪਤਾ ਲੱਗੇਗਾ ਕਿ ਉਹਦੇ ਹੱਥ ਖਾਲੀ ਹਨ। ਜ਼ਿੰਦਗੀ ਨੂੰ ਅੱਖਾਂ ਖੋਲ ਕੇ ਦੇਖਣਾ ਜ਼ਰੂਰੀ ਹੈ। ਸ਼ਾਸਤਰਾਂ ਨੂੰ ਨਹੀਂ, ਸ਼ਾਸਤਰਾਂ ਨੂੰ ਦੇਖਣ 'ਚ ਕੋਈ ਔਖ ਨਹੀਂ ਹੈ। ਅੱਖਾਂ ਬੰਦ ਕਰਕੇ ਸ਼ਾਸਤਰ ਪੜ੍ਹੇ ਜਾ ਸਕਦੇ ਹੈ, ਲੇਕਿਨ ਜ਼ਿੰਦਗੀ ਅੱਖ ਖੋਲੇ ਬਿਨਾਂ ਨਹੀਂ ਦੇਖੀ ਜਾ ਸਕਦੀ। ਸ਼ਾਸਤਰ ਅੱਖਾਂ ਬੰਦ ਕਰਕੇ ਪੜ੍ਹੇ ਜਾ ਸਕਦੇ ਹੈ। ਜੇ ਗੱਲ ਸੱਚ ਨਾ ਹੁੰਦੀ ਤਾਂ ਸ਼ਾਸਤਰ ਪੜ੍ਹਨ ਵਾਲੇ ਲੋਕ ਸੱਚ ਨੂੰ ਹਾਸਲ ਕਰ ਲੈਂਦੇ, ਲੇਕਿਨ ਸ਼ਾਸਤਰ ਪੜ੍ਹਨ ਵਾਲੇ ਲੋਕ ਤਾਂ ਸੱਚ ਤੋਂ ਬਹੁਤ ਦੂਰ ਲੱਗਦੇ ਆ। ਅੱਖਾਂ ਬੰਦ ਕਰਕੇ ਸ਼ਾਸਤਰ ਪੜ੍ਹਨ 'ਚ ਕੋਈ ਔਖ ਨਹੀਂ। ਜਿਵੇਂ ਅੰਨੇ ਵੀ ਕਿਤਾਬ ਪੜ੍ਹ ਲੈਂਦੇ ਹਨ, ਉਹਨਾਂ ਦਾ ਆਪਣਾ ਤਰੀਕਾ ਹੁੰਦਾ ਪੜ੍ਹਨ ਦਾ, ਇਵੇਂ ਅੱਖ ਬੰਦ ਕਰਕੇ ਗੀਤਾ ਤੇ ਕੁਰਾਨ ਪੜ੍ਹੇ ਜਾ ਸਕਦੇ ਹਨ, ਕੋਈ ਔਖ ਨਹੀਂ। ਨਹੀਂ ਤਾਂ ਹਿੰਦੂ ਤੇ ਮੁਸਲਮਾਨ ਲੜਦੇ, ਮੌਲਵੀ ਤੇ ਪੰਡਤ ਲੜਦੇ। ਜੇ ਅੱਖ ਖੋਲ ਕੇ ਸ਼ਾਸਤਰ ਪੜ੍ਹੇ ਹੁੰਦੇ ਤਾਂ ਲੜਾਈ ਹੋ ਸਕਦੀ ਸੀ, ਲੇਕਿਨ ਅੱਖ ਖੋਲਣ ਦੀ ਕੋਈ ਸ਼ਰਤ ਨਹੀਂ ਹੈ। ਸ਼ਾਸਤਰ ਪੜ੍ਹਨ ਵਿੱਚ ਅੱਖਾਂ ਬੰਦ ਕਰਕੇ ਮਜ਼ੇ ਨਾਲ ਪੜ੍ਹੇ ਜਾ ਸਕਦੇ ਆ। ਲੇਕਿਨ ਜ਼ਿੰਦਗੀ ਨੂੰ ਜਿਹਨੇ ਦੇਖਣਾ ਹੋਵੇ ਉਹਨੂੰ ਤਾਂ ਅੱਖ ਖੋਲਣੀ ਪਏਗੀ। ਜ਼ਿੰਦਗੀ ਅੱਖ ਬੰਦ ਕਰਕੇ ਨਹੀਂ ਵੇਖੀ ਜਾ ਸਕਦੀ। ਜ਼ਿੰਦਗੀ ਚਾਰੇ ਪਾਸੇ ਮੌਜੂਦ ਹੈ। ਜ਼ਿੰਦਗੀ ਦੀਆਂ ਭੁੱਲਾਂ ਚੁੱਕਾਂ ਚਾਰੇ ਪਾਸੇ ਮੌਜੂਦ ਹਨ। ਰਾਹ ਤੇ ਹਜ਼ਾਰਾਂ ਲੋਕ ਚੱਲ ਰਹੇ ਹਨ, ਉਹਨਾਂ ਦੇ ਪੈਰ ਡਾਵਾਂਡੋਲ ਹੋ ਰਹੇ ਹਨ, ਉਹ ਡਿੱਗ ਰਹੇ ਹਨ। ਰੋਜ਼ ਕੋਈ ਡਿੱਗ ਜਾਂਦਾ ਹੈ, ਰੋਜ਼ ਸਾਡੇ ਚਾਰੇ ਪਾਸੇ ਕੋਈ ਮਿਟ ਜਾਂਦਾ ਹੈ, ਉਹਦੇ ਹੱਥ ਖਾਲੀ ਹੁੰਦੇ ਹਨ। ਫਿਰ ਵੀ ਅਸੀਂ ਅੱਖ ਖੋਲ ਕੇ ਨਹੀਂ ਦੇਖਦੇ। ਅਸੀਂ ਆਪਣੀ ਦੌੜ 'ਚ ਇੰਨੇ ਰੁੱਝੇ ਹੋਏ ਹਾਂ ਕਿ ਅੱਖ ਖੋਲਣ ਦੀ ਵੇਲ ਨਹੀਂ। ਇੱਕ ਗੱਲ ਤਾਂ ਜਾਣਨੀ ਜ਼ਰੂਰੀ ਹੈ, ਥੋੜਾ ਠਹਿਰ ਕੇ ਜ਼ਿੰਦਗੀ ਨੂੰ ਦੇਖਣਾ ਲਾਜ਼ਮੀ ਹੈ। 24 ਘੰਟਿਆਂ 'ਚ ਕਦੀ ਥੋੜੀ ਦੇਰ ਰੁਕ ਕੇ ਜ਼ਿੰਦਗੀ ਨੂੰ ਦੇਖੋ। ਜਿਸ ਰਾਹ ਉੱਤੇ ਤੁਸੀਂ ਰਹਿੰਦੇ ਹੋ, ਕਦੀ ਅੱਧਾ ਘੰਟਾ ਉਸ ਰਾਹ ਦੇ ਕੰਢੇ ਬੈਠ ਕੇ ਭੱਜਦੇ ਹੋਏ ਲੋਕਾਂ ਨੂੰ ਦੇਖਿਆ? ਨਹੀਂ ਦੇਖਿਆ ਹੋਏਗਾ। ਕਿਸ ਨੂੰ ਵੇਲ ਹੈ? ਜੇ ਰਾਹ ਦੇ ਕੰਢੇ ਵੀ ਅੱਧਾ ਘੰਟਾ ਬੈਠ ਕੇ ਭੱਜਦੇ ਲੋਕਾਂ ਨੂੰ ਦੇਖਿਆ ਹੁੰਦਾ ਤਾਂ ਬਹੁਤ ਘਬਰਾਹਟ ਹੁੰਦੀ ਕਿ ਕੀ ਇਹ ਲੋਕ ਪਾਗਲ ਹਨ? ਕਿੱਧਰ ਭੱਜੇ ਜਾ ਰਹੇ ਹਨ? ਇਹ ਕੀ ਕਰ ਰਹੇ ਹਨ? ਕਦੀ ਗੌਰ ਨਾਲ ਆਪਣੀ ਪਤਨੀ ਦਾ ਚਿਹਰਾ ਵੀ ਦੇਖਿਆ? ਕਦੀ ਗੌਰ ਨਾਲ ਆਪਣੇ ਪਤੀ ਨੂੰ ਦੇਖਿਆ? ਕਦੀ ਸ਼ਾਂਤੀ ਨਾਲ 15 ਮਿੰਟ ਮੌਨ 'ਚ ਆਪਣੇ ਬੱਚੇ ਨੂੰ ਦੇਖਿਆ? ਨਹੀਂ, ਕਿਸੇ ਨੂੰ ਵੇਲ ਨਹੀਂ ਹੈ।
ਜ਼ਿੰਦਗੀ ਕੀ ਦੇਖੋਗੇ ਤੁਸੀਂ? ਪਰਮਾਤਮਾ ਦੇ ਦਰਸ਼ਨ ਕੀ ਕਰੋਗੇ? ਬਹੁਤ ਦੂਰ ਦੀਆਂ ਗੱਲਾਂ ਹਨ। ਆਲੇ ਦੁਆਲੇ ਜੋ ਸਾਡੇ ਚਾਰੇ ਪਾਸੇ ਮੌਜੂਦ ਹਨ, ਉਹਨਾਂ ਵੱਲ ਵੀ ਸਾਡੀਆਂ ਅੱਖਾਂ ਖੁੱਲੀਆਂ ਹੋਈਆਂ ਨਹੀਂ ਹਨ। ਤੁਹਾਡੇ ਦੁਆਰ ਤੇ ਜੋ ਦਰਖਤ ਲੱਗਿਆ ਹੈ, ਕਦੀ 2 ਪਲ ਉਹਨੂੰ ਦੇਖਿਆ? ਕਿਸ ਕੋਲ ਵੇਲ ਹੈ? ਅਸਮਾਨ 'ਚ ਇੰਨੇ ਤਾਰੇ ਨਿਕਲਦੇ ਹਨ ਰੋਜ਼ ਰਾਤੀ, ਕਦੀ ਅੱਧੀ ਘੜੀ ਮੌਨ ਉਹਨਾਂ ਵੱਲ ਨਿਹਾਰਿਆ? ਕਿਸ ਨੂੰ ਵੇਲ ਹੈ? ਕਿਸ ਕੋਲ ਸਮਾਂ ਹੈ? ਦੌੜ ਹੈ ਤੇਜ਼ ਤੇ ਰੁਕਣ ਦਾ ਕਿਸੇ ਕੋਲ ਕੋਈ ਸਮਾਂ ਨਹੀਂ। ਤੇ ਦੌੜ ਕਿੱਥੇ ਲੈ ਜਾਂਦੀ ਹੈ? ਬੜੀ ਤੇਜ਼ੀ ਨਾਲ ਦੌੜ ਕੇ ਮੌਤ ਵਿੱਚ ਪਹੁੰਚ ਜਾਂਦੇ ਹਾਂ ਤੇ ਰੁਕਣ ਦਾ ਕਿਸੇ ਕੋਲ ਸਮਾਂ ਨਹੀਂ ਹੈ। ਤੇ ਮੈਂ ਬੇਨਤੀ ਕਰਾਂਗਾ, ਜੇ ਜੀਵਨ 'ਚ ਕਿਤੇ ਪਹੁੰਚਣਾ ਹੋਵੇ ਤਾਂ ਥੋੜ੍ਹੀ ਦੇਰ ਰੁਕਣਾ ਵੀ ਸਿੱਖਣਾ ਚਾਹੀਦਾ ਹੈ। ਉਹੀ ਥੋੜ੍ਹੇ ਜਿਹੇ ਲੋਕ ਰੁਕਣ 'ਚ ਸਮਰੱਥ ਹੋ ਜਾਂਦੇ ਹਨ, ਦੇਖਣ 'ਚ ਸਮਰੱਥ ਹੋ ਜਾਂਦੇ ਹਨ। ਦੇਖਣ ਦੀ ਪਹਿਲੀ ਸ਼ਰਤ ਹੈ ਰੁਕਣਾ। ਥੋੜ੍ਹੀ ਦੇਰ ਰੁਕ ਕੇ ਦੇਖੋ ਤਾਂ ਚਾਰੇ ਪਾਸੇ ਦੇਖੋ ਕੀ ਹੋ ਰਿਹਾ। ਜੇ ਚਾਰੇ ਪਾਸੇ ਤੁਸੀਂ ਗੌਰ ਨਾਲ ਦੇਖੋਗੇ ਤਾਂ ਉਹ ਭੁੱਲਾਂ ਤੁਸੀਂ ਨਹੀਂ ਕਰੋਗੇ ਜੋ ਤੁਹਾਡੇ ਚਾਰੇ ਪਾਸੇ ਹੋ ਰਹੀਆਂ ਹਨ। ਇੱਕ ਛੋਟੀ ਜਿਹੀ ਕਹਾਣੀ ਦੱਸਾਂ, ਉਸ ਨਾਲ ਮੇਰੀ ਗੱਲ ਸਮਝ ਆ ਜਾਏਗੀ। ਇੱਕ ਨੌਜਵਾਨ ਇੱਕ ਰਾਤ ਆਪਣੇ ਮਿੱਤਰ ਦੇ ਘਰ 'ਚ ਰਾਜਧਾਨੀ 'ਚ ਆ ਕੇ ਠਹਿਰਿਆ। ਫਿਕਰਮੰਦ ਸੀ, ਰਾਤ ਪਾਸੇ ਬਦਲਦਾ ਸੀ, ਨੀਂਦ ਨਹੀਂ ਸੀ ਆਉਂਦੀ। ਉਹਦੇ ਮਿੱਤਰ ਨੇ ਪੁੱਛਿਆ, ਕੀ ਗੱਲ ਹੈ? ਪੁਰਾਣੇ ਦਿਨਾਂ ਦੀ ਗੱਲ ਹੈ, ਅੱਜ ਦੀ ਗੱਲ ਨਹੀਂ ਤਾਂ ਕਿੰਨੇ ਵੀ ਪਾਸੇ ਬਦਲੋ, ਕੋਈ ਮਿੱਤਰ ਨਹੀਂ ਪੁੱਛੇਗਾ ਕਿ ਕੀ ਗੱਲ ਹੈ। ਇਹ ਤਾਂ ਬਹੁਤ ਪੁਰਾਣੀ ਕਹਾਣੀ ਹੈ। ਉਸ ਵਕਤ ਮਿੱਤਰ ਪੁੱਛਦੇ ਸਨ, ਕਿਸੇ ਨੂੰ ਪਾਸਾ ਬਦਲਦੇ ਦੇਖਦੇ ਸਨ ਤਾਂ ਪੁੱਛਦੇ ਸਨ, ਕੀ ਗੱਲ ਹੈ? ਹੁਣ ਤਾਂ ਕੋਈ ਵੀ ਨਹੀਂ ਪੁੱਛਦਾ। ਜੇ ਤੁਸੀਂ ਪਾਸਾ ਬਦਲੋ, ਉਹ ਡੂੰਘੀ ਨੀਂਦ ਸੌਂ ਜਾਂਦਾ। ਲੇਕਿਨ ਪੁਰਾਣੀ ਕਹਾਣੀ ਹੈ, ਇਸ ਲਈ ਮੈਂ ਉਹਨੂੰ ਬਦਲਿਆ ਨਹੀਂ, ਉਵੇਂ ਹੀ ਰਹਿਣ ਦਿੱਤਾ। ਉਹ ਪਾਸੇ ਬਦਲਦਾ ਸੀ ਤਾਂ ਉਹਦੇ ਮਿੱਤਰ ਨੇ ਪੁੱਛਿਆ, ਕੀ ਗੱਲ ਹੈ? ਨੀਂਦ ਨਹੀਂ ਆਉਂਦੀ? ਕੋਈ ਦਰਦ, ਕੋਈ ਬੇਚੈਨੀ? ਉਸ ਨੌਜਵਾਨ ਨੇ ਕਿਹਾ, ਮਨ 'ਚ ਬਹੁਤ ਬੇਚੈਨੀ ਹੈ। ਜਿਸ ਗੁਰੂਕੁਲ 'ਚ ਮੈਂ ਪੜ੍ਹਦਾ ਸੀ 10 ਸਾਲ ਉੱਥੇ ਰਿਹਾ। ਗੁਰੂ ਨੇ ਭੋਜਨ ਦਿੱਤਾ, ਗੁਰੂ ਨੇ ਕੱਪੜਾ ਦਿੱਤਾ, ਗੁਰੂ ਨੇ ਗਿਆਨ ਦਿੱਤਾ, ਸਭ ਕੁਝ ਲਿਆ ਉਹਨਾਂ ਤੋਂ, ਤੇ ਮੇਰੇ ਕੋਲ ਇੱਕ ਕੌਡੀ ਵੀ ਨਹੀਂ ਸੀ ਕਿ ਉਹਨੂੰ ਭੇਟ ਕਰ ਸਕਦਾ। ਜਦੋਂ ਅਖੀਰ ਮੈਂ ਵਿਦਾ ਹੋਇਆ, ਮੇਰੇ ਸਾਰੇ ਮਿੱਤਰਾਂ ਨੇ ਕੁਝ ਨਾ ਕੁਝ ਗੁਰੂ ਨੂੰ ਭੇਂਟ ਕੀਤਾ। ਮੈਂ ਕੁਝ ਵੀ ਭੇਂਟ ਨਹੀਂ ਦੇ ਸਕਿਆ। ਅੱਜ ਉੱਥੋਂ ਪਰਤਿਆ ਹਾਂ ਗੁਰੂਕੁਲ ਤੋਂ, ਮੇਰੀਆਂ ਅੱਖਾਂ ਵਿੱਚੋਂ ਹੰਝੂ ਹਨ ਤੇ ਮੇਰੇ ਦਿਲ 'ਚ ਬੜੀ ਚੀਸ ਹੈ ਕਿ ਮੈਂ ਗੁਰੂ ਨੂੰ ਕੁਝ ਵੀ ਭੇਂਟ ਨਹੀਂ ਕਰ ਸਕਿਆ। ਉਸਦੇ ਮਿੱਤਰ ਨੇ ਪੁੱਛਿਆ, ਤੁਸੀਂ ਕੀ ਭੇਂਟ ਕਰਨਾ ਚਾਹੁੰਦੇ ਹੋ? ਜ਼ਿਆਦਾ ਨਹੀਂ, ਉਹਨੇ ਕਿਹਾ, 5 ਸੋਨੇ ਦੀਆਂ ਸ਼ਰਫੀਆਂ ਮਿਲ ਜਾਣ ਤਾਂ ਬਹੁਤ ਹੈ। ਉਹਦੇ ਮਿੱਤਰ ਨੇ ਕਿਹਾ, ਫਿਕਰ ਨਾ ਕਰੋ, ਇਸ ਨਗਰ ਦਾ ਜੋ ਰਾਜਾ ਹੈ, ਉਹਦਾ ਨਿਯਮ ਹੈ, ਉਹਦਾ ਵਰਤ ਹੈ ਕਿ ਪਹਿਲਾ ਜਾਚਕ ਉਸ ਤੋਂ ਜੋ ਵੀ ਮੰਗ ਲਏ ਉਹ ਭੇਂਟ ਕਰ ਦਿੰਦਾ ਹੈ। ਤਾਂ ਤੁਸੀਂ ਕੱਲ ਜਲਦੀ ਜਾਣਾ, ਸੁਬਾਹ ਰਾਜੇ ਤੋਂ ਮੰਗ ਲੈਣਾ, 5 ਸ਼ਰਫੀਆਂ ਮਿਲ ਜਾਣਗੀਆਂ, ਔਖੀਆਂ ਨਹੀਂ। ਉਹ ਨੌਜਵਾਨ ਸਾਰੀ ਰਾਤ ਸੌ ਨਾ ਸਕਿਆ। ਜਿਸ ਨੂੰ ਸੁਬਾਹ 5 ਸ਼ਰਫੀਆਂ ਮਿਲਣੀਆਂ ਹੋਣ, ਉਹ ਕਦੇ ਸਾਰੀ ਰਾਤ ਸੌ ਸਕਦਾ? ਉਹ ਵੀ ਨਾ ਸੌ ਸਕਿਆ। ਸੁਬਾਹ ਜਲਦੀ ਹਨੇਰੇ 'ਚ ਹੀ ਭੱਜਦਾ ਹੋਇਆ ਰਾਜ ਮਹਿਲ 'ਚ ਪਹੁੰਚ ਗਿਆ। ਰਾਜਾ ਨਿਕਲਿਆ ਤਾਂ ਉਹਨੇ ਕਿਹਾ ਕਿ ਮੈਂ ਪਹਿਲਾ ਜਾਚਕ ਹਾਂ, ਮੇਰੀ ਮੰਗ ਹੈ, ਥੋੜੀ ਜਿਹੀ ਪੂਰੀ ਕਰ ਦਿਓ। ਰਾਜੇ ਨੇ ਕਿਹਾ, ਸਵਾਗਤ ਹੈ ਤੁਹਾਡਾ, ਤੇ ਤੁਸੀਂ ਅੱਜ ਦੇ ਹੀ ਪਹਿਲੇ ਜਾਚਕ ਨਹੀਂ, ਮੇਰੇ ਜੀਵਨ ਦੇ ਵੀ ਪਹਿਲੇ ਜਾਚਕ ਹੋ। ਇਹ ਸਾਡਾ ਰਾਜ ਬੜਾ ਭਰਪੂਰ ਹੈ, ਕੋਈ ਮੰਗਣ ਨਹੀਂ ਆਉਂਦਾ। ਇਸ ਲਈ ਤਾਂ ਮੈਂ ਵੀ ਹਿੰਮਤ ਕਰ ਸਕਿਆ ਕਿ ਕੋਈ ਜੋ ਵੀ ਮੰਗਣ ਆਏਗਾ ਉਹਨੂੰ ਦੇ ਦਿਆਂਗਾ, ਨਹੀਂ ਤਾਂ ਮੈਂ ਕਿਵੇਂ ਹਿੰਮਤ ਕਰ ਸਕਦਾ ਸੀ। ਲੇਕਿਨ ਅੱਜ ਤੱਕ ਕੋਈ ਮੰਗਣ ਆਇਆ ਨਹੀਂ। ਤੁਸੀਂ ਪਹਿਲੇ ਹੀ ਜਾਚਕ ਹੋ, ਅੱਜ ਦੇ ਹੀ ਨਹੀਂ, ਪੂਰੇ ਜੀਵਨ ਦੇ। ਤੁਸੀਂ ਜੋ ਵੀ ਮੰਗੋਗੇ ਮੈਂ ਦੇ ਦਿਆਂਗਾ। ਰਾਜੇ ਨੇ ਕਿਹਾ, ਜੋ ਵੀ ਮੰਗੋਗੇ ਮੈਂ ਦੇ ਦਿਆਂਗਾ। ਨੌਜਵਾਨ ਦੇ ਅੰਦਰ 5 ਸ਼ਰਫੀਆਂ ਮਿਟ ਗਈਆਂ। ਖਿਆਲ ਉਹਨੂੰ ਭੁੱਲ ਗਿਆ। ਉਹਨੇ ਸੋਚਿਆ, ਜੋ ਵੀ ਮੰਗੋਗੇ ਦਿਆਂਗਾ ਤਾਂ ਮੈਂ ਪਾਗਲ ਹਾਂ? ਜੋ 5 ਮੰਗਾ 50 ਕਿਉਂ ਨਾ ਮੰਗਾ? 500 ਜਾਂ 50,000 ਜਾਂ 5 ਲੱਖ? ਗਿਣਤੀ ਵੱਧ ਹੁੰਦੀ ਗਈ। ਰਾਜਾ ਸਾਹਮਣੇ ਖੜਾ ਸੀ, ਅੰਦਰ ਗਿਣਤੀ ਵੱਧਦੀ ਜਾਂਦੀ ਸੀ। ਨੌਜਵਾਨ ਤੈਅ ਨਾ ਕਰ ਸਕਿਆ ਕਿ ਕਿੰਨਾ ਮੰਗਾ, ਕਿਉਂਕਿ ਰਾਜਾ ਕਹਿੰਦਾ ਹੈ, ਜੋ ਵੀ ਮੰਗੋਗੇ। ਉਹ ਭੁੱਲ ਗਿਆ ਕਿ 5 ਸ਼ਰਫੀਆਂ ਮੰਗਣ ਆਇਆ ਸੀ। ਜ਼ਰੂਰਤ ਮੇਰੀ 5 ਦੀ ਸੀ, ਜ਼ਰੂਰਤ ਖਤਮ ਹੋ ਗਈ ਹੁਣ। ਜ਼ਰੂਰਤ ਕੋਈ ਵੀ ਨਹੀਂ ਸੀ, ਹੁਣ ਤਾਂ ਗਿਣਤੀ ਦਾ ਸਵਾਲ ਸੀ। ਰਾਜੇ ਨੇ ਕਿਹਾ, ਤੁਸੀਂ ਫਿਕਰਮੰਦ ਲੱਗਦੇ ਹੋ, ਵਿਚਾਰ ਨਹੀਂ ਕੀਤਾ ਜਾ ਰਿਹਾ। ਤੁਸੀਂ ਸੋਚ ਲਓ, ਠੀਕ ਤਰ੍ਹਾਂ ਮੈਂ ਘੁੰਮ ਕੇ ਆਇਆ, ਬਾਗ 'ਚ ਇੱਕ ਚੱਕਰ ਲਗਾਵਾਂ। ਨੌਜਵਾਨ ਨੇ ਕਿਹਾ, ਠੀਕ ਹੈ, ਬੜੀ ਕਿਰਪਾ, ਤੁਸੀਂ ਚੱਕਰ ਲਗਾਓ, ਮੈਂ ਥੋੜਾ ਵਿਚਾਰ ਕਰ ਲਵਾਂ। ਵਿਚਾਰ ਕੀ ਕਰਨਾ ਸੀ? ਗਿਣਤੀਆਂ ਤੇ ਗਿਣਤੀਆਂ ਵੱਧਦੀਆਂ ਚਲੀਆਂ ਗਈਆਂ। ਆਖਰ ਗਿਣਤੀ ਦਾ ਅੰਤ ਹੋ ਗਿਆ। ਜਿੰਨੀਆਂ ਗਿਣਤੀਆਂ ਉਹਨੂੰ ਪਤਾ ਸਨ, ਅੱਜ ਉਹਦੇ ਦਿਲ 'ਚ ਬੜਾ ਦੁੱਖ ਤੇ ਬੜੀ ਪੀੜਾ ਘਿਰ ਗਈ। ਉਹਦੇ ਗੁਰੂ ਨੇ ਬਹੁਤ ਕਿਹਾ ਕਿ ਗਣਿਤ ਸਿੱਖੋ, ਲੇਕਿਨ ਗਣਿਤ ਵਿੱਚ ਉਹ ਕਮਜ਼ੋਰ ਰਿਹਾ। ਸੋਚਦਾ ਸੀ, ਗਣਿਤ ਦਾ ਫਾਇਦਾ ਕੀ? ਆਖਰ ਇੰਨਾ ਸਿੱਖਣ ਦਾ। ਅੱਜ ਪਤਾ ਲੱਗਿਆ ਫਾਇਦਾ ਸੀ। ਅੱਜ ਗਿਣਤੀ ਅਟਕ ਗਈ ਇੱਕ ਥਾਂ ਜਾ ਕੇ। ਉਹਦੇ ਬਾਹਰ, ਉਸ ਤੋਂ ਉੱਪਰ ਕੋਈ ਗਿਣਤੀ ਉਹਨੂੰ ਪਤਾ ਨਹੀਂ। ਇੰਨਾ ਹੀ ਮੰਗ ਕੇ ਪਰਤ ਜਾਣਾ ਪਏਗਾ। ਪਤਾ ਨਹੀਂ ਰਾਜੇ ਕੋਲ ਪਿੱਛੇ ਹੋਰ ਕਿੰਨਾ ਬਚ ਜਾਏ।
ਇੱਕ ਮੌਕਾ ਮਿਲਿਆ ਸੀ, ਉਹ ਗਵਾਇਆ ਜਾ ਰਿਹਾ। ਮਿਲਣ ਦੀ ਖੁਸ਼ੀ ਨਾ ਰਹੀ, ਜੋ ਛੁੱਟਦਾ ਸੀ ਉਹਦੇ ਦੁੱਖ ਨੇ ਪਕੜ ਲਿਆ। ਸਾਰਿਆਂ ਨਾਲ ਅਜਿਹਾ ਹੁੰਦਾ ਹੈ, ਉਹਦੇ ਨਾਲ ਵੀ ਅਜਿਹਾ ਹੀ ਹੋਇਆ। ਰਾਜਾ ਪਰਤ ਕੇ ਆ ਗਿਆ। ਉਹਨੇ ਪੁੱਛਿਆ, ਲੱਗਦਾ ਹੈ ਬੇਫਿਕਰ ਹੋ ਕੇ ਤੁਸੀਂ ਸੋਚ ਲਿਆ। ਤਦ ਨੌਜਵਾਨ ਨੇ ਆਖਰੀ ਛਾਲ ਮਾਰੀ। ਉਹਨੂੰ ਇੱਕਦਮ ਅੰਤਰ ਦ੍ਰਿਸ਼ਟੀ ਮਿਲੀ। ਗਿਣਤੀਆਂ ਤਾਂ ਖਤਮ ਹੋ ਗਈਆਂ ਸਨ। ਉਹਨੇ ਸੋਚਿਆ, ਗਿਣਤੀਆਂ ਦੀ ਗੱਲ ਹੀ ਬੰਦ ਕਰਾਂ। ਰਾਜੇ ਦੇ ਕੋਲ ਜੋ ਕੁਝ ਹੈ ਸਭ ਮੰਗ ਲਵਾਂ। ਰਾਜੇ ਨੂੰ ਕਹਿ ਦਿਆਂ ਕਿ 2 ਵਸਤਰ ਤੁਹਾਡੇ ਲਈ ਕਾਫੀ ਹਨ। ਪਹਿਨੇ ਹੋਏ ਬਾਹਰ ਨਿਕਲ ਜਾਓ। ਹੁਣ ਅੰਦਰ ਜਾਣ ਦੀ ਵੀ ਕੋਈ ਲੋੜ ਨਹੀਂ। ਜਿਵੇਂ ਮੈਂ 2 ਵਸਤਰ ਪਹਿਨ ਕੇ ਆਇਆ, ਐਵੇਂ ਤੁਸੀਂ ਵੀ ਵਿਦਾ ਹੋ ਜਾਓ। ਸਭ ਮੇਰਾ ਹੋਇਆ ਗਿਣਤੀਆਂ 'ਚ ਭੁੱਲ ਚੁੱਕ ਹੋ ਸਕਦੀ ਹੈ, ਇਸ ਲਈ ਸਭ ਮੰਗ ਲੈਣਾ ਠੀਕ ਹੈ। ਜੋ ਵੀ ਗਣਿਤ ਵਿੱਚ ਠੀਕ ਠੀਕ ਸਮਝਦਾ ਹੈ ਉਹ ਵੀ ਇਹੋ ਕਰਦਾ। ਸੋਚਿਆ ਸੀ ਰਾਜਾ ਘਬਰਾ ਜਾਏਗਾ। ਗੱਲ ਲੇਕਿਨ ਉਲਟੀ ਹੋ ਗਈ। ਕਈ ਵਾਰ ਕਿਸ਼ਤੀ ਉੱਤੇ ਲੋਕ ਸਵਾਰ ਹੁੰਦੇ ਹਨ, ਕਦੀ ਕਦੀ ਕਿਸ਼ਤੀ ਵੀ ਲੋਕਾਂ ਉੱਤੇ ਸਵਾਰ ਹੋ ਜਾਂਦੀ ਹੈ। ਉਸ ਦਿਨ ਵੀ ਅਜਿਹਾ ਹੀ ਹੋ ਗਿਆ। ਉਸ ਨੌਜਵਾਨ ਨੇ ਸੋਚਿਆ ਸੀ ਰਾਜਾ ਘਬਰਾ ਜਾਏਗਾ, ਇੱਕਦਮ ਸਮਰਾਟ ਤੋਂ ਹੋ ਜਾਏਗਾ 2 ਕੌਡੀਆਂ ਦਾ ਭਿਖਾਰੀ। ਕੋਈ ਵੀ ਘਬਰਾ ਜਾਏਗਾ, ਹੋ ਸਕਦਾ ਮਰ ਹੀ ਜਾਏ। ਲੇਕਿਨ ਗੱਲ ਹੋ ਗਈ ਉਲਟੀ। ਜਿਵੇਂ ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਸਭ ਦੇ ਦਿਓ, ਜੋ 2 ਕੱਪੜੇ ਪਹਿਨੇ ਹੈ, ਸਿਰਫ ਇਹੀ ਲੈ ਕੇ ਬਾਹਰ ਨਿਕਲ ਜਾਓ। ਉਸ ਰਾਜੇ ਨੇ ਹੱਥ ਜੋੜੇ ਅਸਮਾਨ ਵੱਲ ਤੇ ਕਿਹਾ, 2 ਕੱਪੜੇ ਨਹੀਂ, 2 ਕੱਪੜੇ ਵੀ ਨਹੀਂ ਲੈ ਜਾਵਾਂਗਾ। ਇੰਨਾ ਵੀ ਦੁੱਖ ਤੈਨੂੰ ਨਹੀਂ ਦਿਆਂਗਾ ਕਿ 2 ਕੱਪੜੇ ਲੈ ਜਾਵਾਂ, ਉਹ ਵੀ ਛੱਡ ਦੇਣਾ, ਨੰਗਾ ਹੀ ਬਾਹਰ ਨਿਕਲ ਜਾਣਾ। ਨੌਜਵਾਨ ਤਾਂ ਬਹੁਤ ਘਬਰਾ ਗਿਆ। ਗੱਲ ਕੀ ਹੈ? ਉਹਨੇ ਪੁੱਛਿਆ, ਗੱਲ ਕੀ ਹੈ? ਇੰਨੇ ਪ੍ਰਸ਼ਨ ਕਿਉਂ ਹਨ? ਇੰਨੇ ਆਨੰਦ 'ਚ ਕਿਉਂ ਹਨ? ਰਾਜੇ ਨੇ ਕਿਹਾ, ਮੇਰੇ ਕੋਲੋਂ ਨਾ ਪੁੱਛ, ਮਹਿਲ 'ਚ ਰਹਿ ਤੇ ਦੇਖ, ਰਾਜ ਨੂੰ ਸੰਭਾਲ ਤੇ ਸਮਝ। ਆਖਰ ਮੈਂ ਵੀ ਮੁਫਤ 'ਚ ਨਹੀਂ ਜਾਣਿਆ। 30 ਸਾਲ ਇਹਨਾਂ ਕੰਧਾਂ ਅੰਦਰ ਬਿਤਾਏ ਹਨ, ਤਦ ਸਮਝ ਸਕਿਆ। ਤਾਂ ਤੂੰ ਵੀ ਰਹਿ ਤੇ ਵਿਚਾਰ। ਅਜੇ ਤੂੰ ਜਵਾਨ ਹੈ, ਇੰਨੀ ਜਲਦੀ ਵੀ ਕਾਹਦੀ ਹੈ? ਮੇਰੇ ਕੋਲੋਂ ਕੀ ਪੁੱਛਦਾ ਹੈ? ਤੇ ਦੁਨੀਆ 'ਚ ਕੋਈ ਕਿਸੇ ਤੋਂ ਪੁੱਛ ਕੇ ਕਦੀ ਸਮਝਿਆ? ਕੋਈ ਵੀ ਨਹੀਂ ਸਮਝ ਸਕਦਾ। ਤੂੰ ਰੁਕ ਤੇ ਠਹਿਰ ਤੇ ਮੈਂ ਜਾਣਾ, ਇਹ ਕੱਪੜੇ ਵੀ ਸੰਭਾਲ। ਉਹ ਨੌਜਵਾਨ ਬੋਲਿਆ, ਠਹਿਰੋ, ਇੱਕ ਪਲ ਠਹਿਰੋ, ਮੈਂ ਤਜਰਬੇਕਾਰ ਨਹੀਂ ਹਾਂ, ਇੱਕ ਮੌਕਾ ਮੈਨੂੰ ਸੋਚਣ ਦਾ ਹੋਰ ਦਿਓ। ਰਾਜੇ ਨੇ ਕਿਹਾ ਕਿ ਨਹੀਂ, ਜੋ ਸੋਚਦਾ ਉਹ ਮੁਸ਼ਕਿਲ 'ਚ ਪੈ ਜਾਂਦਾ ਹੈ। ਇਸ ਲਈ ਤਾਂ ਦੁਨੀਆ 'ਚ ਕੋਈ ਸੋਚਦਾ ਨਹੀਂ, ਹਰ ਆਦਮੀ ਬਿਨਾਂ ਸੋਚੇ ਹੀ ਚਲਾ ਜਾਂਦਾ। ਤੂੰ ਵੀ ਨਾ ਸੋਚ। ਸੋਚਣ ਵਾਲੇ ਮੁਸ਼ਕਿਲ 'ਚ ਪੈ ਜਾਂਦੇ ਨੇ। ਸੋਚਣ ਵਾਲਿਆਂ ਦੇ ਸਾਹਮਣੇ ਜੀਵਨ ਇੱਕ ਸਮੱਸਿਆ ਬਣ ਜਾਂਦੀ ਹੈ, ਸੋਚਣ ਵਾਲਿਆਂ ਲਈ ਜੀਵਨ ਇੱਕ ਸਾਧਨਾ ਬਣ ਜਾਂਦਾ ਹੈ। ਸੋਚਣਾ, ਅਜੇ ਜ਼ਿੰਦਗੀ ਪਈ ਹੈ, ਖੂਬ ਸੋਚ ਲੈਣਾ ਬਾਅਦ ਵਿੱਚ। ਪਹਿਲਾਂ ਤੂੰ ਅੰਦਰ ਜਾ, ਮੈਂ ਬਾਹਰ ਜਾਵਾਂ। ਜਿੰਨਾ ਰਾਜੇ ਨੇ ਕਿਹਾ ਕਿ ਤੂੰ ਸੰਭਾਲ, ਓਨਾ ਹੀ ਨੌਜਵਾਨ ਢਿੱਲਾ ਹੁੰਦਾ ਗਿਆ। ਉਸ ਨੌਜਵਾਨ ਦੇ ਹੱਥ ਪੈਰ ਢਿੱਲੇ ਹੋ ਗਏ। ਉਹਨੇ ਕਿਹਾ, ਮਾਫ ਕਰੋ, ਇੱਕ ਮੌਕਾ ਮੈਨੂੰ ਦਿਓ। ਮੈਂ ਨਾ ਸਮਝਾਂ, ਤੁਸੀਂ ਮੇਰੇ ਪਿਤਾ ਦੀ ਉਮਰ ਦੇ ਹੋ, ਮੇਰੇ ਉੱਪਰ ਇੰਨੀ ਕਿਰਪਾ ਕਰੋ, ਇੱਕ ਬਾਗ ਦਾ ਚੱਕਰ ਹੋਰ ਲਗਾਓ, ਮੈਂ ਇੱਕ ਵਾਰ ਹੋਰ ਸੋਚ ਲਵਾਂ। ਰਾਜੇ ਨੇ ਕਿਹਾ ਕਿ ਦੇਖ, ਬਾਗ ਦਾ ਚੱਕਰ ਤਾਂ ਮੈਂ ਲਗਾ ਆਵਾਂਗਾ, ਲੇਕਿਨ ਤੂੰ ਇੱਥੇ ਮੈਨੂੰ ਵਾਪਸ ਮਿਲੇਗਾ ਵੀ ਕਿ ਨਹੀਂ, ਇਸ 'ਚ ਸੰਦੇਹ ਹੈ। ਤੇ ਇਹੋ ਹੋਇਆ। ਰਾਜਾ ਚੱਕਰ ਲਾ ਕੇ ਪਰਤਿਆ। ਉਹ ਨੌਜਵਾਨ ਉੱਥੇ ਨਹੀਂ ਸੀ, ਉਹ ਭੱਜ ਗਿਆ ਸੀ। ਉਹ 5 ਸ਼ਰਫੀਆਂ ਵੀ ਛੱਡ ਗਿਆ ਜੋ ਕਿ ਉਹਨੇ ਲੈਣੀਆਂ ਸਨ। ਕਿਉਂ? ਕੀ ਹੋ ਗਿਆ? ਉਸ ਨੌਜਵਾਨ ਕੋਲ ਦੇਖਣ ਵਾਲੀਆਂ ਅੱਖਾਂ ਸਨ, ਉਹ ਦੇਖ ਸਕਿਆ। ਇਹਨੂੰ ਮੈਂ ਦੇਖਣਾ ਕਹਿਣਾ। ਜ਼ਿੰਦਗੀ 'ਚ ਅਜਿਹੀਆਂ ਅੱਖਾਂ ਜਿਸ ਕੋਲ ਹਨ, ਉਹ ਆਦਮੀ ਧਾਰਮਿਕ ਹੋ ਸਕਦਾ ਹੈ। ਦੇਖਣ ਵਾਲੀ ਅੱਖਾਂ ਤਾਂ ਸਾਡੇ ਸਾਰਿਆਂ ਕੋਲ ਹਨ, ਅਸੀਂ ਉਹਨਾਂ ਤੋਂ ਕਦੀ ਦੇਖਣ ਦਾ ਕੰਮ ਹੀ ਨਹੀਂ ਲੈਂਦੇ। ਜ਼ਿੰਦਗੀ ਵੀ ਚਾਰੇ ਪਾਸੇ ਮੌਜੂਦ ਹੈ, ਸਭ ਕੁਝ ਮੌਜੂਦ ਹੈ, ਅਸੀਂ ਅੱਖਾਂ ਦਾ ਕੰਮ ਹੀ ਨਹੀਂ ਲੈਂਦੇ। ਅੱਖਾਂ ਖੋਲੀਏ, ਥੋੜਾ ਦੇਖੀਏ। ਜ਼ਿੰਦਗੀ 'ਚ ਉਹ ਸਾਰੇ ਇਸ਼ਾਰੇ ਹਨ ਜੋ ਨਿਰੰਤਰ ਦੁਹਰਾਈਆਂ ਗਈਆਂ ਭੁੱਲਾਂ ਤੋਂ ਕਿਸੇ ਵੀ ਆਦਮੀ ਨੂੰ ਜਗਾ ਦੇਣ 'ਚ ਸਮਰੱਥ ਹਨ। ਕੋਈ ਸ਼ਾਸਤਰ ਨਹੀਂ ਕਰ ਸਕਦਾ ਜੋ, ਕੋਈ ਗੁਰੂ ਨਹੀਂ ਕਰ ਸਕਦਾ ਜੋ, ਜ਼ਿੰਦਗੀ ਉਹ ਕਰ ਸਕਦੀ ਹੈ। ਲੇਕਿਨ ਖੁੱਲੀ ਹੋਈ ਅੱਖ ਚਾਹੀਦੀ ਹੈ। ਕੌਣ ਖੋਲੇਗਾ ਇਹ ਅੱਖ? ਕੋਈ ਦੂਜਾ ਤੁਹਾਡੀ ਅੱਖ ਖੋਲ ਸਕਦਾ ਹੈ? ਨਹੀਂ, ਅੱਖਾਂ ਤੁਹਾਡੇ ਕੋਲ ਹਨ। ਅੱਜ ਤੋਂ ਹੀ ਖੋਲ ਕੇ ਦੇਖੋ ਜ਼ਿੰਦਗੀ ਨੂੰ, ਚਾਰੇ ਪਾਸੇ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਦੇਖੋ। ਇੱਕ ਮਿੱਤਰ ਅਜੇ 8 ਦਿਨ ਪਹਿਲਾਂ ਹੀ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਿ ਲਗਾਤਾਰ ਤੁਸੀਂ ਕਹਿੰਦੇ ਹੋ ਅੱਖ ਖੋਲ ਕੇ ਦੇਖੋ, ਅੱਖ ਖੋਲ ਕੇ ਦੇਖੋ। ਕੀ ਅੱਖ ਖੋਲ ਕੇ ਦੇਖੀ? ਇੱਕ ਘਟਨਾ ਹੈ ਜਿਸ 'ਚ ਦੱਸੋ ਮੈਂ ਕੀ ਕਰਾਂ। ਇੱਕ ਪੱਤਰ ਮੇਰੇ ਸਾਹਮਣੇ ਰੱਖਿਆ, ਕਿਸੇ ਨੇ ਉਹਨਾਂ ਨੂੰ ਲਿਖਿਆ ਸੀ, ਬਹੁਤ ਜ਼ਹਿਰ ਭਰ ਦਿੱਤਾ ਸੀ ਪੱਤਰ ਵਿੱਚ। ਜਿੰਨੀਆਂ ਵੀ ਗਾਲਾਂ ਹੋ ਸਕਦੀਆਂ ਸਨ ਲਿਖੀਆਂ ਸਨ, ਜਿੰਨਾ ਵੀ ਗੁੱਸਾ ਪ੍ਰਗਟ ਕੀਤਾ ਜਾ ਸਕਦਾ ਸੀ ਕੀਤਾ ਸੀ, ਜਿੰਨਾ ਵੀ ਨਿਰਾਦਰ ਕੀਤਾ ਜਾ ਸਕਦਾ ਸੀ ਕੀਤਾ ਸੀ। ਉਹ ਥਰ ਥਰ ਕੰਬ ਰਹੇ ਸਨ ਗੁੱਸੇ ਨਾਲ ਤੇ ਮੈਨੂੰ ਕਹਿਣ ਲੱਗੇ, ਮੇਰਾ ਮਨ ਕਰਦਾ ਹੈ ਕਿ ਇਸ ਆਦਮੀ ਦੇ ਨਾਲ ਜੋ ਵੀ ਮੈਂ ਕਰ ਸਕਦਾ ਕਰਾਂ। ਹੁਣ ਤੁਸੀਂ ਕੀ ਕਹਿੰਦੇ ਹੋ?
ਅੱਖ ਖੋਲ ਕੇ ਕੀ ਦੇਖਾਂ? ਤੁਸੀਂ ਕਹਿੰਦੇ ਹੋ ਗੁੱਸਾ ਹਜ਼ਾਰਾਂ ਸਾਲਾਂ ਤੋਂ ਆਦਮੀ ਕਰ ਰਿਹਾ, ਅੱਖ ਖੋਲ ਕੇ ਦੇਖਣਾ ਚਾਹੀਦਾ, ਮੈਂ ਕੀ ਦੇਖਾਂ? ਮੈਂ ਉਹਨਾਂ ਨੂੰ ਕਿਹਾ ਕਿ ਇੱਕ ਪੱਤਰ ਇਹਦੇ ਉੱਤਰ 'ਚ ਲਿਖੋ। ਇੱਥੇ ਮੇਰੇ ਸਾਹਮਣੇ ਬੈਠ ਗਏ ਤੇ ਉਹਨਾਂ ਨੇ ਉੱਤਰ 'ਚ ਇੱਕ ਪੱਤਰ ਲਿਖਿਆ। ਉਹਨਾਂ ਨੇ ਜੋ ਲਿਖਿਆ ਸੀ ਉਹ ਪੱਤਰ ਮੈਂ ਰੱਖ ਲਿਆ ਤੇ ਕਿਹਾ ਸੁਬਾਹ ਵਾਪਸ ਆ ਜਾਣਾ, ਸੁਬਾਹ ਇਸ ਪੱਤਰ ਨੂੰ ਡਾਕ 'ਚ ਪਾ ਦੇਵਾਂਗੇ। ਉਹ ਸੁਬਾਹ ਆਏ। ਮੈਂ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਫਿਰ ਇਸ ਪੱਤਰ ਨੂੰ ਪੜ੍ਹ ਲੈਣ ਜੋ ਤੁਸੀਂ ਲਿਖਿਆ, ਫਿਰ ਅਸੀਂ ਇਹਨੂੰ ਡਾਕ 'ਚ ਪਾ ਦੇਈਏ। ਉਹਨਾਂ ਨੇ ਉਸ ਪੱਤਰ ਨੂੰ ਪੜ੍ਹਿਆ ਤੇ ਬੋਲੇ ਕਿ ਨਹੀਂ, ਇਹ ਥੋੜਾ ਜ਼ਿਆਦਾ ਸਖਤ ਹੋ ਗਿਆ। ਤਾਂ ਮੈਂ ਕਿਹਾ ਦੁਬਾਰਾ ਲਿਖੋ, ਹੁਣੇ ਹਰਜ਼ ਕੀ ਹੋਇਆ? ਉਹਨਾਂ ਨੇ ਦੂਜਾ ਪੱਤਰ ਲਿਖਿਆ। ਪਹਿਲੇ ਪੱਤਰ ਤੇ ਦੂਜੇ ਪੱਤਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਸੀ। ਮੈਂ ਉਹਨਾਂ ਨੂੰ ਕਿਹਾ ਸ਼ਾਮ ਫੇਰ ਆ ਜਾਣਾ, ਸ਼ਾਮ ਨੂੰ ਡਾਕ 'ਚ ਪਾ ਦੇਵਾਂਗੇ। ਉਹਨਾਂ ਨੇ ਕਿਹਾ ਹੁਣੇ ਨਹੀਂ ਪਾਵਾਂਗੇ। ਮੈਂ ਕਿਹਾ ਜੇ ਅੱਖਾਂ ਹੁੰਦੀਆਂ ਤਾਂ ਤੁਸੀਂ ਸਮਝ ਜਾਂਦੇ ਕਿ ਜੇ ਰਾਤ ਨੂੰ ਹੀ ਇਹਨੂੰ ਡਾਕ 'ਚ ਪਾ ਦਿੱਤਾ ਹੁੰਦਾ ਤਾਂ ਕੀ ਹੁੰਦਾ, ਲੇਕਿਨ ਸੁਬਾਹ ਤੁਸੀਂ ਬਦਲਣ ਨੂੰ ਰਾਜ਼ੀ ਹੋ ਗਏ। ਹੋ ਸਕਦਾ ਹੈ ਸ਼ਾਮ ਨੂੰ ਹੋਰ ਬਦਲਣ ਨੂੰ ਰਾਜ਼ੀ ਹੋ ਜਾਓ। ਸ਼ਾਮ ਤੱਕ ਉਡੀਕ ਕਰਨ 'ਚ ਕੋਈ ਹਰਜ਼ ਨਹੀਂ ਹੈ। ਗਾਲਾਂ ਥੋੜੀ ਦੇਰ ਨਾਲ ਦੇਣ ਨਾਲ ਕੁਝ ਵਿਗੜਿਆ ਨਹੀਂ। ਸ਼ਾਮ ਤੱਕ ਰੁਕ ਜਾਓ। ਸ਼ਾਮ ਨੂੰ ਉਹ ਫੇਰ ਆਏ। ਉਹਨਾਂ ਨੇ ਪੱਤਰ ਪੜ੍ਹਿਆ ਤੇ ਕਿਹਾ ਨਹੀਂ, ਅਜੇ ਵੀ ਸਖਤ ਹੈ। ਮੈਂ ਕਿਹਾ ਫਿਰ ਤੋਂ ਲਿਖ ਦਿਓ, ਹਰਜ਼ ਕੀ ਹੈ? ਫਿਰ ਪੱਤਰ ਮੈਂ ਉਹਨਾਂ ਨੂੰ ਦੇ ਦਿੱਤਾ ਤੇ ਮੈਂ ਕਿਹਾ ਇਹਨੂੰ ਆਪਣੇ ਕੋਲ ਰੱਖ ਲਓ ਤੇ ਜਿਸ ਦਿਨ ਤੁਹਾਨੂੰ ਲੱਗੇ ਕਿ ਹੁਣ ਇਸ ਵਿੱਚ ਤਬਦੀਲੀ ਕਰਨ ਦੀ ਕੋਈ ਗੁੰਜਾਇਸ਼ ਨਹੀਂ, ਉਸ ਦਿਨ ਪਾ ਦੇਣਾ, ਉਸ ਤੋਂ ਪਹਿਲੇ ਨਹੀਂ। 8 ਦਿਨ ਬਾਅਦ ਉਹ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਪੱਤਰ ਪਾਉਣ ਦੀ ਕੋਈ ਲੋੜ ਹੀ ਨਹੀਂ। ਜੋ ਗੁੱਸੇ ਦੇ ਪਲ 'ਚ ਗਾਲਾਂ ਉਗਲੀਆਂ ਸਾਨੂੰ ਪੱਤਰ ਵੀ ਮੌਜੂਦ ਸੀ। ਦੂਜੀ ਸਵੇਰ ਜੋ ਪੱਤਰ ਲਿਖਿਆ ਸੀ ਉਹ ਵੀ। 8 ਦਿਨਾਂ ਬਾਅਦ ਕੋਈ ਲਿਖਣ ਦੀ ਜ਼ਰੂਰਤ ਨਾ ਰਹੀ। ਕਿਉਂ? 8 ਦਿਨਾਂ 'ਚ ਜਿੰਨਾ ਉਹਨਾਂ ਨੇ ਗੌਰ ਨਾਲ ਦੇਖਿਆ ਓਨਾ ਹੀ ਗੁੱਸੇ ਦੀ ਬੇਤੁਕੀ ਦਿਖਾਈ ਦਿੰਦੀ ਚਲੀ ਗਈ। ਗੁਰਜੁਏਫ ਇੱਕ ਫਕੀਰ ਸੀ। ਉਹਦੇ ਪਿਤਾ ਨੇ ਉਹਨੂੰ ਮਰਦੇ ਵਕਤ ਕਿਹਾ ਇੱਕ ਗੱਲ ਦਾ ਧਿਆਨ ਰੱਖਣਾ, ਜੇ ਕਿਸੇ ਨੂੰ ਪ੍ਰੇਮ ਦੇਣਾ ਹੋਵੇ ਤਾਂ ਇੱਕ ਪਲ ਦੀ ਵੀ ਦੇਰ ਨਾ ਕਰਨਾ। ਆਦਮੀ ਬਹੁਤ ਕੰਜੂਸ ਹੈ, ਇੱਕ ਪਲ ਵੀ ਰੁਕ ਜਾਏ ਤਾਂ ਫਿਰ ਪ੍ਰੇਮ ਨਹੀਂ ਦਿੰਦਾ, ਤੇ ਕਿਸੇ ਨੂੰ ਗਾਲ ਦੇਣੀ ਹੋਵੇ ਤਾਂ ਇੱਕ ਪਲ ਦੀ ਦੇਰ ਜ਼ਰੂਰ ਕਰਨਾ। ਆਦਮੀ ਬਹੁਤ ਸਮਝਦਾਰ ਹੈ, ਇੱਕ ਪਲ ਰੁਕ ਜਾਏ ਤਾਂ ਫਿਰ ਕਿਸੇ ਨੂੰ ਗਾਲ ਨਹੀਂ ਦਿੰਦਾ। ਜ਼ਿੰਦਗੀ ਵਿੱਚ ਦੇਖਣ ਦਾ ਸੂਤਰ ਚਾਹੀਦਾ ਹੈ। 24 ਘੰਟੇ ਅਸੀਂ ਕੁਝ ਕਰ ਰਹੇ ਹਾਂ, ਬਿਨਾਂ ਦੇਖੇ ਕਰ ਰਹੇ ਹਾਂ। ਗੁੱਸਾ, ਨਫ਼ਰਤ ਸਭ ਬਿਨਾਂ ਦੇਖੇ ਕਰ ਰਹੇ। ਲੋਕਾਂ ਨੂੰ ਵੀ ਅਸੀਂ ਨਹੀਂ ਦੇਖ ਰਹੇ, ਅੱਖਾਂ ਬੰਦ ਹਨ। ਇਸ ਬੰਦ ਅੱਖ ਨਾਲ ਫਿਰ ਅਸੀਂ ਜੋ ਵੀ ਕਰਦੇ ਹਾਂ ਉਸ ਨਾਲ ਜੀਵਨ ਉਲਝਦਾ ਚਲਾ ਜਾਂਦਾ ਹੈ। ਤਾਂ ਜੀਵਨ ਦੀ ਸਮੱਸਿਆ ਪ੍ਰਤੀ ਅੱਖ ਖੁੱਲ੍ਹੀ ਚਾਹੀਦੀ ਹੈ। ਇਸ ਖੁੱਲ੍ਹੀ ਅੱਖ ਨੂੰ ਹੀ ਅਸੀਂ ਦਰਸ਼ਨ ਕਹਿੰਦੇ ਹਾਂ। ਦਰਸ਼ਨ ਕਿਤਾਬਾਂ 'ਚ ਨਹੀਂ ਹੈ, ਫਿਲਾਸਫੀ ਦੀਆਂ ਕਿਤਾਬਾਂ 'ਚ ਨਹੀਂ ਹੈ। ਦਰਸ਼ਨ ਹੈ ਦੇਖਣ ਵਾਲੇ ਦੀ ਸਮਰੱਥਾ ਵਿੱਚ। ਤੇ ਜੋ ਆਦਮੀ ਦੇਖਣ ਲੱਗਦਾ ਹੈ, ਆਬਜ਼ਰਵ ਕਰਦਾ ਹੈ, ਨਿਰੀਖਣ ਕਰਦਾ ਹੈ, ਦੇਖਦਾ ਹੈ, ਇੱਕ ਗੱਲ ਦਿਖਾਈ ਦਿੰਦੀ ਹੈ, ਬਾਹਰ ਦੀ ਦੌੜ ਵਿਅਰਥ ਹੋ ਜਾਂਦੀ ਹੈ। ਕ੍ਰੋਧ ਦੀ ਦੌੜ ਵਿਅਰਥ ਹੋ ਜਾਂਦੀ ਹੈ, ਹਿੰਸਾ ਦੀ ਦੌੜ ਵਿਅਰਥ ਹੋ ਜਾਂਦੀ ਹੈ। ਫਿਰ ਕੀ ਬਚਦਾ? ਫਿਰ ਕੀ ਬਾਕੀ ਰਹਿ ਜਾਂਦਾ? ਜਦੋਂ ਬਾਹਰ ਦੀ ਸਾਰੀ ਦੌੜ ਵਿਅਰਥ ਹੋ ਜਾਂਦੀ ਹੈ ਤਾਂ ਇੱਕ ਕ੍ਰਾਂਤੀ ਹੋ ਜਾਂਦੀ ਹੈ, ਅੰਦਰ ਦੀ ਤਰਫ ਜਾਣਾ ਸ਼ੁਰੂ ਹੋ ਜਾਂਦਾ ਹੈ। ਕੀ ਤੁਹਾਨੂੰ ਇਹ ਪਤਾ ਹੈ ਜ਼ਿੰਦਗੀ 'ਚ ਕੋਈ ਚੀਜ਼ ਸਥਿਰ ਨਹੀਂ ਹੈ, ਠਹਿਰੀ ਹੋਈ ਨਹੀਂ ਹੈ। ਜੇ ਬਾਹਰ ਵੱਲ ਸਾਰੀ ਦੌੜ ਬੰਦ ਹੋ ਜਾਏ ਤਾਂ ਜੀਵਨ ਆਪਣੇ ਆਪ ਅੰਦਰ ਵੱਲ ਚੱਲਣ ਲੱਗਦਾ ਹੈ। ਅੰਦਰ ਵੱਲ ਗਤੀ ਕਰਨੀ ਨਹੀਂ ਹੁੰਦੀ। ਬਾਹਰ ਦੇ ਸਭ ਦੁਆਰ ਬੰਦ ਹੋ ਜਾਣ ਤਾਂ ਜੀਵਨ ਅੰਦਰ ਵੱਲ ਗਤੀ ਕਰਨ ਲੱਗਦਾ ਹੈ। ਜੇ ਅਸੀਂ ਇੱਕ ਝਰਨਾ ਵਹਿੰਦਾ ਹੋਵੇ ਉਹਨੂੰ ਬੰਦ ਕਰ ਦਈਏ ਤਾਂ ਝਰਨਾ ਦੂਜੇ ਰਾਹ ਲੱਭ ਲੈਂਦਾ ਹੈ। ਚੇਤਨਾ ਦੀ ਜੋ ਧਾਰਾ ਹੈ, ਜੋ ਸਟਰੀਮ ਆਫ ਕੌਨਸ਼ੀਅਸਨੈਸ ਹੈ, ਉਹ ਬਾਹਰ ਵੱਲ ਵਹਿ ਰਹੀ ਹੈ। ਜੇ ਬਾਹਰ ਦੀ ਦੌੜ ਵਿਅਰਥ ਪਤਾ ਲੱਗ ਜਾਏ ਤਾਂ ਚੇਤਨਾ ਦੀ ਧਾਰਾ ਕਿੱਥੇ ਜਾਏਗੀ? 2 ਹੀ ਦਿਸ਼ਾਵਾਂ ਹਨ ਚੇਤਨਾ ਲਈ, ਤੀਜੀ ਕੋਈ ਦਿਸ਼ਾ ਨਹੀਂ, ਜਾਂ ਤਾਂ ਬਾਹਰ ਜਾਂ ਅੰਦਰ। ਜੇ ਬਾਹਰ ਦੀ ਸਾਰੀ ਦੌੜ ਮੀਨਿੰਗਲੈਸ ਪਤਾ ਲੱਗ ਜਾਏ, ਦਿਖਾਈ ਦੇਣ ਲੱਗੇ ਕਿ ਵਿਅਰਥ ਹੈ, ਤਾਂ ਚੇਤਨਾ ਆਪਣੇ ਆਪ ਅੰਦਰ ਵੱਲ ਤੁਰਦੀ ਹੈ, ਅੰਦਰ ਦਾਖਲ ਹੁੰਦੀ ਹੈ। ਤੇ ਚੇਤਨਾ ਜੋ ਅੰਦਰ ਵੱਲ ਜਾਣਾ ਹੈ ਉਹ ਪਰਮਾਤਮਾ 'ਚ ਪ੍ਰਵੇਸ਼ ਹੈ। ਚੇਤਨਾ ਦਾ ਜੋ ਅੰਦਰ ਵੱਲ ਜਾਣਾ ਹੈ ਉਹ ਸੱਚ ਹੈ, ਉਹ ਜੀਵਨ 'ਚ ਪ੍ਰਵੇਸ਼ ਹੈ। ਤੇ ਜਿਸ ਦਿਨ ਚੇਤਨਾ ਅੰਦਰ ਪਹੁੰਚਦੀ ਹੈ ਉਸ ਦਿਨ ਜਾਣਦੇ ਹਾਂ ਅਸੀਂ ਕੀ ਹੈ ਜੀਵਨ, ਕੀ ਹੈ ਸੱਚ, ਕੀ ਹੈ ਪਰਮਾਤਮਾ। ਉਸੇ ਦਿਨ ਸਾਰਥਕਤਾ ਦਾ ਅਨੁਭਵ ਤੇ ਸਫਲਤਾ ਦਾ ਅਨੁਭਵ ਹੁੰਦਾ ਹੈ। ਉਸ ਦਿਨ ਅਸੀਂ ਜਾਣਦੇ ਹਾਂ ਕਿ ਅੰਦਰ ਖਾਲੀ ਨਹੀਂ ਹੈ। ਜਿਸ ਨੂੰ ਅਸੀਂ ਖਾਲੀ ਸਮਝਿਆ ਸੀ ਉਹ ਸਾਡੀ ਭੁੱਲ ਸੀ। ਅੰਦਰ ਤਾਂ ਸਭ ਭਰਿਆ ਹੈ, ਅੰਦਰ ਤਾਂ ਪਰਮਾਤਮਾ ਹੈ। ਲੇਕਿਨ ਬਾਹਰ ਨੂੰ ਗਵਾਉਣ ਲਈ ਜੋ ਰਾਜ਼ੀ ਹੁੰਦੇ ਹਨ ਉਹੀ ਸਿਰਫ ਅੰਦਰ ਦੀ ਪੂਰਨਤਾ ਹਾਸਲ ਕਰਦੇ ਹਨ। ਜੋ ਬਾਹਰ ਨੂੰ ਭਰਦੇ ਰਹਿੰਦੇ ਹਨ
ਉਹ ਅੰਦਰ ਨੂੰ ਗਵਾ ਲੈਂਦੇ ਹਨ। ਇੱਕ ਛੋਟੀ ਜਿਹੀ ਕਹਾਣੀ ਤੇ ਮੈਂ ਆਪਣੀ ਚਰਚਾ ਪੂਰੀ ਕਰਾਂਗਾ। ਇੱਕ ਭਿਕਸ਼ੂ ਇੱਕ ਦਿਨ ਸਵੇਰੇ ਆਪਣੇ ਘਰ ਦੇ ਬਾਹਰ ਆਇਆ, ਆਪਣਾ ਝੋਲਾ ਆਪਣੇ ਮੋਢੇ ਟੰਗ ਲਿਆ ਤੇ ਆਪਣੇ ਝੋਲੇ 'ਚ ਘਰੋਂ ਚੱਲਦੇ ਵਕਤ ਥੋੜੇ ਜਿਹੇ ਚਾਵਲਾਂ ਦੇ ਦਾਣੇ ਵੀ ਪਾ ਲਏ। ਜੋ ਸਮਝਦਾਰ ਭਿਖਾਰੀ ਹੁੰਦੇ ਹਨ ਉਹ ਹਮੇਸ਼ਾ ਅਜਿਹਾ ਕਰਦੇ ਹਨ। ਜੋ ਨਾ ਸਮਝ ਹੁੰਦੇ ਹਨ ਉਹ ਖਾਲੀ ਝੋਲੀ ਲੈ ਕੇ ਦੂਜਿਆਂ ਦੇ ਘਰ ਦੇ ਸਾਹਮਣੇ ਖੜੇ ਹੋ ਜਾਂਦੇ ਹਨ। ਜੋ ਸਮਝਦਾਰ ਹੁੰਦੇ ਹਨ ਉਹ ਆਪਣੀ ਝੋਲੀ 'ਚ ਕੁਝ ਦਾਣੇ ਘਰੋਂ ਪਾ ਕੇ ਨਿਕਲਦੇ ਹਨ। ਉਹਦੇ ਦੋ ਫਾਇਦੇ ਹੋ ਜਾਂਦੇ ਹਨ। ਦੇਣ ਵਾਲੇ ਨੂੰ ਅਜਿਹਾ ਲੱਗਦਾ ਹੈ ਕਿ ਮੈਂ ਇਕੱਲਾ ਹੀ ਦੇਣ ਵਾਲਾ ਨਹੀਂ ਹਾਂ, ਹੋਰ ਲੋਕਾਂ ਨੇ ਵੀ ਦਿੱਤੇ ਹਨ, ਤੇ ਦੇਣ ਵਾਲੇ ਦੀ ਹਉਮੈ ਨੂੰ ਸੱਟ ਵੱਜਦੀ ਹੈ। ਜਦੋਂ ਦੂਜਿਆਂ ਨੇ ਦਿੱਤਾ ਤੇ ਮੈਂ ਨਾ ਦਿਆਂ ਤਾਂ ਹਉਮੈ ਨੂੰ ਧੱਕਾ ਲੱਗਦਾ ਹੈ, ਤੇ ਫਿਰ ਦੇਣ ਵਾਲੇ ਨੂੰ ਇਹ ਵੀ ਸੁੱਖ ਮਿਲਦਾ ਹੈ ਕਿ ਮੈਂ ਹੀ ਇਕੱਲਾ ਇਹਦੇ ਚੱਕਰ 'ਚ ਨਹੀਂ ਪਿਆ, ਦੂਜੇ ਲੋਕ ਵੀ ਪੈ ਚੁੱਕੇ ਹਨ। ਮੈਂ ਕੋਈ ਇਕੱਲਾ ਹੀ ਇਹਦੇ ਚੱਕਰ 'ਚ ਨਹੀਂ ਪੈ ਗਿਆ, ਮੈਂ ਕੋਈ ਇਕੱਲਾ ਹੀ ਮੂਰਖ ਨਹੀਂ ਬਣਾਇਆ ਜਾ ਰਿਹਾ, ਹੋਰ ਲੋਕ ਵੀ ਬਣਾਏ ਜਾ ਚੁੱਕੇ ਹਨ। ਇਸ ਲਈ ਸਮਝਦਾਰ ਭਿਖਾਰੀ ਆਪਣੀ ਥਾਲੀ 'ਚ ਥੋੜੇ ਪੈਸੇ ਪਾ ਲੈਂਦੇ ਹਨ, ਥੋੜੇ ਚਾਵਲ ਪਾ ਲੈਂਦੇ ਹਨ। ਇੱਥੇ ਜੋ ਅਜੇ ਭਿਖਾਰੀ ਆਏ ਹੋਣ ਜੋ ਬਿਨਾਂ ਪਾਏ ਨਿਕਲ ਜਾਂਦੇ ਹੋਣ ਤਾਂ ਉਹਨਾਂ ਨੂੰ ਪਾ ਕੇ ਨਿਕਲਣਾ ਚਾਹੀਦਾ ਹੈ। ਇੱਥੇ ਵੀ ਕੁਝ ਜ਼ਰੂਰ ਆਏ ਹੋਣਗੇ, ਜ਼ਰੂਰ ਆਏ ਹੋਣਗੇ। ਇਹ ਬਿਲਕੁਲ ਅਸੰਭਵ ਹੈ ਕਿ ਇੱਥੇ ਨਾ ਆਏ ਹੋਣ, ਕਿਉਂਕਿ ਭਿਖਾਰੀ ਸਭ ਪਾਸੇ ਕੁਝ ਨਾ ਕੁਝ ਖੋਜਣ ਦੀ ਕੋਸ਼ਿਸ਼ ਵਿੱਚ ਭਟਕਦੇ ਹੀ ਰਹਿੰਦੇ ਹਨ। ਕੋਈ ਸੱਚ ਦੀ ਭਾਲ 'ਚ ਕਿਤੇ ਜਾਂਦਾ ਹੈ, ਕੋਈ ਗਿਆਨ ਦੀ ਭਾਲ 'ਚ ਕਿਤੇ ਜਾਂਦਾ ਹੈ। ਉਹ ਸਭ ਭਿਖਾਰੀ ਹਨ, ਉਹ ਸਭ ਮੰਗਣ ਗਏ ਹਨ। ਕਿਤੇ ਕੁਝ ਮਿਲ ਜਾਏਗਾ, ਕਿਤੇ ਕੁਝ ਮਿਲਦਾ ਹੈ, ਲੇਕਿਨ ਦੌੜ ਚੱਲਦੀ ਹੈ। ਉਹ ਭਿਖਾਰੀ ਵੀ ਸੁਬਹ ਤੋਂ ਨਿਕਲਿਆ। ਜਿਵੇਂ ਰਾਜਪਥ ਪਹੁੰਚਿਆ, ਸੂਰਜ ਚੜ੍ਹਦਾ ਸੀ ਤੇ ਆਉਂਦਾ ਸੀ ਦੂਰ ਤੋਂ ਰਾਜੇ ਦਾ ਰੱਥ, ਸੋਨੇ ਦਾ ਬਣਿਆ, ਰਤਨਾਂ ਦਾ ਜੜਿਆ। ਸੂਰਜ ਦੀਆਂ ਕਿਰਨਾਂ 'ਚ ਚਮਕਦਾ ਸੀ ਰੱਥ, ਦੂਜਾ ਸੂਰਜ ਹੀ ਲੱਗਦਾ ਸੀ। ਭਿਖਾਰੀ ਦੀਆਂ ਅੱਖਾਂ ਚੱਕਾ ਚੌਂਧ ਨਾਲ ਭਰ ਗਈਆਂ ਤੇ ਭਿਖਾਰੀ ਨੇ ਧੰਨਵਾਦ ਦਿੱਤਾ ਤੇ ਕਿਸਮਤ ਨੂੰ ਹੋਰ ਕਿਹਾ, ਧੰਨ ਹਾਂ ਅੱਜ। ਰੋਜ਼ ਜਾਂਦਾ ਸੀ ਰਾਜ ਮਹਿਲ ਤੱਕ, ਦੁਆਰ ਦੇ ਸਿਪਾਹੀ ਭਜਾ ਦਿੰਦੇ ਸਨ, ਕਦੀ ਰਾਜੇ ਤੱਕ ਪਹੁੰਚ ਨਹੀਂ ਸਕਿਆ। ਅੱਜ ਤਾਂ ਮੌਕਾ ਮਿਲ ਗਿਆ, ਰਾਤ ਹੀ ਰਾਜਾ ਮਿਲ ਗਿਆ, ਤਾਂ ਅੱਜ ਤਾਂ ਜੀ ਭਰ ਕੇ ਮੰਗ ਲਵਾਂਗਾ। ਹੋ ਸਕਦਾ ਸਦਾ ਲਈ ਮੰਗਣਾ ਹੀ ਛੁੱਟ ਜਾਏ। ਸੋਚਦਿਆਂ ਸੋਚਦਿਆਂ ਸਮਾਂ ਲੰਘ ਨਾ ਸਕਿਆ। ਰਾਜੇ ਦਾ ਰੱਥ ਸਾਹਮਣੇ ਆ ਗਿਆ। ਉੜਦੀ ਸੀ ਧੂੜ। ਭਿਖਾਰੀ ਘਬਰਾਇਆ ਹੋਇਆ ਖੜਾ ਸੀ। ਰਾਜੇ ਨੂੰ ਦੇਖ ਕੇ ਭੁੱਲ ਗਿਆ ਭੀਖ ਦਾ ਠੂਠਾ ਚੱਕਣਾ। ਕਦੇ ਰਾਜੇ ਨੂੰ ਦੇਖਿਆ ਨਹੀਂ ਸੀ, ਇਹ ਤੋਂ ਪਹਿਲਾਂ ਕਿ ਉਹ ਆਪਣੀ ਝੋਲੀ ਫੈਲਾਉਂਦਾ। ਰਾਜੇ ਨੇ ਆਪਣੀ ਝੋਲੀ ਫੈਲਾ ਦਿੱਤੀ ਤੇ ਉਸ ਭਿਖਾਰੀ ਨੂੰ ਕਿਹਾ, ਅੱਜ ਤਾਂ ਇਹੋ ਸੋਚ ਕੇ ਨਿਕਲਿਆ ਸੀ ਜੋ ਵੀ ਪਹਿਲਾ ਵਿਅਕਤੀ ਮਿਲ ਜਾਏਗਾ ਉਹਦੇ ਸਾਹਮਣੇ ਭਿਖਾਰੀ ਬਣ ਜਾਵਾਂਗਾ। ਰਾਜਾ ਬਣੇ ਬੜੇ ਦੁੱਖ 'ਚ ਪੈ ਗਿਆ। ਹੁਣ ਤਾਂ ਭਿਖਾਰੀ ਬਣ ਜਾਣਾ ਚਾਹੁੰਦਾ। ਰਾਜਾ ਬਣੇ ਬਹੁਤ ਪੀੜਾ ਚੱਲ ਰਹੀ ਹੈ, ਹੁਣ ਤਾਂ ਭਿਖਾਰੀ ਬਣ ਜਾਣਾ। ਸੋਚਿਆ ਸੀ ਜੋ ਵੀ ਪਹਿਲਾ ਵਿਅਕਤੀ ਮਿਲ ਜਾਏਗਾ ਉਹਦੇ ਸਾਹਮਣੇ ਭਿਖਾਰੀ ਬਣ ਜਾਵਾਂਗਾ। ਤੁਸੀਂ ਮਿਲ ਗਏ, ਮੈਨੂੰ ਕੁਝ ਦਾਨ ਕਰੋ। ਭਿਖਾਰੀ ਦੀ ਮੁਸੀਬਤ ਤੁਸੀਂ ਸਮਝ ਸਕਦੇ ਹੋ। ਪਹਾੜ ਡਿੱਗ ਪਿਆ। ਸੋਚਿਆ ਸੀ ਮੰਗ ਲਏਗਾ, ਗੱਲ ਉਲਟੀ ਹੋ ਗਈ। ਇੱਥੇ ਕੋਈ ਹੋਰ ਮੰਗਣ ਵਾਲਾ ਮਿਲ ਗਿਆ। ਜੀਵਨ 'ਚ ਕਦੀ ਕਿਸੇ ਨੂੰ ਦਿੱਤਾ ਨਹੀਂ ਸੀ, ਹਮੇਸ਼ਾ ਲਿਆ ਸੀ। ਦੇਣ ਦੀ ਕੋਈ ਆਦਤ ਨਹੀਂ ਸੀ। ਝੋਲੀ 'ਚ ਹੱਥ ਪਾਉਂਦਾ ਸੀ, ਖਾਲੀ ਵਾਪਸ ਕੱਢ ਲੈਂਦਾ ਸੀ। ਦੇਣ ਦੀ ਹਿੰਮਤ ਨਹੀਂ ਸੀ ਪੈਂਦੀ। ਥੋੜੇ ਜਿਹੇ ਚਾਵਲਾਂ ਦੇ ਦਾਣੇ ਸਨ, ਛੁੱਟਦੇ ਨਹੀਂ ਸਨ। ਕਿਸ ਤੋਂ ਛੁੱਟਦੇ ਹਨ? ਦਾਣੇ ਕਿੰਨੇ ਹੀ ਛੋਟੇ ਹੋਣ, ਥੋੜੇ ਹੋਣ, ਛੁੱਟਦੇ ਕਿਸ ਤੋਂ ਹਨ? ਉਸ ਤੋਂ ਵੀ ਨਹੀਂ ਸਨ ਛੁੱਟਦੇ। ਝੋਲੀ 'ਚ ਹੱਥ ਪਾਉਂਦਾ, ਵਾਪਸ ਕੱਢ ਲੈਂਦਾ। ਰਾਜੇ ਨੇ ਕਿਹਾ, ਜਲਦੀ ਕਰੋ, ਜੋ ਵੀ ਦੇਣਾ ਹੋਵੇ ਦੇ ਦਿਓ, ਨਾ ਦੇਣਾ ਹੋਵੇ ਇਨਕਾਰ ਕਰ ਦਿਓ। ਬੜੀ ਹਿੰਮਤ ਕੀਤੀ, ਮੁੱਠੀ ਬੰਨੀ, ਇੱਕ ਦਾਣਾ ਬਾਹਰ ਕੱਢਿਆ ਤੇ ਰਾਜੇ ਦੀ ਝੋਲੀ 'ਚ ਪਾ ਦਿੱਤਾ। ਇੱਕ ਦਾਣਾ। ਹਿੰਮਤ ਦੀ ਗੱਲ ਸੀ। ਇੰਜ ਇੱਕ ਦਾਣਾ ਵੀ ਕੌਣ ਛੱਡ ਸਕਦਾ ਹੈ ਤੇ ਭਿਖਾਰੀ ਕਿਵੇਂ ਛੱਡ ਸਕਦਾ ਹੈ? ਰਾਜਾ ਬੈਠਾ ਰੱਥ ਵਿੱਚ ਚਲਾ ਗਿਆ। ਧੂੜ ਰੁੜਦੀ ਰਹਿ ਗਈ। ਭਿਖਾਰੀ ਪਛਤਾਉਂਦਾ ਰਹਿ ਗਿਆ। ਜੋ ਮਿਲਣਾ ਸੀ ਉਹ ਤਾਂ ਨਾ ਮਿਲਿਆ। ਉਹ ਸੁਪਨੇ ਤਾਂ ਮਿੱਟੀ 'ਚ ਮਿਲ ਗਏ ਤੇ ਕੋਲ ਦਾ ਇੱਕ ਦਾਣਾ ਵੀ ਚਲਾ ਗਿਆ। ਜ਼ਿੰਦਗੀ ਬੜੀ ਗੜਬੜ ਹੈ। ਮੰਗਣ ਨਿਕਲਿਆ, ਉਲਟਾ ਗਵਾਉਣਾ ਪੈ ਜਾਂਦਾ ਹੈ। ਖੋਜਣ ਨਿਕਲਦੇ ਆ, ਉਲਟਾ ਗਵਾ ਕੇ ਪਰਤ ਆਉਂਦੇ ਆ। ਉਸ ਭਿਖਾਰੀ ਦੇ ਨਾਲ ਵੀ ਇਹੋ ਹੋ ਗਿਆ। ਸਾਰੇ ਭਿਖਾਰੀਆਂ ਦੇ ਨਾਲ ਇਹ ਹੁੰਦਾ ਹੈ। ਖੋਜਣ ਨਿਕਲਦੇ ਹਨ, ਲੈਣ ਨਿਕਲਦੇ ਹਨ, ਬਾਅਦ 'ਚ ਪਤਾ ਲੱਗਦਾ ਹੈ ਕਿ ਗਵਾ ਕੇ ਪਰਤ ਆਏ। ਕੋਲ ਜੋ ਕੁਝ ਵੀ ਸੀ ਉਹ ਵੀ ਗਿਆ। ਦਿਨ ਭਰ ਉਹਨੇ ਭਿੱਖਿਆ ਮੰਗੀ, ਲੇਕਿਨ ਬਹੁਤ ਭਿੱਖਿਆ ਮਿਲੀ। ਉਸ ਦਿਨ ਸਾਰੀ ਝੋਲੀ ਭਰ ਗਈ, ਲੇਕਿਨ ਝੋਲੀ ਭਰਨ ਨਾਲ ਕੋਈ ਸੁੱਖ ਨਾ ਹੋਇਆ। ਇੱਕ ਦਾਣਾ ਜੋ ਗਵਾਇਆ ਸੀ ਉਹਦੀ ਪੀੜਾ ਵੱਡੀ ਸੀ। ਝੋਲੀ ਕਿੰਨੀ ਭਰ ਜਾਏ ਕੋਈ ਫਰਕ ਨਹੀਂ ਪਏਗਾ, ਜੋ ਗਵਾਇਆ ਉਹਦੀ ਪੀੜ ਨਹੀਂ ਜਾਏਗੀ। ਰੋਂਦੂ ਜਿਹਾ ਮਨ ਲੈ ਕੇ ਘਰ ਪਰਤਿਆ। ਪਤਨੀ ਨੇ ਕਿਹਾ, ਬੜੇ ਉਦਾਸ ਹੋ, ਲੇਕਿਨ ਝੋਲੀ ਤਾਂ ਬਹੁਤ ਭਰੀ ਹੈ।
ਉਹਨੇ ਕਿਹਾ ਹੋਰ ਭਰੀ ਹੋ ਸਕਦੀ ਸੀ, ਲੇਕਿਨ ਇੱਕ ਦਾਣਾ ਕੋਲ ਸੀ, ਉਹ ਵੀ ਚਲਾ ਗਿਆ। ਤੇ ਅਜੀਬ ਸੀ, ਉਹ ਰਾਜਾ ਸਾਡੇ ਭਿਖਾਰੀਆਂ ਤੋਂ ਵੀ ਭਿੱਖਿਆ ਮੰਗਣ ਨੂੰ ਤਿਆਰ ਹੋ ਗਿਆ। ਸੱਚ ਤਾਂ ਇਹ ਹੈ ਕਿ ਰਾਜਾ ਜੇ ਭਿਖਾਰੀਆਂ ਤੋਂ ਭੀਖ ਨਾ ਮੰਗੇ ਤਾਂ ਰਾਜਾ ਕਿਵੇਂ ਬਣੇ? ਭਿਖਾਰੀਆਂ ਨੂੰ ਲੁੱਟ ਕੇ ਹੀ ਕੋਈ ਰਾਜਾ ਬਣਦਾ ਹੈ, ਤਾਂ ਉਹਨੇ ਵੀ ਭਿਖਾਰੀ ਤੋਂ ਭੀਖ ਮੰਗ ਲਈ ਸੀ ਤਾਂ ਕੁਝ ਬੁਰਾ ਨਹੀਂ ਕੀਤਾ ਸੀ। ਲੇਕਿਨ ਭਿਖਾਰੀਆਂ ਨੂੰ ਇਹ ਕਦੀ ਸਮਝ ਨਹੀਂ ਆਇਆ ਕਿ ਰਾਜਾ ਭਿਖਾਰੀਆਂ ਤੋਂ ਮੰਗ ਕੇ ਹੀ ਰਾਜਾ ਬਣਦਾ ਹੈ। ਉਹਦੀ ਸਮਝ 'ਚ ਨਹੀਂ ਆਉਂਦਾ ਸੀ। ਉਹਨੇ ਆਪਣੀ ਪਤਨੀ ਨੂੰ ਕਿਹਾ, ਬੜੀ ਮੁਸ਼ਕਿਲ 'ਚ ਪੈ ਗਿਆ। ਇੱਕ ਰਾਜਾ ਮਿਲ ਗਿਆ ਸੀ, ਸੋਚਿਆ ਸੀ ਕੁਝ ਮਿਲੇਗਾ, ਉਲਟਾ ਉਹਨੇ ਮੇਰੇ ਤੋਂ ਖੋਹ ਲਿਆ। ਝੋਲੀ ਖੋਲੀ, ਪੂਰੀ ਝੋਲੀ ਭਰੀ ਸੀ ਅੰਨ ਦੇ ਦਾਣਿਆਂ ਨਾਲ। ਪੂਰੀ ਝੋਲੀ ਰੱਖੀ ਤੇ ਛਾਤੀ ਪਿੱਟਣ ਲੱਗ ਪਿਆ ਉਹ ਭਿਖਾਰੀ। ਬੜਾ ਮੁਸ਼ਕਿਲ ਹੋ ਗਿਆ। ਹੁਣੇ ਕਿਸੇ ਹੋਰ ਗੱਲ ਲਈ ਦੁਖੀ ਸੀ, ਹੁਣ ਕਿਸੇ ਹੋਰ ਗੱਲ ਲਈ ਦੁਖੀ ਹੋ ਗਿਆ। ਝੋਲੀ ਖੋਲ ਕੇ ਦੇਖਿਆ, ਇੱਕ ਦਾਣਾ ਸੋਨੇ ਦਾ ਹੋ ਗਿਆ ਸੀ। ਤਦ ਰੋਣ ਲੱਗਾ, ਚਿল্ਲਾਉਣ ਲੱਗਾ, ਇਹ ਤਾਂ ਬੜੀ ਭਾਰੀ ਭੁੱਲ ਹੋ ਗਈ। ਕਾਸ਼ ਮੈਂ ਸਾਰੇ ਦਾਣੇ ਦੇ ਦਿੱਤੇ ਹੁੰਦੇ ਤਾਂ ਸਾਰੇ ਸੋਨੇ ਦੇ ਹੋ ਜਾਂਦੇ। ਜੀਵਨ ਵਿੱਚ ਜੋ ਬਾਹਰ ਦੇ ਦਾਣੇ ਲੈਂਦਾ ਹੈ, ਅੰਦਰ ਦੀ ਜ਼ਿੰਦਗੀ ਮਿੱਟੀ ਦੀ ਹੋ ਜਾਂਦੀ ਹੈ। ਜੋ ਬਾਹਰ ਦੇ ਦਾਣੇ ਛੱਡਦਾ ਹੈ, ਅੰਦਰ ਦੀ ਜ਼ਿੰਦਗੀ ਸੋਨੇ ਦੀ ਹੋ ਜਾਂਦੀ ਹੈ। ਜ਼ਿੰਦਗੀ ਦਾ ਆਖਰ ਵਿੱਚ ਪਤਾ ਲੱਗਦਾ ਹੈ ਕਿ ਜੋ ਇਕੱਠਾ ਕੀਤਾ ਸੀ ਉਹ ਮਿੱਟੀ ਦਾ ਸਾਬਤ ਹੁੰਦਾ ਹੈ, ਜੋ ਦੇ ਦਿੱਤਾ ਸੀ ਉਹ ਸੋਨੇ ਦਾ ਹੋ ਜਾਂਦਾ ਹੈ। ਧੰਨ ਹਨ ਉਹ ਲੋਕ ਜੋ ਬਾਹਰ ਦੇ ਜੀਵਨ ਨੂੰ ਛੱਡਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਜਿਵੇਂ ਅੰਦਰ ਦਾ ਜੀਵਨ ਸੋਨੇ ਦਾ ਬਣ ਗਿਆ। ਤੇ ਉਹ ਲੋਕ ਜੋ ਬਾਹਰ ਦੇ ਜੀਵਨ ਨੂੰ ਫੜੀ ਰੱਖਦੇ ਹਨ, ਉਹਨਾਂ ਦੀ ਝੋਲੀ ਕਿੰਨੀ ਵੀ ਭਰ ਜਾਏ, ਉਹਨਾਂ ਦੇ ਦੁੱਖ ਦਾ ਕੋਈ ਅੰਤ ਨਹੀਂ ਤੇ ਆਖਰ 'ਚ ਰੋਣਗੇ ਇਸ ਗੱਲ ਲਈ ਕਿ ਜੇ ਅਸੀਂ ਪਕੜਿਆ ਸੀ, ਜੋ ਅਸੀਂ ਪਕੜਿਆ ਸੀ ਉਹ ਮਿੱਟੀ ਦਾ ਹੋ ਗਿਆ ਤੇ ਜੋ ਅਸੀਂ ਛੱਡਿਆ ਸੀ ਉਹ ਸਿਰਫ ਸੋਨੇ ਦਾ। ਲੇਕਿਨ ਉਸ ਭਿਖਾਰੀ ਨੇ ਤਾਂ ਇੱਕ ਦਾਣਾ ਛੱਡਿਆ ਸੀ, ਇਸ ਲਈ ਸੋਨੇ ਦਾ ਹੋ ਗਿਆ। ਉਹਨਾਂ ਭਿਖਾਰੀਆਂ ਦਾ ਕੀ ਹੋਇਆ ਜਿਨ੍ਹਾਂ ਨੇ ਇੱਕ ਦਾਣਾ ਵੀ ਨਹੀਂ ਛੱਡਿਆ? ਇਸ ਗੱਲ ਤੇ ਆਪਣੀ ਚਰਚਾ ਨੂੰ ਛੱਡ ਦੇਣਾ, ਫਿਰ ਤੋਂ ਦੁਹਰਾ ਦੇਣਾ। ਉਸ ਭਿਖਾਰੀ ਨੇ ਤਾਂ ਇੱਕ ਦਾਣਾ ਛੱਡਿਆ ਸੀ, ਇਸ ਲਈ ਉਹ ਸੋਨੇ ਦਾ ਹੋ ਗਿਆ। ਲੇਕਿਨ ਉਹਨਾਂ ਭਿਖਾਰੀਆਂ ਦਾ ਕੀ ਹੋਏਗਾ ਜਿਨ੍ਹਾਂ ਨੇ ਇੱਕ ਵੀ ਦਾਣਾ ਨਹੀਂ ਛੱਡਿਆ? ਮੇਰੀ ਗੱਲ ਨੂੰ ਇੰਨੇ ਪ੍ਰੇਮ ਤੇ ਸ਼ਾਂਤੀ ਨਾਲ ਸੁਣਿਆ, ਉਸ ਨਾਲ ਬੇਹੱਦ ਆਨੰਦਿਤ ਤੇ ਸ਼ੁਕਰਗੁਜ਼ਾਰ ਹਾਂ। ਪਰਮਾਤਮਾ ਕਰੇ ਜੀਵਨ, ਅੰਦਰ ਦਾ ਜੀਵਨ ਕਦੀ ਸੋਨੇ ਦਾ ਹੋ ਜਾਏ, ਲੇਕਿਨ ਸਿਰਫ ਉਹਨਾਂ ਦਾ ਅੰਦਰ ਦਾ ਜੀਵਨ ਸੋਨੇ ਦਾ ਹੋ ਸਕਦਾ ਹੈ ਜੋ ਬਾਹਰ ਦੀ ਮਿੱਟੀ ਨੂੰ ਛੱਡਣ ਤੇ ਬਾਹਰ ਦੀ ਮਿੱਟੀ ਨੂੰ ਮਿੱਟੀ ਸਮਝਣ ਵਿੱਚ ਸਮਰੱਥ ਹੋ ਜਾਂਦੇ ਹਨ। ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।